ਮੈਨੂੰ ਤਾਂ ਯੋਗ ਬਾਈ ਜੀ ਦੱਸਦੇ ਆ ਕਿ ਐਂ ਕਰਦੀ ਸੀ ਇਹ ਕਰਦੀ ਸੀ ਹਾਂ ਬਟ ਲੇਕਿਨ 6 ਸਾਲ ਦੀ ਉਮਰ 'ਚ ਮੈਂ ਯੋਗ ਬਾਈ ਜੀ ਨਾਲ ਲੜ ਪਈ ਸੀ ਤੇ ਮੈਂ ਕਿਹਾ ਮੈਨੂੰ ਹੀਰੋਇਨ ਲਓ ਤੇ ਬਾਈ ਜੀ ਕਹਿੰਦੇ ਤੂੰ ਤਾਂ ਬਹੁਤ ਛੋਟੀ ਐ ਪੁੱਤ ਤੈਨੂੰ ਕਿਵੇਂ ਹੀਰੋਇਨ ਲਵਾ ਮੈਂ ਕਿਹਾ ਕਿਉਂ ਜੇ ਮੇਰੀ ਭੈਣ ਹੀਰੋਇਨ ਹੋ ਸਕਦੀ ਹੈ ਮੈਂ ਕਿਉਂ ਨਹੀਂ ਹੋ ਸਕਦੀ ਮੈਂ ਨਾ ਬਹੁਤ ਭਾਰਾ ਟੇਬਲ ਖਿੱਚ ਕੇ ਲੈ ਕੇ ਆਈ ਖਿੱਚ ਕੇ ਲਿਆ ਕੇ ਨਾ ਸੈਂਟਰ 'ਚ ਰੱਖ ਕੇ ਉਹਦੇ ਉੱਤੇ ਖੜੀ ਹੋ ਗਈ ਆਪਣੇ ਸ਼ਾਟਸ ਦੇ ਰਹੀ ਹਾਂ ਉਸ ਤੋਂ ਬਾਅਦ ਨਾ ਮੈਂ ਬਾਈ ਜੀ ਨੂੰ ਕਰ ਰਹੀ ਹਾਂ ਮੈਂ ਕਿਹਾ ਹੋ ਰਿਹਾ ਕੋਲ ਆਇਆ ਕਹਿੰਦੇ ਲੈ ਮੈਂ ਹੋ ਗਈ ਹੁਣ ਬਰਾਬਰ ਦੀ ਚਲੋ ਸ਼ੂਟਿੰਗ ਸ਼ੁਰੂ ਕਰੋ ਸੋ ਦਿਸ ਇਜ਼ ਹਾਊ ਇਟ ਸਟਾਰਟਡ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਟਵੀਨ ਅਸ ਵਿਦ ਬਿੰਦੂ ਬਰਾੜ ਮੇਰੀ ਅੱਜ ਦੀ ਮਹਿਮਾਨ ਬਹੁਤ ਖੂਬਸੂਰਤ ਬਹੁਤ ਖੂਬਸੀਰਤ ਜਿਨੇ 6 ਸਾਲ ਤੋਂ ਪੰਜਾਬੀ ਇੰਡਸਟਰੀ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ ਲਲਕਾਰੇ ਸ਼ੇਰਾਂ ਦੀ ਮੂਵੀ ਦੇ ਨਾਲ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਮੂਵੀਜ਼ ਜਿੱਦਾਂ ਕਿ ਹੋਮ ਮਿਨਿਸਟਰ ਕਿਟੀ ਪਾਰਟੀ ਜੱਟ ਇਨ ਮੂਡ ਮਿਸਟਰ ਐਂਡ ਮਿਸਿਸ 420 ਐਂਡ ਹਿੰਦੀ ਮੂਵੀ ਸਾਵੀ ਕੀਤੀ ਔਰ ਇੱਕ ਉਹਨਾਂ ਨੇ ਹਿਜਰਤ ਮੂਵੀ ਕੀਤੀ ਜਿਸ ਮੂਵੀ ਨੂੰ ਬਹੁਤ ਸਾਰੇ ਅਵਾਰਡ ਮਿਲੇ ਔਰ 5 ਅਵਾਰਡ ਇਕੱਲੇ ਉਹਨਾਂ ਨੂੰ ਹੀ ਮਿਲੇ ਜ਼ਿਆਦਾ ਨਹੀਂ ਕਹੂੰਗੀ ਬਾਕੀ ਲਿਸਟ ਬਹੁਤ ਲੰਬੀ ਹੈ ਈਵਨ ਉਹਨਾਂ ਨੇ 2005 ਦੇ ਵਿੱਚ ਮਿਸ ਨਾਰਥ ਇੰਡੀਆ ਅਵਾਰਡ ਵੀ ਜਿੱਤਿਆ ਤੇ ਆਓ ਅੱਜ ਉਹਨਾਂ ਨਾਲ ਮਿਲ ਕੇ ਉਸ ਲਿਸਟ ਨੂੰ ਦੁਬਾਰਾ ਤੋਂ ਫਰੋਲਾਂਗੇ ਐਂਡ ਨਵਾਂ ਵੀ ਬਹੁਤ ਕੁਝ ਪੁੱਛਾਂਗੇ ਆਓ ਮਿਲਦੇ ਹਾਂ ਮਨੀ ਬੋਪਾ ਰਾਏ ਜੀ ਨੂੰ ਮਨੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਸੁਣਾਓ ਤੁਸੀਂ ਠੀਕ ਹੋ ਮੈਂ ਵੀ ਬਿਲਕੁਲ ਠੀਕ ਬੜਾ ਚੰਗਾ ਲੱਗ ਰਿਹਾ ਤੁਹਾਨੂੰ ਮਿਲ ਕੇ ਐਕਚੁਅਲੀ ਆਪਾਂ ਕਾਫੀ ਦੇਰ ਬਾਅਦ ਮਿਲੇ ਆ ਮੈਨੂੰ ਯਾਦ ਹੈ ਜਦੋਂ ਮਿਸਿਸ ਪੰਜਾਬ ਦਾ ਹੋਇਆ ਸੀ ਤਾਂ ਤੁਸੀਂ ਮੇਰੇ ਜੱਜ ਬਣ ਕੇ ਆਏ ਸੀ ਯੈਸ ਦੈਟ ਵਾਸ ਅ ਮੈਮੋਰੇਬਲ ਮੂਮੈਂਟ ਮੈਨੂੰ ਯਾਦ ਹੈ ਤੇ ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਸੀਗੇ ਥੈਂਕ ਯੂ ਐਂਡ ਤੁਸੀਂ ਮੇਰੀ ਚੋਇਸ ਸੀਗੇ ਤੁਹਾਨੂੰ ਪਤਾ ਹੈ ਹਾਂਜੀ ਹਾਂ ਮੈਂ ਫਸਟ ਰਨਰ ਅਪ ਸੀ ਬਟ ਉਹ ਵੀ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਸੀਗੀ ਹਾਂਜੀ ਹਾਂਜੀ ਬਿਲਕੁਲ ਤੁਸੀਂ ਡਿਜ਼ਰਵ ਕਰਦੇ ਸੀਗੇ ਹਾਂਜੀ ਅੱਛਾ ਮਨੀ ਜੇ ਆਪਾਂ ਸਟਾਰਟ ਕਰੀਏ ਤਾਂ ਮੈਂ ਫੈਮਿਲੀ ਤੋਂ ਸਟਾਰਟ ਕਰੂੰਗੀ ਤੁਸੀਂ ਮੈਨੂੰ ਕੁਛ ਆਪਣੀ ਫੈਮਿਲੀ ਬਾਰੇ ਦੱਸੋ ਪਹਿਲਾਂ ਮੇਰੀ ਫੈਮਿਲੀ ਜੀ ਮੈਂ ਮੇਰੇ ਮਦਰ ਫਾਦਰ ਮੇਰੀ ਸਿਸਟਰਸ ਤੇ ਜੋ ਮੇਰੀ ਸਿਸਟਰ ਦੇ ਹਸਬੈਂਡਸ ਹੈ ਸਾਡੇ ਜੀਜਾ ਜੀ ਨਹੀਂ ਸਾਡੇ ਭਰਾ ਹੀ ਕਹੇ ਜਾਂਦੇ ਆ ਤੇ ਬਹੁਤ ਭੈਣਾਂ ਤੇ ਬਹੁਤ ਭਰਾ ਨੇ ਮੇਰੇ ਹਾਂਜੀ ਤੇ ਬਾਕੀ ਹੁਣੇ ਮੇਰੀ ਮੈਰਿਜ ਹੋਈ ਹੈ ਮੇਰੇ ਹਸਬੈਂਡ ਨੇ ਤੇ 5 ਸਾਡੇ ਬੱਚੇ ਨੇ ਜੀ ਬਿੱਲੀਆਂ ਹਾਂਜੀ ਬਿਲਕੁਲ ਉਹਨਾਂ ਦਾ ਜ਼ਿਕਰ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਵੀ ਚੀਜ਼ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੈ ਤਾਂ ਮੇਰੇ ਖਿਆਲ ਚ ਉਹਦਾ ਜ਼ਿਕਰ ਕਰਨਾ ਬਣਦਾ ਹੈ ਬਿਲਕੁਲ 2 ਮੁੰਡੇ ਤੇ 3 ਕੁੜੀਆਂ ਨੇ ਪਰਸ਼ੀਅਨ ਕੈਟਸ ਨੇ ਜੀ ਤੇ ਖਾਓਮੈਨੀ ਹੈ ਤੇ ਇੱਕ ਟਰਕਿਸ਼ ਕੈਟ ਹੈ ਜੀ ਹਾਂਜੀ ਤੇ ਇਹ ਮੇਰੀ ਫੈਮਿਲੀ ਹੈ ਜੀ ਗੁੱਡ ਤੇ ਮੈਂ ਸਟਾਰਟਿੰਗ ਇੱਥੋਂ ਵੀ ਕਰਨਾ ਚਾਹੂੰਗੀ ਕਿ ਜਿਹੜਾ ਤੁਸੀਂ 2005 ਦੇ ਵਿੱਚ 2005 ਦੇ ਵਿੱਚ ਜਿਹੜਾ ਨਾਰਥ ਇੰਡੀਆ ਦਾ ਜਿੱਤਿਆ ਸੀਗਾ ਤੁਸੀਂ ਨਾ ਮਿਸ ਨਾਰਥ ਇੰਡੀਆ ਦਾ ਹਾਂ ਉਹਦੇ ਬਾਰੇ ਮੈਨੂੰ ਕੁਝ ਦੱਸੋ ਉਹਦੇ ਬਾਰੇ ਜੀ ਇਹ ਹੈਗਾ ਕਿ ਪਹਿਲਾਂ ਤਾਂ ਤੁਹਾਨੂੰ ਜਿਵੇਂ ਕਿ ਪਤਾ ਹੋਏਗਾ ਕਿ ਮੈਂ ਇਸੇ ਲਾਈਨ ਤੋਂ ਆਉਂਦੀ ਹਾਂ ਮੇਰੀ ਫੈਮਿਲੀ ਬੈਕਗ੍ਰਾਉਂਡ ਹੀ ਐਕਟਰਸ ਦਾ ਠੀਕ ਹੈ ਜੀ ਬਟ ਲੇਕਿਨ ਮੈਨੂੰ ਲੈ ਕੇ ਥੋੜੇ ਜਿਹੇ ਘਰ ਦੇ ਕੌਨਸ਼ੀਅਸ ਸੀਗੇ ਕਿ ਪੜ੍ਹ ਲੈ ਤੇ ਉਹਨਾਂ ਨੇ ਮੈਨੂੰ USA ਵੀ ਭੇਜਿਆ ਮੈਂ ਉੱਥੋਂ ਵੀ ਭੱਜਿਆ ਹੀ ਕਿ ਐਕਚੁਅਲੀ ਮੈਂ ਮੇਰੇ ਡੈਡ ਬਿਨਾਂ ਨਹੀਂ ਰਹਿ ਸਕਦੀ ਸੀਗੀ ਮੈਨੂੰ ਮੇਰੇ ਡੈਡ ਚਾਹੀਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਔਰ ਛੋਟੇ ਹੁੰਦੇ ਤੋਂ ਨਾ ਮੈਂ ਮਾਧੁਰੀ ਦੀਕਸ਼ਿਤ ਬਣ ਕੇ ਛੋਟੀ ਜਿਹੀ ਸਕਰਟ ਪਾ ਕੇ ਫਿਰਦੇ ਰਹਿਣਾ ਤੇ ਮੇਰੇ ਬਹੁਤ ਕੁੱਟ ਵੀ ਪੈਂਦੀ ਹੁੰਦੀ ਸੀਗੀ ਤੇ ਉਸੇ ਦੌਰਾਨ ਮੈਨੂੰ ਨਾ ਐਂ ਲੱਗਿਆ ਕਿ ਵਾਈ ਨੋਟ ਟੂ ਸਟਾਰਟ ਸਮਥਿੰਗ ਕਿ ਜਿਹਦੇ ਨਾਲ ਇਹਨਾਂ ਨੂੰ ਲੱਗੇ ਕਿ ਮੈਨੂੰ ਇਸ ਲਾਈਨ ਦਾ ਕਰੇਜ਼ ਹੈ ਨਾ ਮੈਂ ਇਸ ਲਾਈਨ 'ਚ ਆਉਣਾ ਚਾਹੁੰਦੀ ਹਾਂ ਤੇ ਮੇਰੇ ਮਦਰ ਨੂੰ ਮੈਂ ਕਿਹਾ ਕਿ ਮੈਂ ਮਿਸ ਨਾਰਥ ਇੰਡੀਆ ਦਾ ਕਰਨਾ ਚਾਹੁੰਦੀ ਹਾਂ ਸ਼ੀ ਬਲੰਟਲੀ ਸੈਡ ਨੋ ਤੂੰ ਆਪਣੇ ਵੱਲ ਦੇਖ ਤੂੰ ਸੋਹਣੀ ਨਹੀਂ ਹੈ ਉੱਥੇ ਬੜੀ ਸੋਹਣੀਆਂ ਆਣੀਆਂ ਉਹ ਦੈਟ ਥਿੰਗ ਹਿੱਟ ਮੀ ਕਿ ਸ਼ਾਇਦ ਮੰਮੀ ਨੂੰ ਕੌਨਫੀਡੈਂਸ ਦੇਣ ਵਾਸਤੇ ਮੈਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਤਾਂ ਮਿਸ ਨਾਰਥ ਇੰਡੀਆ ਦਾ ਕੰਟੈਸਟ ਵਾਸਤੇ ਮੈਂ ਫਾਰਮਸ ਭਰੇ ਤੇ ਜੀ ਉਹ ਲੱਕੀਲੀ ਮੈਂ ਮਿਸ ਨਾਰਥ ਇੰਡੀਆ ਵੀ ਜਿੱਤੀ ਤੇ ਉਹਦੇ ਕਾਫੀ ਟਾਈਟਲਸ ਮੈਂ ਜਿੱਤੀ ਬਿਊਟੀਫੁਲ ਆਈਜ਼ ਜਿੱਤੀ ਬਿਊਟੀਫੁਲ ਹਾਈਟ ਬਿਊਟੀਫੁਲ ਵਾਕ ਬਿਊਟੀਫੁਲ ਸਮਾਈਲ ਤੇ ਮਤਲਬ ਮੈਨੂੰ ਬੈਕ ਟੂ ਬੈਕ ਉਹ ਜਦੋਂ ਅਵਾਰਡਸ ਮਿਲ ਰਹੇ ਸੀ ਤਾਂ ਮੈਨੂੰ ਪਤਾ ਮੈਂ ਰਾਤ ਦੇ 1:30 ਵਜੇ ਭੱਜ ਕੇ ਯੋਗ ਬਾਈ ਜੀ ਕੋਲ ਗਈ ਯੋਗਰਾ ਸਿੰਘ ਜੀ ਕੋਲ ਗਈ ਮੇਰੇ ਫਾਦਰ ਨੇ ਜੀ ਉਹ ਤੇ ਮੈਂ ਰਾਤ ਦੇ 1:30 ਵਜੇ ਜਾ ਕੇ ਕਿਉਂਕਿ ਹੀ ਵਾਸ ਦੀ ਓਨਲੀ ਪਰਸਨ ਜਿਹਨੇ ਕਿਹਾ ਸੀ ਜਾ ਤੇਰਾ ਜੋ ਦਿਲ ਕਰਦਾ ਕਰਕੇ ਆ ਔਰ ਜਿੱਤ ਕੇ ਆਈ ਸੋ ਇਹ ਸਫ਼ਰ ਐਵੇਂ ਸ਼ੁਰੂ ਹੋਇਆ ਸੀਗਾ ਮਿਸ ਨਾਰਥ ਇੰਡੀਆ ਦਾ ਵੈਸੇ ਮਾਡਲਿੰਗ ਲਾਈਨ 'ਚ ਜੀ ਉਸ ਤਰੀਕੇ ਕੋਈ ਇੰਟਰਸਟ ਨਹੀਂ ਹੈ ਬਟ ਇੱਕ ਸਟਾਰਟ ਰੱਖਣ ਲਈ ਉਹ ਵੀ ਰੱਬ ਨੇ ਸਾਥ ਦਿੱਤਾ ਤਾਂ ਮੈਂ ਜਿੱਤਿਆ ਹਾਂਜੀ
ਮਨੀ ਤੁਸੀਂ 6 ਭੈਣਾਂ ਹੋ ਹੈ ਨਾ, ਤੁਹਾਨੂੰ ਲੱਗਦਾ ਹੈ ਕਿ ਆਪਣੇ ਸਮਾਜ ਨੂੰ ਲੈ ਕੇ, ਜਿੱਦਾਂ ਕਿ ਆਪਣੇ ਕਹਿੰਦੇ ਆ ਕਿ ਇੱਕ ਬੇਟਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਦੇ ਤੁਹਾਡੇ ਪਰਿਵਾਰ ਨੂੰ ਜਾਂ ਤੁਹਾਨੂੰ ਇਹ ਕਮੀ ਮਹਿਸੂਸ ਹੋਈ ਸੀ, ਜਾਂ ਕੁਛ ਤੁਹਾਨੂੰ ਐਸੀ ਚੀਜ਼ ਦਾ ਸਾਹਮਣਾ ਕਦੇ ਕਰਨਾ ਪਿਆ? ਮੇਰੇ ਖਿਆਲ ਨਹੀਂ, ਕਿਉਂਕਿ ਇੱਕ ਵਾਰ ਮੈਂ ਮੰਮਾ ਨੂੰ ਕਿਹਾ, ਮੈਂ ਕਿਹਾ ਯਾਰ ਮੰਮਾ ਭਾਬੀ ਹੁੰਦੀ ਘਰ 'ਚ ਹੈ ਨਾ, ਇਹ ਉਹ ਕਹਿੰਦੇ ਮੇਰੀ ਤਾਂ ਬਣਨੀ ਨਹੀਂ ਸੀ। ਕਹਿੰਦੇ ਮੇਰਾ ਤਾਂ ਇੱਟ ਕੁੱਤੇ ਦਾ ਪੈਰ ਰਹਿਣਾ ਸੀ, ਕਹਿੰਦੇ ਮੈਂ ਤਾਂ ਤੁਹਾਨੂੰ ਨਹੀਂ ਬਖਸ਼ਦੀ। ਸੋ ਸ਼ੀ ਇਜ਼ ਵੈਰੀ ਹੈਪੀ ਕਿ ਕਿਉਂਕਿ ਅਸੀਂ ਮੁੰਡਿਆਂ ਵਾਂਗੂ ਹੀ ਰਹੇ ਹਾਂ ਜੀ। ਮੰਮੀ ਡੈਡੀ ਨੇ ਕਦੇ ਨਾ ਮੇਰੇ ਡੈਡੀ ਹਮੇਸ਼ਾ ਇੱਕੋ ਚੀਜ਼ ਕਹਿੰਦੇ ਸੀ, ਕਹਿੰਦੇ ਬੇਟੇ ਤੁਹਾਨੂੰ ਤੁਹਾਡੀ ਲਿਮਿਟਸ ਪਤਾ ਹੋਣੀ ਚਾਹੀਦੀਆਂ ਨੇ, ਅਤੇ ਤੁਸੀਂ ਲਾਈਫ 'ਚ ਕੁਛ ਵੀ ਕਰੋ, ਤੁਸੀਂ ਰੋਂਗ ਨਹੀਂ ਹੋ। ਜਿਸ ਦਿਨ ਤੁਸੀਂ ਆਪਣੀ ਲਿਮਿਟ ਕ੍ਰਾਸ ਕੀਤੀ ਉਹ ਗਲਤ ਹੈ। ਅਤੇ ਉਹ ਓਬਵੀਅਸਲੀ ਆਪਣੇ ਸਮਾਜ 'ਚ ਨਾ ਆਪਾਂ ਮੁੰਡੇ ਨੂੰ ਨਹੀਂ ਕਹਿੰਦੇ, ਕੁੜੀ ਨੂੰ ਭੱਜ ਕੇ ਸਮਝਾਉਂਦੇ ਹਾਂ। ਅਤੇ ਜੋ ਉਹਨਾਂ ਨੇ ਸਮਝਾਇਆ ਇੱਕ ਮੁੰਡਿਆਂ ਦੀ ਤਰ੍ਹਾਂ ਅਤੇ ਕੁੜੀਆਂ ਦੀ ਤਰ੍ਹਾਂ ਸਮਝਾਤਾ ਸੀ ਸਾਨੂੰ ਸ਼ੁਰੂ ਤੋਂ ਹੀ, ਅਤੇ ਅਸੀਂ ਕੋਸ਼ਿਸ਼ ਵੀ ਕੀਤੀ ਜੀ ਮੇਨਟੇਨ ਰੱਖਣ ਦੀ। ਹਾਂਜੀ। ਅੱਜ ਜਿੱਦਾਂ ਅੱਜ ਕੱਲ੍ਹ ਮਾਹੌਲ ਹੈਗਾ, ਅੱਜ ਕੱਲ੍ਹ ਹੀ ਨਹੀਂ ਮੈਂ ਕਹੂੰਗੀ, ਮੈਨੂੰ ਤਾਂ ਲੱਗਦਾ ਬਹੁਤ ਦੇਰ ਤੋਂ ਜਿੱਦਾਂ ਕੁੜੀਆਂ ਇੰਨੀਆਂ ਮੱਲਾਂ ਮਾਰ ਰਹੀਆਂ ਹਰ ਖੇਤਰ ਦੇ ਵਿੱਚ, ਹੈ ਨਾ, ਤਾਂ ਮੈਨੂੰ ਲੱਗਦਾ ਕਿ ਨਹੀਂ ਚਾਹੀਦਾ ਵੀ ਨਹੀਂ ਹੈ, ਬਟ ਕਿਤੇ ਨਾ ਕਿਤੇ ਕੁਛ ਲੋਕਾਂ ਦੀ ਮੈਂਟੈਲਿਟੀ ਹੁੰਦੀ ਹੈ, ਬਟ ਮੈਨੂੰ ਵੀ ਨਹੀਂ ਲੱਗਦਾ ਕਿ ਕੋਈ ਫਰਕ ਪੈਂਦਾ ਹੋਊਗਾ ਇਸ ਚੀਜ਼ ਦਾ। ਹਾਂਜੀ, ਬਹੁਤ ਹੈ ਇਹੋ ਜਿਹੇ ਏਰੀਆਜ਼ ਹੈਗੇ ਆ ਅੱਜ ਵੀ ਜਿੱਥੇ ਤੁਸੀਂ ਦੇਖੋਗੇ ਕਿ ਇਹ ਚੀਜ਼ ਅੱਜ ਵੀ ਕਾਇਮ ਹੈਗੀ ਹੈ। ਮਤਲਬ ਮੇਰੇ ਪਿੰਡ ਸਾਈਡ ਵੀ ਐਵੇਂ ਦੀ ਚੀਜ਼ਾਂ ਹੈਗੀਆਂ ਨੇ, ਬਟ ਲੇਕਿਨ ਅਗਰ ਅਸੀਂ ਹੋਰ ਇਹਨੂੰ ਬਰੋਡ ਉਸ 'ਤੇ ਜਾ ਕੇ ਦੇਖੀਏ ਤਾਂ ਇੰਨੇ ਓਪਨ ਮਾਈਂਡਡ ਹੋ ਚੁੱਕੇ ਨੇਗੇ ਕਿ ਕੁੜੀ ਮੁੰਡੇ ਦਾ ਫਰਕ ਨਹੀਂ ਕਰਦੇ। ਅੱਜ ਕੱਲ੍ਹ ਪਿਆਰ 'ਚ ਵੀ ਕਮੀ ਨਹੀਂ ਹੈ, ਕਿਸੇ ਚੀਜ਼ 'ਚ ਵੀ ਨਹੀਂ। ਬਟ ਲੇਕਿਨ ਜੋ ਸਾਡੇ ਟਾਈਮ 'ਤੇ ਸੀਗਾ, ਲਾਈਕ ਜਦੋਂ ਅਸੀਂ ਗਰੋ ਅਪ ਕਰ ਰਹੇ ਸੀਗੇ, ਤਦ ਮੈਂ ਮੇਰੇ ਫਰੈਂਡ ਸਰਕਲ 'ਚ ਬਹੁਤ ਦੇਖਿਆ। ਬਟ ਲੇਕਿਨ ਜਿਹੜੀ ਹੁਣ ਦੀ ਜਨਰੇਸ਼ਨ ਹੈ, ਦੇ ਆਰ ਵੈਰੀ ਲੱਕੀ, ਲਾਈਕ ਉੱਥੇ ਇਹੋ ਜਿਹੀ ਚੀਜ਼ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ, ਕਿਉਂਕਿ ਸ਼ਾਇਦ ਸਾਡੀ ਜਨਰੇਸ਼ਨ ਦੇ ਟਾਈਮ 'ਤੇ ਆਪਾਂ ਇਹ ਚੀਜ਼ਾਂ ਸਿੱਖ ਚੁੱਕੇ ਹਾਂ ਕਿ ਇਹ ਜਿਹਾ ਆਪਾਂ ਨਹੀਂ ਸੋਚ ਰੱਖਣੀ ਕਿ ਕੁੜੀ ਮੁੰਡੇ ਦੀ ਸੋਚ। ਮਨੀ, ਵੈਸੇ ਵੀ ਮੈਨੂੰ ਲੱਗਦਾ ਹੁੰਦਾ ਕਿ ਪ੍ਰਮਾਤਮਾ ਨੇ ਸਾਨੂੰ ਤੰਦਰੁਸਤੀ ਬਖਸ਼ੀ, ਬੇਟੀ ਹੋਵੇ ਬੇਟਾ ਹੋਵੇ, ਉਹ ਤੰਦਰੁਸਤ ਹੋਵੇ। ਇੱਕ ਵਾਰੀ ਮੈਂ ਬੇਟੇ ਦੀ ਗੱਲ ਦੱਸਦੀ, ਹੋ ਗਿਆ ਸੀ ਪ੍ਰਭ ਆਸਰਾ, ਸ਼ਾਇਦ ਇੱਥੇ ਆਪਣੇ ਆਸ-ਪਾਸ ਹੀ ਹੈ, ਉੱਥੇ ਜਿੱਦਾਂ ਮੈਂਟਲੀ ਅਪਸੈਟ ਲੋਕ ਹੁੰਦੇ ਆ, ਹੈਲਥ ਵਾਈਜ਼ ਜਿਹੜੇ ਹੈਂਡੀਕੈਪਡ ਜਾਂ ਕੁਛ ਇੱਦਾਂ, ਤਾਂ ਉਹਨਾਂ ਨੂੰ ਦੇਖ ਕੇ ਨਾ ਉਹ ਮੇਰੇ ਆ ਕੇ ਬੜਾ ਮਤਲਬ ਮੇਰੇ ਕੋਲ ਬੈਠ ਕੇ ਉਹਨੇ ਇਸ ਚੀਜ਼ ਨੂੰ ਡਿਸਕਸ ਕੀਤਾ ਕਿ ਮੰਮਾ ਆਪਣਾ ਕਿੰਨੇ ਲੱਕੀ ਆ ਕਿ ਆਪਾਂ ਨੂੰ ਪਰਮਾਤਮਾ ਨੇ ਤੰਦਰੁਸਤੀ ਬਖਸ਼ੀ ਹੈ। ਸੋ ਮੈਨੂੰ ਨਹੀਂ ਲੱਗਦਾ, ਮੈਂ ਵੀ ਇਹ ਚੀਜ਼ ਕਹਿਣਾ ਚਾਹੂੰਗੀ ਕਿ ਬੇਟੀ ਹੈ ਬੇਟਾ ਹੈ, ਪਰਮਾਤਮਾ ਤੰਦਰੁਸਤੀ ਬਖਸ਼ੇ ਔਰ ਉਹ ਤੰਦਰੁਸਤ ਹੋਵੇ। ਔਰ ਤੁਸੀਂ ਤਾਂ ਕਿੰਨੇ ਜ਼ਿਆਦਾ ਨਾਮ ਕਰ ਰਹੇ ਹੋ ਮੰਮਾ ਦਾ, ਪਾਪਾ ਦਾ। ਥੈਂਕ ਯੂ ਸੋ ਮਚ ਜੀ। ਮੈਂ ਤੁਹਾਨੂੰ ਇਸ ਚੀਜ਼ 'ਤੇ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਜਿਵੇਂ ਤੁਸੀਂ ਕਿਹਾ ਇਹ ਗੱਲ ਬਿਲਕੁਲ ਠੀਕ ਹੈ। ਮੇਰੇ ਮਦਰ ਨਾ ਹਮੇਸ਼ਾ ਇੱਕ ਚੀਜ਼ ਕਹਿੰਦੇ ਹੁੰਦੇ ਕਿ ਬੇਟੇ ਜੇ ਆਪਾਂ ਸੋਚਦੇ ਹਾਂ ਨਾ ਕਿ ਅਸੀਂ ਸਕੂਟਰ ਲੈਣਾ, ਤਾਂ ਰੱਬ ਸਾਨੂੰ ਸਕੂਟਰ ਦਊਗਾ। ਜੇ ਤੁਸੀਂ ਗੱਡੀ ਸੋਚੋਗੇ ਤਾਂ ਗੱਡੀ ਮਿਲੇਗੀ, ਫਲੈਟ ਸੋਚੋਗੇ ਤਾਂ ਫਲੈਟ, ਕੋਠੀ ਸੋਚੋਗੇ ਤਾਂ ਕੋਠੀ। ਉਹਨਾਂ ਨੇ ਹਮੇਸ਼ਾ ਨੇ ਇੱਕ ਚੀਜ਼ ਕਹੀ ਹੈ, ਕਹਿੰਦੇ ਆਪਾਂ ਆਪਣੇ ਹੱਥ ਪੈਰ ਚੱਲਦੇ ਆ ਨਾ। ਮੇਰੇ ਮੰਮਾ ਇੰਨੇ ਕੁ ਲਾਈਕ ਸ਼ੀ ਇਜ਼ ਸੋ ਫਾਸਟ, ਸ਼ੀ ਇਜ਼ ਸੋ ਸਮਾਰਟ, ਸ਼ੀ ਆਲਵੇਜ਼ ਸੈਡ ਕਿ ਮੈਨੂੰ ਕਿਸੇ ਦੀ ਲੋੜ ਨਹੀਂ, ਮੇਰੇ ਹੱਥ ਪੈਰ ਚੱਲਦੇ ਆ। ਤਾਂ ਉਹ ਚੀਜ਼ ਜਦੋਂ ਉਹ ਬੋਲਦੇ ਨੇ ਨਾ, ਤਾਂ ਆਪਣੇ ਅੰਦਰ ਆਉਂਦੀ ਹੈ ਕਿ ਸਾਡੀ ਉਮਰ ਤਾਂ ਕੁਛ ਵੀ ਨਹੀਂ ਹੈਗੀ, ਇਸ ਏਜ 'ਚ ਵੀ ਇਹ ਚੀਜ਼ ਬੋਲ ਰਹੇ ਨੇ ਆਪਾਂ ਨੂੰ, ਹੈ ਨਾ। ਅਤੇ ਜਿਵੇਂ ਤੁਸੀਂ ਮੈਂਟਲ ਲੈਵਲ ਦੀ ਗੱਲ ਕੀਤੀ ਹੈ, ਮੈਂ ਤੁਹਾਨੂੰ ਦੱਸਦੀ ਹਾਂ ਜੀ, ਮੈਂ ਤੁਹਾਨੂੰ ਬਿੱਲੀਆਂ ਦੀ ਗੱਲ ਕੀਤੀ ਹੈ। ਮੇਰਾ ਜੋ ਸਭ ਤੋਂ ਛੋਟਾ ਕੈਟ ਹੈ, ਉਹਦਾ ਨਾਮ ਬਹੁਤ ਕਾਮੇਡੀ ਰੱਖਿਆ ਹੋਇਆ, ਬਟ ਲੇਕਿਨ ਚਲੋ ਮੈਂ ਦੱਸਦੀ, ਉਹਦੀ ਹਸਕੀ ਆਈਜ਼ ਨੇਗੀਆਂ। ਅਤੇ ਜਿਵੇਂ ਆਪਣੇ ਬੰਦਿਆਂ 'ਚ ਕੁਛ ਅਬਨੋਰਮੈਲਿਟੀ ਹੁੰਦੀ ਹੈ ਨਾ, ਸਿੱਧੇ ਕਹਿੰਦੇ ਆਪਾਂ ਜਿਨ੍ਹਾਂ ਨੂੰ, ਹੈ ਨਾ, ਸਿੱਧੜ, ਉਹ ਹੈ ਅੱਛਾ ਕੈਟ ਦੇ ਵਿੱਚ। ਤੇ ਬਹੁਤ ਲੋਕਾਂ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਏ ਕਿ ਐਨੀਮਲਸ 'ਚ ਵੀ ਇਹ ਚੀਜ਼ ਹੁੰਦੀ ਹੈ। ਬਿਲਕੁਲ, ਇਵਨ ਮੈਂ ਫਸਟ ਟਾਈਮ ਤੁਹਾਡੇ ਤੋਂ ਸੁਣ ਰਹੀ ਹਾਂ। ਤੇ ਉਹ ਸਿੱਧਾ ਹੈ। ਤੇ ਮਤਲਬ ਉਹ ਜਦ ਦਾ ਮੇਰੀ ਲਾਈਫ 'ਚ ਆਇਆ, ਮਤਲਬ ਆਈ ਹੈਵ 5 ਕੈਟ। ਪਹਿਲਾਂ 4 ਤੋਂ ਬਾਅਦ ਅਸੀਂ ਹਮੇਸ਼ਾ ਸੋਚਦੇ ਸੀ ਕਿਊਟ ਆ ਕਿਊਟ, ਪਰ ਜਦ ਦਾ ਉਹ ਆਇਆ, ਉਹ ਸਿੱਧੜ ਬੱਚੇ ਨੇ ਮੇਰੀ ਜ਼ਿੰਦਗੀ ਚੇਂਜ ਕਰਤੀ। ਹੀ ਇਜ਼ ਸੋ ਲੱਕੀ ਫॉर ਅਸ। ਮੇਰੇ ਹਸਬੈਂਡ ਵੀ ਇਹੀ ਚੀਜ਼ ਕਹਿੰਦੇ ਕਿ ਅਸੀਂ ਬਹੁਤ ਲੱਕੀ ਹਾਂ ਜਦ ਦਾ ਇਹ ਸਾਡੀ ਲਾਈਫ 'ਚ ਆਇਆ। ਸੋ ਇਟਸ ਨੋਟ ਅਬਾਊਟ ਉਹ ਮੇਲ ਹੈ, ਮੁੰਡਾ ਹੈ, ਪਰ ਜੇ ਕੁੜੀ ਹੁੰਦੀ ਤਾਂ ਵੀ ਸਾਡੇ ਲਈ ਲੱਕੀ ਸੀਗੀ, ਯੂ ਨੋ। ਹਾਂਜੀ, ਉਹੀ ਨਾ ਕਿ ਇਹਦਾ ਮੇਲ ਫੀਮੇਲ ਦਾ ਹਾਂਜੀ ਹਜੇ ਕੁਝ ਨਹੀਂ। ਹਾਂਜੀ। ਮਨੀ, ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਇੰਡਸਟਰੀ ਦੇ ਵਿੱਚ, ਕਿੰਨੇ ਸਾਲ ਹੋ ਗਏ? ਮੈਨੂੰ ਜੀ 6 ਸਾਲ ਦੀ ਉਮਰ 'ਚ ਮੈਂ ਪਹਿਲੀ ਫਿਲਮ ਕੀਤੀ ਸੀ ਲਲਕਾਰੇ ਸ਼ੇਰਾਂ ਦੇ ਜੀ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਆਫਰ ਆਈ ਸੀ ਜੱਟ ਪੰਜਾਬ ਦਾ, ਬਟ ਉਹ ਮੇਰੇ ਵੱਡੇ ਸਿਸਟਰ ਨੇਗੇ,
ਪੁਸ਼ਪਿੰਦਰ ਉਹਨਾਂ ਨੇ ਕੀਤੀ ਸੀਗੀ। ਤੇ ਉਸ ਤੋਂ ਬਾਅਦ ਤਾਂ ਜਰਨੀ ਉਵੇਂ ਮੈਂ ਤੁਹਾਨੂੰ ਕਹਾਂ ਕਿ ਥੀਏਟਰ ਮੈਂ ਦੀਦੀ ਉਹਨਾਂ ਨਾਲ ਸ਼ੁਰੂ ਤੋਂ ਕਰਦੀ ਹਾਂ। ਟੈਗੋਰ ਥੀਏਟਰ 'ਚ ਅਸੀਂ ਬਹੁਤ ਸ਼ੋਜ਼ ਕੀਤੇ ਨੇਗੇ, ਜਿਵੇਂ ਬੁੱਟਾ ਸਿੰਘ ਜਨਮ ਦੀਦੀ ਉਹਨੇ ਕਰਦੇ ਹੁੰਦੇ, ਦੀਦੀ ਉਹਨਾਂ ਨੇ ਅਬਰੋਡ ਬਹੁਤ ਸ਼ੋਜ਼ ਕੀਤੇ ਨੇ। ਔਰ ਮੈਂ ਤੁਹਾਨੂੰ ਦੱਸ ਵੀ ਦੇਵਾਂ, ਦੀਦੀ ਉਹਨਾਂ ਦਾ ਮਤਲਬ ਮੇਰਾ ਨੀਨਾ ਸਿੱਧੂ ਜੀ ਮੇਰੇ ਵੱਡੇ ਸਿਸਟਰ, ਤੇ ਉਹਨਾਂ ਤੋਂ ਛੋਟੇ ਸਿਸਟਰ ਸੁਖੀ, ਉਹ ਦੇ ਬੋਥ ਵਰ ਵੈਰੀ ਫੇਮਸ ਇਨ ਥੀਏਟਰ। ਟੈਗੋਰ ਥੀਏਟਰ ਦੇ ਮੇਨ ਹੈੱਡ ਚਾਹੁੰਦੇ ਸੀ ਸੁਖੀ ਦੀਦੀ ਮੇਰੇ, ਉਹਨਾਂ ਨੂੰ ਸਿਮਰਨ ਦੇ ਨਾਮ ਤੋਂ ਜਾਣਦੇ ਨੇ ਸਾਰੇ। ਤੇ ਉਹਨਾਂ ਦੇ ਨਾਲ ਮੈਂ ਥੀਏਟਰ ਬਹੁਤ ਕੀਤਾ ਜੀ ਛੋਟੇ ਹੁੰਦੇ ਤੋਂ ਹੀ। ਤੇ ਮੇਰੇ ਫਰਸਟ ਥੀਏਟਰ ਐਕਸਪੀਰੀਅੰਸ 'ਚ ਇਹ ਸੀਗਾ ਕਿ ਮੈਂ ਸਕੇਟਸ 'ਤੇ ਕੀਤਾ ਸੀਗਾ ਆਪਣਾ ਗਾਣਾ, ਜਿੱਥੋਂ ਮੈਂ ਫਰਸਟ ਸਿਲੈਕਟ ਹੋਈ ਸੀ ਕਿ ਦਾਰਾ ਸਿੰਘ ਜੀ ਦੇ ਉਹਦੇ ਵਾਸਤੇ, ਸੀਰੀਅਲ ਵਾਸਤੇ। ਚਾਈਲਡ ਉਹ 5-6 ਬੱਚਿਆਂ ਦਾ ਸੀਰੀਅਲ ਸੀਗਾ, ਤੇ ਉਹ ਦੈਟ ਵਾਜ਼ ਮਾਈ ਫਰਸਟ ਪ੍ਰੋਜੈਕਟ ਤੇ ਸੀਰੀਅਲ ਇੰਡਸਟਰੀ ਦੇ ਵਿੱਚ। ਤੇ ਉਸ ਤੋਂ ਬਾਅਦ ਜਰਨੀ ਚੱਲਦੀ ਰਹੀ। ਫਿਰ ਇੱਕ ਸਟਾਪ ਆ ਗਿਆ, ਮੈਂ USA ਚਲੀ ਗਈ। ਮੰਮਾ ਉਹਨਾਂ ਨੇ ਮੈਨੂੰ ਪੜ੍ਹਨ ਭੇਜਤਾ, ਮੈਂ ਉੱਥੋਂ ਵਾਪਸ ਆ ਗਈ ਮੈਂ ਤੁਹਾਨੂੰ ਦੱਸਿਆ ਡਾਈਟ ਕਰਕੇ। ਤੇ ਉਹ ਚਾਹੁੰਦੇ ਸੀ, ਕੋਈ ਚਾਹੁੰਦਾ ਸੀ ਮੈਂ IAS ਕਰਾਂ, ਕੋਈ ਚਾਹੁੰਦਾ ਸੀ ਮੈਂ ਡਾਕਟਰੇਟ ਕਰਾਂ। ਤੇ ਮੈਂ ਵਾਪਸ ਆ ਕੇ ਫਿਰ ਉਹ ਮਿਸ ਨਾਰਥ ਇੰਡੀਆ ਦਾ ਜਦੋਂ ਕੀਤਾ, ਉਸ ਤੋਂ ਬਾਅਦ ਉਹ ਮੇਰੇ ਲਈ ਇੱਕ ਨਾ, ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਨਹੀਂ ਕਹੂੰਗੀ ਕਿ ਉਹ ਦੈਟ ਵਾਜ਼ ਨਾਟ ਮਾਈ ਫੀਲਡ, ਮਤਲਬ ਮਾਡਲਿੰਗ ਨੂੰ ਲੈ ਕੇ। ਉਹ ਰਾਤ ਨੂੰ ਸ਼ੋਅ ਹੋਇਆ, ਨੈਕਸਟ ਡੇ ਆਈ ਵਾਜ਼ ਆਲ ਓਵਰ ਨਿਊਜ਼ਪੇਪਰਸ। ਮਤਲਬ ਮੈਂ ਕਹਿੰਦੀ ਹਾਂ ਲੋਕ ਤਰਸਦੇ ਹੋਣਗੇ, ਇੱਕ ਫੋਟੋ ਪਿੱਛੇ ਨਿਊਜ਼ਪੇਪਰ ਦੇ ਮੈਂ ਹੈਡਲਾਈਨਸ 'ਚ ਸੀਗੀ। ਤੇ ਮੈਨੂੰ ਖੁਦ ਨੂੰ ਨਹੀਂ ਯਕੀਨ ਹੁੰਦਾ ਕਿ ਐਵੇਂ ਵੀ ਹੁੰਦਾ, ਰਾਤੋਂ ਰਾਤ ਕਰਿਸ਼ਮੇ ਹੁੰਦੇ ਨੇਗੇ। ਤੇ ਬਸ ਜੀ ਉਹ ਪ੍ਰੋਜੈਕਟ ਤੋਂ ਬਾਅਦ ਫਿਰ ਮੈਂ ਬ੍ਰਾਂਡ ਐਂਬੈਸਡਰ ਬਣੀ, ਕਲਾ ਨਿਕੇਤਨ, ਰੂਪ ਮਿਲਨ, ਫਿਰ ਅਮਰ ਸੰਜ਼ੈ ਸੈਕਟਰ 17, ਤੇ ਉਹ ਕੀਤੇ ਹੈ ਨਾ। ਤੇ ਫਿਰ ਐਵੇਂ ਜਰਨੀ ਚੱਲਦੀ ਰਹੀ। ਫਿਰ ਮੈਨੂੰ ਸੌਂਗਸ ਆਫਰ ਹੋਣ ਲੱਗ ਗਏ, ਮੈਂ ਸੌਂਗਸ ਵੀ ਬਹੁਤ ਕੀਤੇ। ਫਿਰ ਮੈਂ ਜਦ ਸੌਂਗਸ ਕਰ ਰਹੀ ਸੀ, ਮੈਨੂੰ ਨਾ ਵਿੱਚ ਜੇ ਇੱਕ ਚੀਜ਼ ਆਈ, ਮੈਂ ਕਿਹਾ ਐਕਟਿੰਗ ਨਹੀਂ ਦਿਖ ਰਹੀ, ਆਈ ਐਮ ਪਲੇਇੰਗ ਮਾਡਲ, ਬਟ ਮੈਂ ਇੱਕ ਐਕਟਰ ਹਾਂ, ਮੇਰੇ ਅੰਦਰ ਹਮੇਸ਼ਾ ਸੀ। ਫਿਰ ਮੈਂ ਭੱਜ ਗਈ ਬੰਬੇ। ਤੇ ਮੈਂ ਭੱਜ ਗਈ ਮਤਲਬ ਉਵੇਂ ਨਹੀਂ ਭੱਜੀ, ਮਤਲਬ ਕੰਮ ਨਹੀਂ ਲੈ ਕੇ ਮੈਂ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮਾ ਮੈਂ ਕੋਰਸ ਕਰਨਾ, ਮੈਂ ਕਿਹਾ ਮੈਨੂੰ ਕੁਛ ਨਾ ਕੁਛ ਐਂ ਲੱਗਦਾ ਆਈ ਨੀਡ ਟੂ ਪੋਲਿਸ਼ ਮਾਈ ਸੈਲਫ ਇਨ ਐਕਟਿੰਗ। ਕਹਿੰਦੇ ਐਕਟਿੰਗ ਅੰਦਰ ਹੁੰਦੀ ਹੈ, ਜਿਵੇਂ ਸਾਰੇ ਵੱਡੇ ਦੀਦੀ ਉਹਨੇ, ਯੋਗ ਬਾਈ ਜੀ ਉਹਨੇ ਕਹਿੰਦੇ ਸੀ। ਮੈਂ ਕਹਿੰਦੀ ਸੀ ਨਹੀਂ, ਬਟ ਟੈਕਨੀਕਲੀ ਮੈਂ ਸਿੱਖਣਾ ਚਾਹੁੰਦੀ ਹਾਂ, ਹੈ ਨਾ, ਠੀਕ ਹੈ, ਉਹ ਸਾਰੀ ਚੀਜ਼ਾਂ ਹੈਗੀਆਂ। ਫਿਰ ਜੀ ਮੈਂ ਕ੍ਰੀਏਟਿੰਗ ਕੈਰੈਕਟਰਸ ਤੋਂ ਪਾਸ ਆਊਟ ਹਾਂ, ਜਿੱਥੋਂ ਅਨੁਸ਼ਕਾ ਸ਼ਰਮਾ ਜੀ ਤੇ ਕਾਫੀ ਅੱਛੇ ਐਕਟਰਸ, ਜੈਕੀ ਸ਼ਰੋਫ ਜੀ ਦੇ ਬੇਟੇ ਟਾਈਗਰ ਸ਼ਰੋਫ, ਤੇ ਖੁਦ ਅਮਰ ਸਰ, ਹੈ ਨਾ। ਤੇ ਉੱਥੇ ਸਾਰੇ ਬਹੁਤ ਨੋਨ ਉਹ ਨੇਗੇ ਜਿੱਥੋਂ ਮੈਂ ਪਾਸ ਆਊਟ ਹੋਈ ਹਾਂ। ਫਿਰ ਮੈਨੂੰ ਮੇਕਅਪ ਦਾ ਬਹੁਤ ਸ਼ੌਂਕ ਸੀ, ਫਿਰ ਮੈਂ FTI ਪੂਨੇ ਤੋਂ ਸਪੈਸ਼ਲ ਸਰ ਤੋਂ ਕਲਾਸਿਸ ਲਿੱਤੀਆਂ। ਫਿਰ ਜਦੋਂ ਮੈਂ ਉੱਥੇ ਬੰਬੇ ਵਿੱਚ ਜਾ ਕੇ ਆਡੀਸ਼ਨ ਦਿੱਤਾ ਤਾਂ ਆਈ ਗੋਟ ਸਿਲੈਕਟਡ ਫॉर CID। ਅੱਛਾ, ਉਹਨਾਂ 'ਚੋਂ ਇੱਕ ਕੋਪ ਜਿਹੜੀ ਕੁੜੀ ਕਰਦੀ ਹੈ, ਮੇਰੀ ਹਾਈਟ ਵਗੈਰਾ ਦੇਖ ਕੇ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਸੀ। ਉਹਦੇ ਨਾਲ ਨਾਲ ਹੀ ਮੈਨੂੰ ਆਫਰ ਆ ਗਈ ਸੀ ਇੱਥੋਂ ਦੀ ਜੈਟਸ ਇਨ ਮੂਡ, ਰਾਜ ਬਰਾੜ ਜੀ ਦੇ ਨਾਲ, ਠੀਕ ਹੈ ਜੀ। ਤੇ ਮੈਂ ਉਸ ਸਮੇਂ ਥੀਏਟਰ ਕਰ ਰਹੀ ਸੀ ਨਾਦਿਰਾ ਬੱਬਰ ਜੀ ਦਾ। ਤੇ ਮੈਨੂੰ ਉਹਨਾਂ ਨੇ ਇੱਕੋ ਚੀਜ਼ ਕੀ ਕਹਿੰਦੇ, ਮਨੀ ਯੂ ਡੂ ਮੂਵੀ, ਡੋਂਟ ਡੂ ਸੀਰੀਅਲ। ਮੈਂ ਕਿਹਾ ਜੀ ਰੀਜ਼ਨ, ਮੈਂ ਕਿਹਾ ਇੱਧਰ ਬਹੁਤ ਅੱਛਾ। ਉਹ ਕਹਿੰਦੇ ਹਿੱਟ ਹੋਵੇ ਫਲੋਪ ਹੋਵੇ, ਯੂ ਵਿਲ ਗੈਟ ਵਟ ਯੂ ਵਾਂਟ। ਤੂੰ ਐਕਟਰੈਸ ਬਣਨਾ ਚਾਹੁੰਦੀ ਹੈ ਨਾ, ਯੂ ਵਿਲ ਬੀ ਐਕਟਰੈਸ, ਹਿੱਟ ਫਲੋਪ ਨੂੰ ਨਹੀਂ ਦੇਖਣਾ। ਤੇ ਮੈਂ ਫਿਰ ਇੱਧਰ ਆਈ, ਸੁਖਜਿੰਦਰ ਸ਼ੇਰਾ ਜੀ ਨੂੰ ਮਿਲੀ, ਹੈ ਨਾ। ਤੇ ਉਹਨਾਂ ਨਾਲ ਵੀ ਫੈਮਿਲੀ ਰਿਲੇਸ਼ਨਸ਼ਿਪ ਸੀਗੇ, ਮਤਲਬ ਉਹਨਾਂ ਨੂੰ ਨਹੀਂ ਪਤਾ ਸੀ ਮੈਂ ਮਨੀ, ਮਤਲਬ ਮੈਂ ਵੀ ਐਕਟਿੰਗ ਕਰਨ ਆ ਗਈ। ਨੀਨਾ ਦੀ ਉਹਨਾਂ ਨੇ ਬਹੁਤ ਕੰਮ ਕੀਤਾ। ਬਸ ਫਿਰ ਉਸ ਤੋਂ ਬਾਅਦ ਜਰਨੀ ਸਟਾਰਟਡ। ਫਿਰ ਮਿਸਟਰ ਮਿਸ 420, ਜੁਗਨੀ, ਬੈਕ ਟੂ ਬੈਕ ਮੈਂ ਕਾਫੀ ਕੰਮ ਕੀਤਾ ਜੀ। ਸੌਂਗਸ ਕਾਫੀ ਕੀਤੇ, ਮੰਡੀਆਂ 'ਚ ਜੱਟ ਰੁਲਦਾ, ਕਿੱਥੋਂ ਲੈਦਾ ਤੈਨੂੰ ਚੁੰਨੀ ਚੀਨ ਮੀਂਦੀ, ਤੇਰੇ ਦਿਲ ਨਹੀਂ ਉਹ ਲੱਗਦਾ, ਕਾਫੀ ਅੱਛੇ ਸੌਂਗਸ ਮੇਰੇ ਗਏ, ਹੈ ਨਾ। ਲਖਵਿੰਦਰ ਵਡਾਲੀ ਜੀ ਦਾ ਮਸਤ ਬਣਾ ਲਿਆ। ਸੋ ਆਫਟਰ ਦੈਟ ਬਸ ਫਿਰ ਮੂਵੀਜ਼ ਚੱਲਦੀਆਂ ਰਹੀਆਂ, ਇਹ ਕਰਦੇ ਰਹੇ। ਮੈਨੂੰ ਇਹ ਵੀ ਪਤਾ ਲੱਗਿਆ ਸੀ ਤੁਹਾਨੂੰ ਨੈਗੇਟਿਵ ਰੋਲ ਕਰਨੇ ਬੜੇ ਪਸੰਦ ਆ। ਹਾਂਜੀ, ਫਿਰ ਜਦੋਂ ਮੈਂ ਜਦੋਂ ਇੱਥੇ ਸਾਵੀ ਮੂਵੀ ਦਾ ਸ਼ੂਟ ਚੱਲ ਰਿਹਾ ਸੀ, ਉਹਦੇ ਵਿੱਚ ਹੀ ਮੈਨੂੰ ਕਾਲ ਆ ਗਿਆ ਸੀ ਏਕਤਾ ਕਪੂਰ ਪ੍ਰੋਡਕਸ਼ਨ ਤੋਂ, ਬੰਬੇ ਤੋਂ। ਤੇ ਮੈਨੂੰ ਉੱਥੋਂ ਕਾਲ ਆਇਆ ਤਾਂ ਉਹਨਾਂ ਨੇ ਕਿਹਾ ਕਿ ਯੂ ਗੋਟ ਸਿਲੈਕਟਡ ਫॉर ਆਰ ਸੀਰੀਅਲ ਕਲਸ਼। ਤੇ ਮੈਂ ਉਹਨਾਂ ਨੂੰ ਪੁੱਛਿਆ ਜੀ ਕੀ ਰੋਲ ਹੈ, ਕਹਿੰਦੇ ਅਸੀਂ ਤੁਹਾਨੂੰ ਨੈਗੇਟਿਵ ਲੀਡ ਕਰ ਰਹੇ ਹਾਂ ਸਿਲੈਕਟ।
ਤੇ ਫਿਰ ਮੈਂ ਗਈ, ਮੈਂ ਉਹ ਸਾਈਨ ਕੀਤਾ ਤੇ ਮੈਂ 279 ਐਪੀਸੋਡਸ ਕੀਤੇ। ਓਹ ਅੱਛਾ। ਹਾਂਜੀ, ਕਲਸ਼ ਲਾਈਫ ਓਕੇ ਤੇ ਆਂਦਾ ਸੀਗਾ। ਹਾਂਜੀ, ਉਹ ਨੈਗੇਟਿਵ ਲੀਡ ਸੀਗਾ। ਉਹ ਵੀ ਰੀਝ ਹਾਂਜੀ। ਪੂਰੀ ਹੋ ਗਈ। ਉਹ ਵੀ ਉਸ ਐਕਚੁਅਲੀ ਉਹ ਰੀਚ ਪੂਰੀ ਹੋਣ ਤੋਂ ਪਹਿਲਾਂ ਮੇਰੀ ਰੀਚ ਇਹ ਪੂਰੀ ਜੁਗਨੀ ਮੂਵੀ 'ਚ ਹੋ ਗਈ ਸੀਗੀ। ਜੁਗਨੀ ਮੂਵੀ ਨਾ ਹਜੇ ਤੱਕ ਨਾ ਲਾਂਚ ਨਹੀਂ ਹੋਈ, ਮਤਲਬ ਓਕੇ। ਰਿਲੀਜ਼ ਨਹੀਂ ਹੋਈ। ਉਹ ਮੂਵੀ ਮੈਂ ਉਸ ਦੌਰਾਨ ਕੀਤੀ ਸੀ ਜਦੋਂ ਅੰਗਰੇਜ਼ ਵਗੈਰਾ ਮੂਵੀਆਂ ਆਈਆਂ ਨੇ ਨਾ। ਐਕਚੁਅਲੀ ਉਹ ਸਾਡੀ ਫਰਸਟ ਮੂਵੀ ਸੀ ਜਿਹੜੀ ਅਸੀਂ ਰਾਜਸਥਾਨ ਜਾ ਕੇ ਸ਼ੂਟ ਕੀਤੀ। ਉਹ 'ਚ ਮੈਂ ਸਪਲਿਟ ਪਰਸਨੈਲਿਟੀ ਪਲੇ ਕੀਤਾ, ਜੋ ਕਿ ਪੰਜਾਬ 'ਚ ਅੱਜ ਤੱਕ ਕਿਸੇ ਨੇ ਪਲੇ ਨਹੀਂ ਕੀਤਾ। ਸਪਲਿਟ ਪਰਸਨੈਲਿਟੀ ਪਲੇ ਕੀਤਾ ਸੀ, ਉਹ ਇੱਕ ਚੀਜ਼ ਸੀਗੀ। ਉਸ ਤੋਂ ਬਾਅਦ ਫਿਰ ਸਾਵੀ ਵੀ ਕੀਤੀ, ਸਾਵੀ ਨੂੰ ਵੀ ਅਵਾਰਡ ਮਿਲਿਆ। ਫਿਰ ਮੈਂ ਹਿਜਰਤ ਕੀਤੀ, ਹਿਜਰਤ 32 ਅਵਾਰਡਸ ਵਾਸਤੇ ਸਿਲੈਕਟ ਹੋਈ ਐਂਡ ਆਈ ਗॉट ਬੈਸਟ ਐਕਟਰੈਸ ਅਵਾਰਡ 5 ਔਰ ਇੰਟਰਨੈਸ਼ਨਲੀ। ਹਾਂਜੀ, ਬਸ ਫਿਰ ਉਸ ਤੋਂ ਬਾਅਦ ਬ੍ਰੇਕ ਲੈ ਲਿਆ। ਮਨੀ, ਜਦੋਂ ਤੁਸੀਂ ਮੁੰਬਈ ਚਲੇ ਗਏ, ਇੱਥੋਂ ਮਤਲਬ ਮੂਵੀਜ਼ ਕਾਫੀ ਕੀਤੀਆਂ ਹੋਈਆਂ ਸੀ ਤੁਸੀਂ ਉਦੋਂ ਵੀ, ਤੇ ਜਿਹੜਾ ਤੁਹਾਡਾ ਤੁਸੀਂ ਮੁੰਬਈ ਗਏ ਜਦੋਂ, ਤੇ ਤੁਹਾਨੂੰ ਨਹੀਂ ਲੱਗਦਾ ਕਿ ਉਸ ਗੈਪ ਨੇ ਤੁਹਾਨੂੰ ਇੱਥੇ ਪੰਜਾਬੀ ਇੰਡਸਟਰੀ 'ਚ ਕਾਫੀ ਲਾਸ ਹੋਇਆ? ਉਸ ਉਹ ਟਾਈਮ ਸੀ ਜਿਹੜਾ ਤੁਸੀਂ ਉੱਥੇ ਮੁੰਬਈ ਦਿੱਤਾ ਤਾਂ? ਬਿਲਕੁਲ ਜੀ, ਇਹ ਨਾ ਆਪਾਂ ਉਸ ਸਮੇਂ ਨਹੀਂ ਸੋਚਦੇ ਹੈਗੇ ਕਿ ਅਸੀਂ ਕੀ ਖੋ ਰਹੇ ਹਾਂ ਕੀ ਨਹੀਂ। ਜਦੋਂ ਸਾਡੇ ਕੋਲ ਵਰਕ ਹੁੰਦਾ ਨਾ ਵੀ, ਕਿਉਂਕਿ ਚਾਹ ਵਰਕ ਦਾ, ਮੈਨੂੰ ਫੇਮ ਦਾ ਚਾਹ ਨਹੀਂ ਰਿਹਾ। ਮੈਂ ਸੋਸ਼ਲੀ ਕੀੜਾ ਨਹੀਂ ਹੈਗੀ, ਮੈਂ ਸੋਸ਼ਲ ਤੇ ਬਹੁਤ ਤੁਹਾਨੂੰ ਘੱਟ ਦਿਖੂੰਗੀ। ਮੇਰੇ ਆਪਣੀ ਰੂਹ ਦੀ ਖੁਰਾਕ ਪੂਰੀ ਕਰਦੀ ਹਾਂ, ਉਹ ਇੱਕ ਮੇਨ ਰੀਜ਼ਨ ਹੈ। ਯੈਸ, ਇਹ ਮੈਂ ਤੁਹਾਨੂੰ ਕਹੂੰਗੀ, ਮੈਂ ਇਹ ਵੀ ਤੁਹਾਨੂੰ ਨਾਲ ਕਹੂੰਗੀ ਕਿ ਮੈਂ ਸੀਰੀਅਲ ਇੰਡਸਟਰੀ ਤੋਂ ਇੱਕ ਚੀਜ਼ ਬਹੁਤ ਸੋਹਣੀ ਸਿੱਖੀ ਹੈ ਕਿ ਦੈਟ ਯੂ ਹੈਵ ਟੂ ਬੀ ਸਪੋਂਟੇਨੀਅਸ। ਮੈਨੂੰ ਉਹਨੇ ਸਪੋਂਟੇਨੀਅਸ ਐਕਟਰੈਸ ਬਣਾਇਆ ਸੀਰੀਅਲ ਨੇ। ਤੇ ਗੈਪ ਦੀ ਗੱਲ ਕਰਾਂ ਤਾਂ ਯੈਸ, ਪੰਜਾਬ ਤੋਂ ਮੈਨੂੰ ਬਹੁਤ ਅੱਛੇ ਆਫਰ ਸੀਗੇ। ਪੀਪਲ ਕੈਨ ਡਿਨਾਈ ਦਿਸ ਬਟ ਯੈਸ, ਸ਼ਾਇਦ ਉਹ ਜੋ ਪੱਕੋ ਦਾ ਰੋਲ ਕੁੜੀ ਕਰ ਰਹੀ ਹੈ ਉਹ ਮੈਨੂੰ ਆਫਰ ਹੋਇਆ ਸੀ ਜੀ ਬੰਬੂ ਕਾਟ ਲਈ। ਹਾਂਜੀ, ਨਹੀਂ ਹੈ ਤਾਂ ਸਹੀ ਕੁਝ, ਕਿਉਂਕਿ ਤੁਸੀਂ ਨਾ ਵਿੱਚੋਂ ਕਾਫੀ ਦੇਰ ਗਾਇਬ ਰਹੇ ਜਿੱਦਾਂ। ਹਾਂਜੀ, ਉਹ ਨਾਟ ਦਿਸ ਰੀਜ਼ਨ, ਉਹ ਡਿਫਰੈਂਟ ਰੀਜ਼ਨ ਰਿਹਾ ਹੈ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ USA ਤੋਂ ਭੱਜੇ ਆਈ ਹੈ ਨਾ ਮੇਰੇ ਡੈਡ ਕਰਕੇ, ਕਿਉਂਕਿ ਮੈਂ ਡੈਡ ਤੋਂ ਬਿਨਾਂ ਨਹੀਂ ਰਹਿ ਸਕਦੀ ਸੀ ਜੀ ਮੇਰੇ। ਮੈਂ ਹਜੇ ਫਿਰ ਵੀ ਮਦਰ ਦੇ ਨਾਲ ਥੋੜਾ ਜਿਹਾ ਮੇਰਾ ਹੋ ਜਾਂਦਾ ਕਿ ਠੀਕ ਹੈ, ਸ਼ੀ ਇਜ਼ ਓਕੇ, ਸ਼ੀ ਇਜ਼ ਫਾਈਨ। ਮੇਰੇ ਡੈਡ ਬਿਨਾਂ ਨਾ ਉਹ ਮੇਰੇ ਬਿਨਾਂ ਰਹਿ ਸਕਦੇ ਸੀ। ਮੇਰੇ ਡੈਡ ਪੂਰੇ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਮੈਂ ਬਹੁਤ ਅੱਛੇ ਖਾਸੇ ਡਿਪਰੈਸ਼ਨ 'ਚ ਚਲੀ ਗਈ ਸੀਗੀ। ਹਾਂਜੀ, ਤੇ ਮੈਨੂੰ ਕੁਝ ਵੀ ਅੱਛਾ ਨਹੀਂ ਲੱਗਦਾ ਸੀ ਜੀ। ਉਹੀ ਨਾ, ਕਿਉਂਕਿ ਜਿਹੜੇ ਆਮ ਲੋਕ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ, ਪਤਾ ਨਹੀਂ ਕੀ ਸੋਚਦੇ ਆ ਕਿ ਬਸ ਹੁਣ ਖਤਮ ਹੋ ਗਿਆ ਕੈਰੀਅਰ ਉਹ, ਬਟ ਪਤਾ ਨਹੀਂ ਤੁਸੀਂ ਕਿਸ ਚੀਜ਼ 'ਚੋਂ ਸਫਰ ਕਰ ਰਹੇ ਹੁੰਦੇ ਹੋ। ਬਿਲਕੁਲ ਬਿਲਕੁਲ, ਹਾਂਜੀ। ਤੇ ਉਹ ਮੇਰੇ ਲਈ ਦੁਨੀਆ ਦਾ ਸਭ ਤੋਂ ਵੱਡਾ ਲਾਸ ਹੈ, ਰਹੇਗਾ ਆਈ ਥਿੰਕ। ਯੈਸ, ਕੋਪ ਅਪ ਕੀਤਾ, ਹੈਲਪ ਕੀਤੀ ਹੈ ਮੇਰੇ ਹਸਬੈਂਡ ਨੇ ਮੈਨੂੰ ਉਸ ਚੀਜ਼ ਤੋਂ ਬਾਹਰ ਕੱਢਣ ਦੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਟਾਈਗਰ ਸਿੰਘ, ਮੇਰੀ ਮੈਰਿਜ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਸਾਂਭ ਲਿਆ ਮੈਨੂੰ, ਕਿਉਂਕਿ ਘਰਦਿਆਂ ਨੇ ਕਿਹਾ ਕਹਿੰਦੇ ਡਿਪਰੈਸ਼ਨ 'ਚ ਬਹੁਤ ਜ਼ਿਆਦਾ ਜਾ ਰਹੀ ਹੈ। ਤੁਸੀਂ ਬਿਲੀਵ ਕਰੋਗੇ, ਡਿਪਰੈਸ਼ਨ ਇੱਕ ਚੀਜ਼ ਇਹ ਨਹੀਂ ਹੁੰਦੀ ਕਿ ਤੁਸੀਂ ਕਿਸੇ ਨੂੰ ਸ਼ੋਅ ਕਰ ਰਹੇ ਹੋ, ਆਪਣੇ ਆਪ ਹੀ ਤੁਸੀਂ ਰੋਈ ਜਾਂਦੇ ਹੋ, ਤੁਹਾਡਾ ਫੈਟ ਵੱਧ ਜਾਂਦਾ, ਤੁਹਾਨੂੰ ਕੋਈ ਚੀਜ਼ਾਂ ਅੱਛੀ ਨਹੀਂ ਲੱਗਦੀਆਂ ਤੇ ਉਹ ਦੂਜੇ ਨੂੰ ਇਰੀਟੇਟਿੰਗ ਲੱਗਦੀਆਂ ਨੇ ਉਸ ਸਮੇਂ, ਤਾਂ ਤੁਹਾਨੂੰ ਉਸ ਸਮੇਂ ਐਂ ਲੱਗਦਾ ਕਿ ਬੈਟਰ ਹੈ ਲੋਕਾਂ ਨੂੰ ਇਗਨੋਰ ਕਰ ਦਿਓ, ਕਿਉਂਕਿ ਉਹ ਨਹੀਂ ਅੰਡਰਸਟੈਂਡ ਕਰ ਰਹੇ ਹੁੰਦੇ। ਕੋਈ ਚੀਜ਼ ਸਾਡੇ ਦਿਲ 'ਚ ਹੀ ਲੈ ਜਾਂਦੀ, ਕੋਈ ਰਿਸ਼ਤਾ ਹੀ ਇਹੋ ਜਿਹਾ। ਹਾਂਜੀ, ਤੇ ਉਹ ਮੈਂ ਉਹੋ ਜਿਹੇ ਫੇਮ ਜਾਂ ਮੈਂ ਉਹੀ ਜਿਹੀ ਚੀਜ਼ ਨੂੰ ਕੀ ਕਰਨਾ ਜੋ ਮੇਰੀ ਫੀਲ ਨੂੰ ਉਹ ਨਹੀਂ ਕਰ ਪਾ ਰਹੀ। ਜਿਵੇਂ ਮੈਂ ਤੁਹਾਨੂੰ ਕਿਹਾ, ਰੂਹ ਦੀ ਖੁਰਾਕ ਲਈ ਮੈਂ ਕੰਮ ਕਰਦੀ ਹਾਂ ਜੀ, ਬਟ ਉਹ ਫਿਰ ਉਸ ਸਮੇਂ ਮੇਰੀ ਰੂਹ ਹੀ ਨਹੀਂ ਖੁਸ਼, ਤਾਂ ਮੈਂ ਕੰਮ ਕਿਵੇਂ ਕਰਦੀ। ਬਟ ਯੈਸ, ਗੈਪ ਨਹੀਂ ਦਿੱਤਾ, ਗੈਪ ਕੰਮ ਨੂੰ ਨਹੀਂ ਦਿੱਤਾ, ਕਿਉਂਕਿ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਸੀ। ਮੇਰੇ ਹਸਬੈਂਡ ਡਾਇਰੈਕਟਰ ਨੇਗੇ, ਹੈ ਨਾ, ਬਹੁਤ ਅੱਛੇ ਡਾਇਰੈਕਟਰ ਨੇ, ਉਹਨਾਂ ਨੇ ਕਾਫੀ ਪ੍ਰੋਜੈਕਟਸ ਕੀਤੇ ਹੋਏ ਨੇ। ਉਹਨਾਂ ਨੇ ਮੈਨੂੰ ਇੱਕ ਬੈਗ ਦਿੱਤਾ, ਕਹਿੰਦੇ ਤੁਸੀਂ ਇੰਨੇ ਹੰਡੇ ਹੋਏ ਹੋ ਇਸ ਲਾਈਨ ਦੇ ਵਿੱਚ, ਤੁਸੀਂ ਇੰਨਾ ਹੈ ਨਾ, ਤੁਹਾਨੂੰ ਪਤਾ ਹੈ, ਨੌਲੇਜ ਹੈ, ਟੈਕਨੀਕਲੀ ਤੁਸੀਂ ਇੰਨੇ ਸਟਰੋਂਗ ਹੋ, ਤੁਹਾਨੂੰ ਕੈਮਰਾਜ਼ ਦਾ, ਤੁਹਾਨੂੰ ਇਹ ਲਾਈਟਿੰਗ ਵਗੈਰਾ ਐਵਰੀਥਿੰਗ ਯੂ ਨੋ, ਡੋਂਟ ਸਟਿਕ ਔਨ ਟੂ ਐਕਟਿੰਗ, ਤੁਸੀਂ ਮੇਰੇ ਨਾਲ ਡਾਇਰੈਕਸ਼ਨ ਸ਼ੁਰੂ ਕਰੋ। ਤੇ ਅਸੀਂ ਦੋਨੋਂ ਕਰਦੇ ਹਾਂ ਜੀ, ਅਸੀਂ ਦੋਨੋਂ ਮਿਲ ਕੇ ਪ੍ਰੋਜੈਕਟਸ ਕਰਦੇ ਹਾਂ। ਤੇ ਉਹ ਗੈਪ ਮੇਰੀ ਐਕਟਿੰਗ ਦਾ ਰਿਹਾ ਹੋਏਗਾ, ਬਟ ਮੇਰੇ ਬੈਕ ਟੂ ਬੈਕ ਕਾਫੀ ਪ੍ਰੋਜੈਕਟ ਆਏ ਐਜ਼ ਅ ਡਾਇਰੈਕਟਰ ਉਹਨਾਂ ਦੇ ਨਾਲ, ਮੇਰੇ ਹਸਬੈਂਡ ਦੇ ਨਾਲ। ਓਕੇ, ਹਾਂ, ਹਾਂਜੀ। ਕਈ ਚੀਜ਼ਾਂ ਵੈਸੇ ਹੀ ਨਹੀਂ ਪਤਾ ਲੱਗਦੀਆਂ। ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜੁੜੇ ਹਮੇਸ਼ਾ ਰਹੇ ਹੋ, ਜਿੱਦਾਂ ਵੇਖਿਆ ਜਾਵੇ ਤਾਂ ਮਨੀ ਤੁਹਾਡੀ ਬੈਕਗਰਾਊਂਡ ਵੀ ਪੂਰੀ ਫਿਲਮੀ, ਤੁਹਾਡੇ ਸਿਸਟਰਸ ਨੇ ਕੰਮ ਕੀਤਾ ਹੋਇਆ, ਯੋਗਰਾਜ ਬਾਈ ਜੀ ਜਿੱਦਾਂ ਉਹ ਵੀ ਹੈ ਨਾ,
ਐਂਡ ਤੁਸੀਂ ਬਹੁਤ ਸੋਹਣੇ ਹੋ, ਇੱਕ ਪਰਸਨੈਲਿਟੀ ਹੈ, ਟੈਲੈਂਟਡ ਹੋ, ਹੈ ਨਾ। ਬਟ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਮੁਕਾਮ ਤੁਹਾਨੂੰ ਪੰਜਾਬੀ ਫਿਲਮ ਇੰਡਸਟਰੀ 'ਚ ਮਿਲਣਾ ਚਾਹੀਦਾ ਸੀ ਉਹ ਮਿਲਿਆ? ਨਹੀਂ ਜੀ, ਹਜੇ ਤੱਕ ਤਾਂ ਨਹੀਂ। ਜੇ ਤੁਸੀਂ ਮੁਕਾਮ ਦੀ ਗੱਲ ਕਰੋ, ਕਿਉਂਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਸ਼ਾਇਦ ਕਈ ਵਾਰ ਇੱਕ, ਜੇ ਤੁਹਾਨੂੰ ਮੈਂ ਐਜ਼ ਅ ਡਾਇਰੈਕਟਰ ਕਹਾਂ, ਇੱਕ ਡਾਇਰੈਕਟਰ ਆਪਣੇ ਆਰਟਿਸਟ ਤੋਂ ਲੱਭਦਾ ਹੈ, ਕਿਉਂਕਿ ਜਦੋਂ ਆਪਾਂ ਪਿਕਚਰ ਦੇਖ ਰਹੇ ਹੁੰਦੇ ਆ ਨਾ, ਉੱਥੇ ਇਹ ਚੀਜ਼ ਨਹੀਂ ਚੱਲ ਰਹੀ ਹੁੰਦੀ ਕਿ ਬੈਕ ਸਾਈਡ ਕੀ ਹੋਇਆ, ਲੋਕ ਫਰੇਮ ਦੇਖ ਰਹੇ ਹੁੰਦੇ ਕਿ ਹਾਂ ਆਪਣੇ ਸਾਹਮਣੇ ਕੀ ਚੱਲ ਰਿਹਾ। ਅਤੇ ਮੈਨੂੰ ਐਜ਼ ਅ ਆਰਟਿਸਟ ਉਹ ਚੀਜ਼ ਹਜੇ ਤੱਕ ਕਰਨ ਨੂੰ ਨਹੀਂ ਮਿਲੀ ਜੋ ਮੈਂ ਕਰਨਾ ਚਾਹੁੰਦੀ ਸੀ। ਮੇਰੇ ਲਈ ਉਹ ਮੁਕਾਮ ਹੈ, ਜਿਸ ਦਿਨ ਉਹ ਮੈਂ ਕਰ ਲਿਆ ਮੈਂ ਖੁਸ਼ ਹੋ ਜਾਊਂਗੀ। ਮੈਨੂੰ ਅਵਾਰਡ ਵਗੈਰਾ ਉਹ ਸੈਕੰਡਰੀ ਚੀਜ਼ ਹੈ। ਜਿਵੇਂ ਮੁਕਾਮ ਕੀ, ਹਾਂ ਅੱਜ ਆਪਾਂ ਕਹੀਏ ਕਿ ਉਹ ਬੰਦਾ ਬਹੁਤ ਹਿੱਟ ਹੈ, ਉਹ ਅੱਜ ਦੀ ਡੇਟ 'ਚ ਹਿੱਟ ਹੈ, ਉਹ ਲੋਕਾਂ ਦੇ ਲਈ ਮੁਕਾਮ ਉਹਨੂੰ ਮਿਲ ਗਿਆ। ਜਿਸ ਦਿਨ ਤੁਸੀਂ ਆਪਣੀ ਸੈਟਿਸਫੈਕਸ਼ਨ ਕਿ ਯਾਰ ਆਹ ਕਰਕੇ ਹੁਣ ਮੈਨੂੰ ਮਜ਼ਾ ਆ ਗਿਆ। ਮੈਂ ਤੁਹਾਨੂੰ ਕਹਾਂ, ਨਿਰਮਲ ਰਿਸ਼ੀ ਜੀ ਦੀ ਮੈਂ ਗੱਲ ਕਰਦੀ ਹਾਂ, ਉਹਨਾਂ ਨੂੰ ਸ਼ਾਇਦ ਹੁਣ ਦੁਬਾਰਾ ਆ ਕੇ ਕੰਮ ਕਰਨ ਦੀ ਵੀ ਲੋੜ ਨਹੀਂ ਸੀ, ਉਹ ਇੰਨੇ ਫਾਈਨ ਆਰਟਿਸਟ ਨੇ। ਉਹ ਤਾਂ ਇੱਕੋ ਹੀ ਡਾਇਲੋਗ ਤੋਂ ਸਾਰੀ ਜ਼ਿੰਦਗੀ ਕੱਢਤੀ ਉਹਨਾਂ ਨੇ। ਬਿਲਕੁਲ ਸਹੀ ਗੱਲ, ਸਹੀ ਗੱਲ ਹੈ, ਸਹੀ ਗੱਲ। ਉਹਨਾਂ ਨੂੰ ਉਹਨਾਂ ਦੀ ਖੁਰਾਕ ਪੂਰੀ ਹੋ ਚੁੱਕੀ ਸੀ ਤਦ ਦੀ। ਬਿਲਕੁਲ ਸਹੀ। ਸੋ ਬਟ ਲੇਕਿਨ ਆਪਾਂ ਆਰਟਿਸਟ ਹਾਂ, ਸਮੁੰਦਰ ਹੈ, ਆਪਾਂ ਨੂੰ ਕਰਦੇ ਰਹਿਣਾ ਚਾਹੀਦਾ, ਸਿੱਖਦੇ ਰਹਿਣਾ ਚਾਹੀਦਾ। ਬਿਲਕੁਲ। ਔਰ ਤੁਸੀਂ ਤਾਂ ਮਲਟੀ ਟੈਲੈਂਟਡ ਹੋ, ਜਿਵੇਂ ਡਾਇਰੈਕਸ਼ਨ ਦਾ ਵੀ ਕੰਮ ਸੰਭਾਲ ਲਿਆ। ਇਹ ਤਾਂ ਮੇਰੇ ਹਸਬੈਂਡ ਨੇ ਮੇਰੇ 'ਚ ਟੈਲੈਂਟ ਭਰੇ ਨੇ ਕੁੱਟ-ਕੁੱਟ। ਬਟ ਨਹੀਂ, ਕਿਤੇ ਨਾ ਕਿਤੇ ਕੀੜਾ ਹੁੰਦਾ ਆ ਐਕਚੁਅਲੀ, ਹਾਂਜੀ, ਫੇਰ ਹੀ ਉਹ ਬਾਹਰ ਆਉਂਦਾ ਹੈ। ਹਾਂਜੀ, ਮੇਰੇ ਡਾਇਰੈਕਟਰਸ ਮੈਨੂੰ ਕਹਿੰਦੇ ਹੁੰਦੇ ਸੀ, अरे एक्टिंग करो ना, आपको क्या करना है लाइट से, अरे कंटिन्यूटी क्यों देख रहे हो। मैं कहती नहीं सर वो बंदा हिल गया, अरे नहीं वो मेरे पे लाइट से ही नहीं आ रही है, तुम डायरैक्टर बनोगी। और ਜਦੋਂ ਮੇਰੇ ਹਸਬੈਂਡ ਨੇ ਮੈਨੂੰ ਉਹ ਚੀਜ਼ ਲਈ ਉਹ ਕੀਤਾ ਨਾ, ਮੈਂ ਕਿਹਾ ਲੈ ਇਹ ਗੱਲ ਕਿਤੇ ਤਾਂ ਸੀਗੀ। ਹਾਂ, ਬਸ ਉਹੀ ਬਾਹਰ ਆਈ ਹੁਣ। ਹਾਂਜੀ। ਜਦੋਂ ਤੁਸੀਂ ਜਿੱਦਾਂ ਮੁੰਬਈ ਸੀਗੇ, ਉਹ ਕਲਸ਼ ਸੀਰੀਅਲ ਕਰ ਰਹੇ ਹੋ, ਹੈ ਨਾ, ਉੱਥੇ ਮੈਨੂੰ ਲੱਗਦਾ ਮਤਲਬ ਸਮੇਂ ਦੇ ਬੜੇ ਪਾਬੰਦ ਨੇ ਉਹ ਲੋਕ, ਹੈ ਨਾ। ਤਾਂ ਉੱਥੇ ਤੇ ਇੱਥੇ ਤੁਸੀਂ ਕੀ ਫਰਕ ਦੇਖਿਆ ਆਪਣੀ ਪੰਜਾਬੀ ਇੰਡਸਟਰੀ ਦਾ ਐਂਡ ਉਹ ਬੰਬੇ ਵਾਲੇ ਸਟਾਈਲ ਦਾ, ਕੰਮ ਦੇ ਸਟਾਈਲ ਦਾ? ਬਿਲਕੁਲ ਜੀ, ਮੈਂ ਹੁਣ ਉਹੀ ਤੁਹਾਨੂੰ ਥੋੜੀ ਦੇਰ ਪਹਿਲਾਂ ਕਿਹਾ ਸੀਗਾ ਕਿ ਮੈਂ ਇਹ ਨਹੀਂ ਕਹੂੰਗੀ ਸੀਰੀਅਲ ਤੋਂ ਮੈਂ ਸਿੱਖਿਆ ਨਹੀਂ, ਕਿਉਂਕਿ ਸ਼ਾਇਦ ਉਹ ਮੈਨੂੰ ਕਿਤੇ ਅੱਗੇ ਕੰਮ ਆਏਗਾ, ਜਾਂ ਹੋ ਸਕਦਾ ਡਾਇਰੈਕਸ਼ਨ 'ਚ ਹੀ ਉਹ ਚੀਜ਼ ਮੈਂ ਕਿਸੇ ਤੇ ਅਪਲਾਈ ਕਰ ਸਕਾਂ। ਬਿਲਕੁਲ। ਜਿਵੇਂ ਮੂਵੀਜ਼ ਆਪਾਂ ਕਰਦੇ ਆ, ਹੈ ਨਾ, ਆਪਾਂ ਨੂੰ ਸਕੈਡਿਊਲ ਮਿਲ ਜਾਂਦਾ, ਆਪਾਂ ਸਕ੍ਰਿਪਟ 'ਤੇ ਵਰਕ ਕਰਦੇ ਹਾਂ 30 ਡੇਜ਼ 35 ਡੇਜ਼। ਮੇਰਾ ਜਦ ਫਰਸਟ ਡੇ ਸ਼ੂਟ ਸੀਗਾ ਸੀਰੀਅਲ ਦੇ ਵਿੱਚ, ਅਤੇ ਮੈਂ ਪ੍ਰੋਪਰਲੀ ਆਪਣੇ ਆਪ ਨੂੰ ਰੈਡੀ ਕਰ ਰਹੀ ਸੀ। ਮੈਂ ਸਵੇਰੇ ਆਈ ਥਿੰਕ 8 ਵਜੇ ਸ਼ੂਟ 'ਤੇ ਪਹੁੰਚੀ ਹਾਂ। ਮੈਨੂੰ ਸਕ੍ਰਿਪਟ ਦਿੱਤੀ ਗਈ ਹੈ, ਮੈਂ ਉਹ ਪੜ੍ਹਦੀ ਰਹੀ ਹਾਂ ਜੀ। ਔਰ ਮੈਂ ਉਹਨੂੰ ਇੰਨੇ ਡੈਡੀਕੇਸ਼ਨ ਨਾਲ ਪੜ੍ਹਿਆ, ਮੈਂ ਕਿਹਾ ਕਿ ਇਹ ਨਾ ਕਹਿਣ ਪੰਜਾਬ ਤੋਂ ਕੁੜੀ ਆਈ ਹੈ। ਔਰ ਉਸ ਸਮੇਂ ਪੰਜਾਬ ਤੋਂ ਮੈਂ ਪਹਿਲੀ ਕੁੜੀ ਸੀ ਜੋ ਸੀਰੀਅਲ 'ਚ ਸਿਲੈਕਟ ਹੋਈ ਸੀ। ਠੀਕ ਹੈ ਜੀ। ਅਤੇ ਹੁਣ ਤਾਂ ਕਾਫੀ ਕੁੜੀਆਂ ਚਲੀ ਗਈਆਂ ਆਪਣੀਆਂ ਪੰਜਾਬ ਦੀ, ਵਿਚ ਇਜ਼ ਵੈਰੀ ਗੁੱਡ, ਹੈ ਨਾ। ਅਤੇ ਮੈਨੂੰ ਜਦੋਂ ਸਕ੍ਰਿਪਟ ਦਿੱਤੀ ਗਈ, ਮੈਂ ਉਹ ਪੜ੍ਹੀ, ਬਹੁਤ ਡੈਡੀਕੇਸ਼ਨ ਨਾਲ ਕੀਤਾ। ਮੈਂ ਕਿਹਾ ਇਹ ਨਾ ਕਹਿਣ ਕਿ ਪੰਜਾਬ ਤੋਂ ਆਈ ਹੈ ਕੁੜੀ, ਨੂੰ ਆਉਂਦਾ ਇਹ ਮੈਨੂੰ ਕੁਝ ਕਹਿ ਨਾ ਦੇ, ਕਿਉਂਕਿ ਮੈਂ ਪੰਜਾਬ 'ਚ ਮੈਨੂੰ ਰਾਣੀਆਂ ਵਾਂਗੂ ਰੱਖਦੇ ਨੇ, ਹੈ ਨਾ, ਕਿਉਂਕਿ ਇੱਥੇ ਰੀਅਲੀ ਮੈਨੂੰ ਬਹੁਤ ਪਿਆਰ ਕਰਦੇ ਨੇ, ਕਿਉਂਕਿ ਉੱਥੇ ਪੂਰੇ ਪੰਜਾਬ ਦਾ ਨਾਮ ਆਉਣਾ ਸੀ ਨਾ। ਬਿਲਕੁਲ। ਅਤੇ ਹਾਂਜੀ, ਅਤੇ ਉਹ ਥੋੜ੍ਹਾ ਜਿਹਾ ਉਹਨੂੰ ਮੈਂ ਸ਼ਾਮ ਹੋ ਗਈ ਜੀ, 6 ਵੱਜ ਗਏ। ਤੁਸੀਂ ਸੋਚੋ ਉਹਨਾਂ ਨੇ ਮੈਨੂੰ ਪੁੱਛਿਆ ਨਹੀਂ ਤਦ ਤੱਕ, ਅਤੇ 6 ਵਜੇ ਜਦੋਂ ਮੈਨੂੰ ਕਹਿੰਦੇ ਟੇਕ ਰੈਡੀ, ਮੈਂ ਗਈ ਹਾਂ ਉੱਥੇ ਸੈੱਟ ਦੇ ਉੱਤੇ, ਇੱਕਦਮ ਬਾਰਿਸ਼ ਦਾ ਮਾਹੌਲ ਬਣ ਗਿਆ, ਬਾਰਿਸ਼ ਆਉਣ ਲੱਗੀ ਸੀ, ਹਨੇਰੀ ਚੱਲ ਪਈ, ਹੈ ਨਾ। ਅਤੇ ਉਹਨਾਂ ਨੇ ਲਿਆ ਕੇ ਮੈਨੂੰ ਦੂਜੀ ਸਕ੍ਰਿਪਟ ਫੜਾਤੀ, ਕਹਿੰਦੇ ਅਰੇ ਇਹ ਤਿਆਰ ਕਰੋ ਜਲਦੀ 10 ਮਿੰਟ में हमें वो वाला टेक लेना। ਮੈਂ ਜੋ ਮੇਰਾ ਕੀਤਾ ਕਰਾਇਆ ਸੀ ਸਭ ਉੜ ਗਿਆ। ਅਤੇ 10 ਮਿੰਟਸ ਦੇ ਵਿੱਚ ਮੈਂ ਉਹ ਜਦ ਸਕ੍ਰਿਪਟ ਕੀਤੀ ਹੈ ਨਾ, ਉਸ ਦਿਨ ਮੈਨੂੰ ਰਿਅਲਾਈਜ਼ ਹੋਇਆ ਕਿ ਤੁਹਾਨੂੰ ਸਪੌਂਟੇਨੀਅਸ ਹੋਣਾ ਪਏਗਾ, ਪੇਸੀ ਹੋਣਾ ਪਏਗਾ। ਇੱਥੇ ਤਾਂ ਅਸੀਂ ਬੜਾ ਈਜ਼ੀਲੀ ਲੈ ਲੈਂਦੇ ਹਾਂ, ਕਿਉਂਕਿ ਮੂਵੀ ਦਾ ਸ਼ੂਟ ਹੈ, ਆਪਾਂ 2 ਟੇਕ ਕਰਨੇ, 3 ਟੇਕ ਕਰਨੇ ਜੀ। ਇੱਥੇ ਸੌਂਗ ਕਰਨਾ ਬਲਕਿ ਯੂ ਹੈਵ ਟੂ ਡੂ 18 ਸੀਨਸ ਐਂਡ ਆਲ। ਬਟ ਫਿਲਮ ਕਰਦੇ ਹੋਏ ਤੁਹਾਨੂੰ ਸੀਰੀਅਲ ਕਰਦੇ ਹੋਏ ਤੁਹਾਡੇ ਤਾਂ ਬੈਕ ਟੂ ਬੈਕ ਉਹਨਾਂ ਦੇ ਮੂਡ 'ਤੇ ਡਿਪੈਂਡ ਕਰਦਾ, ਕਿਉਂਕਿ ਉਹਨਾਂ ਨੇ ਟੈਲੀਕਾਸਟ ਕਰਨਾ ਹੁੰਦਾ, ਇਹ ਲੋ ਅਰੇ ਵਾਹ ਕਿਆ ਕਰ ਰਹੇ ਹੋ, ਬਸ ਐਂ ਕਰਕੇ ਸਾਰਾ ਕਰਾ ਲੈਂਦੇ ਨੇ ਉਹ। ਅਤੇ ਉਹਨਾਂ ਨੇ ਬਹੁਤ ਪੇਸੀ ਅਤੇ ਬਹੁਤ ਸਪੌਂਟੇਨੀਅਸ ਕੀਤਾ ਮੈਨੂੰ। ਹਾਂਜੀ, ਹਾਂ, ਪੰਕਚੁਅਲ ਹੁੰਦੇ ਨੇ, ਬਹੁਤ ਵਧੀਆ, ਬਹੁਤ ਅੱਛੀ ਇੰਟਰਸਟਿੰਗ ਹੈ। ਬਿਲਕੁਲ। ਮਨੀ, ਮੈਂ ਨਾ ਤੁਹਾਡੇ ਕੁਛ ਇੰਟਰਵਿਊਜ਼ ਦੇਖੇ ਪਹਿਲਾਂ, ਤਾਂ ਮੈਨੂੰ ਇਹ ਪਤਾ ਲੱਗਿਆ, ਚਲੋ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ, ਹੁਣ ਤੁਸੀਂ ਮੈਰਿਡ ਹੋ, ਹੈ ਨਾ, ਹੈਪੀਲੀ ਲਾਈਫ ਹੈ। ਹਾਂਜੀ। ਤੁਸੀਂ ਪਹਿਲਾਂ ਵਿਆਹ ਦੇ ਬਹੁਤ ਵਰਖਲਾਫ ਸੀ। ਹਾਂਜੀ। ਉਹਦੇ ਬਾਰੇ ਕੁਝ ਦੱਸੋ, ਕਿਉਂ ਸੀਗੇ?
ਪਹਿਲੀ ਗੱਲ ਤਾਂ ਜੀ ਇੰਨਾ ਸੋਹਣਾ ਮੁੰਡਾ ਨਹੀਂ ਮਿਲਿਆ ਸੀ। ਵਾਹ, ਓਕੇ, ਗॉड ਬlesਸ ਯੂ। ਹਾਂਜੀ, ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਨੇ, ਹੈ ਨਾ। ਤੇ ਦੂਜੀ ਗੱਲ ਉਹੀ ਇੱਕ ਰੀਜ਼ਨ ਸੀ ਜੀ, ਮੈਂ ਆਪਣੀ ਪੂਰੀ ਲਾਈਫ ਮੇਰੇ ਮਦਰ ਫਾਦਰ ਨੂੰ ਡੈਡੀਕੇਟ ਕੀਤੀ ਹੋਈ ਸੀਗੀ। ਮੇਰੀ ਕੁੜੀਆਂ ਮੁੰਡਿਆਂ ਨਾਲ ਦੀਵਾਨਗੀਆਂ ਕਰਦੀਆਂ ਨੇ ਕਿ ਮੇਰੇ ਮਦਰ ਫਾਦਰ ਮੇਰੀ ਦੀਵਾਨਗੀ ਸੀ। ਤੁਸੀਂ ਅੱਜ ਤੋਂ ਪਹਿਲਾਂ ਵੀ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਮੇਰਾ ਕੋਈ ਫਲਿੰਗ ਵੀ ਨਹੀਂ ਰਿਹਾ ਇੰਡਸਟਰੀ 'ਚ, ਮਤਲਬ ਮੈਂ ਕਿਸੇ ਨਾਲ ਮੇਰੀ ਤੁਸੀਂ ਕੋਈ ਗੱਲ ਸੁਣੋਗੇ ਹੀ ਨਹੀਂ। ਮੇਰਾ ਇਹ ਚੀਜ਼ਾਂ 'ਚ ਇੰਟਰਸਟ ਸੀਗਾ ਹੀ ਨਹੀਂ। ਇਹ ਨਹੀਂ ਹੈ ਕਿ ਆਮ ਨੋਟ ਅ ਫੀਮੇਲ, ਆਈ ਡੋਂਟ ਹੈਵ ਦੈਟ ਫੀਲਿੰਗਸ, ਬਟ ਲੇਕਿਨ ਮੈਨੂੰ ਇਹ ਲੱਗਦਾ ਸੀ ਬਸ ਮੰਮੀ ਡੈਡੀ ਮੇਰੇ ਕੋਲ ਰਹਿਣ, ਮੈਂ ਮਤਲਬ ਇਹ ਬੁੱਢੇ ਤੋਂ ਵੀ ਬੁੱਢੇ ਹੋ ਜਾਣ, ਬਸ ਮੈਂ ਇਹਨਾਂ ਦੇ ਕੋਲ ਰਹਾਂ। ਆਈ ਡੋਂਟ ਨੋ ਇਹ ਕਿੱਦਾਂ ਦਾ ਕਿਸੇ ਨੂੰ ਸਾਊਂਡ ਕਰਦਾ, ਮੇਰਾ ਕੁਝ ਸ਼ਾਇਦ ਹੈਗਾ ਹੈ ਜੀ, ਹੈ ਨਾ। ਬਿਲਕੁਲ। ਤੇ ਬਟ ਆਫਟਰ ਡੈਡ ਜਦੋਂ ਟਾਈਗਰ ਮੇਰੀ ਲਾਈਫ 'ਚ ਆਏ ਨੇਗੇ, ਚੀਜ਼ਾਂ ਚੇਂਜ ਹੋਈਆਂ ਬਿਲਕੁਲ ਜੀ। ਮੇਰੀ ਸਾਰੀ ਇੰਟਰਵਿਊਜ਼ 'ਚ ਇਹੀ ਹੁੰਦਾ ਸੀਗਾ ਕਿ ਮੈਂ ਮੈਰਿਜ ਨਹੀਂ ਕਰਾਣੀ। ਯੂ ਆਰ ਰਾਈਟ। ਹਾਂਜੀ, ਬਟ ਜਿਵੇਂ ਐਂਟਰੀ ਹੋਈ ਲਾਈਫ 'ਚ ਤਾਂ ਫਿਰ ਉਹ ਵਿਚਾਰ ਬਦਲ ਗਏ। ਐਂਟਰੀ ਹੋਈ ਤਾਂ ਆਪਾਂ ਐਂਟਰੀ ਕਰਾਈ ਨਾ ਲਈਏ ਮੈਨੂੰ ਲੱਗਦਾ। ਟਾਈਗਰ ਤੁਸੀਂ ਆ ਕਿਉਂ ਨਹੀਂ ਜਾਂਦੇ? ਚਲੋ ਆਓ ਜੀ, ਤੁਸੀਂ ਬੁਲਾ ਰਹੇ ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬੈਠੋ ਪਲੀਜ਼। ਥੈਂਕ ਯੂ, ਬੈਠੋ ਜੀ ਪਲੀਜ਼। ਓਕੇ, ਸੋ ਅਸੀਂ ਮਿਲਦੇ ਹਾਂ ਮਨੀ ਬੋਪਰਾਏ ਜੀ ਦੇ ਹਸਬੈਂਡ ਟਾਈਗਰ ਜੀ ਨੂੰ, ਤੇ ਅੱਜ ਉਹਨਾਂ ਨਾਲ ਵੀ ਨਾਲ ਹੀ ਗੱਲਬਾਤ ਕਰਾਂਗੇ। ਹਾਂਜੀ, ਤੁਸੀਂ ਕੁਛ ਆਪਣੇ ਬਾਰੇ ਆਪ ਹੀ ਦੱਸੋਗੇ ਮੈਨੂੰ ਪਲੀਜ਼? ਮੈਂ ਕੀ ਦੱਸਾਂ ਆਪਣੇ ਬਾਰੇ, ਅੱਧਾ ਕੁਛ ਤਾਂ ਦੱਸ ਹੀ ਦਿੱਤਾ ਮੈਂ। ਟਾਈਗਰ ਇੱਕ ਬਹੁਤ ਸੁਲਝੇ ਔਰ ਬਹੁਤ ਅੱਛੇ ਇਨਸਾਨ ਨੇ। ਤੇ ਇੰਡਸਟਰੀ ਮੈਂ ਵੈਸੇ ਅਗਰ ਇਹ ਇਸ ਫੀਲਡ ਤੋਂ ਨਾ ਹੁੰਦੇ ਸ਼ਾਇਦ ਮੈਂ ਇਹਨਾਂ ਨੂੰ ਇੰਟਰੋਡਿਊਸ ਨਹੀਂ ਕਰਾਂਦੀ, ਬਿਕੋਜ਼ ਐਜ਼ ਇਟਸ ਯੋਰ ਚੈਨਲ, ਤੇ ਕਿਉਂਕਿ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਕਿ ਅਸੀਂ ਕੀ ਕਰ ਰਹੇ ਹਾਂ। ਬਹੁਤ ਅੱਛੇ ਡਾਇਰੈਕਟਰ ਨੇ ਜੀ, ਇਹਨਾਂ ਨੇ ਕਾਫੀ ਪ੍ਰੋਜੈਕਟਸ ਕੀਤੇ ਹਨ ਤੇ ਅਸੀਂ ਬਹੁਤ ਸੋਹਣੇ ਸੋਹਣੇ ਪ੍ਰੋਜੈਕਟਸ ਦੇ ਨਾਲ ਅੱਗੇ ਆ ਰਹੇ ਹਾਂ। ਦੱਸਣਾ ਚਾਹ ਰਹੇ ਕਿ ਐਜ਼ ਐਨ ਆਰਟਿਸਟ ਨਹੀਂ ਕੰਮ ਕਰ ਰਹੇ। ਇਹ ਇੱਕ ਤਾਂ ਫਲੈਟਸ ਲੈ ਕੇ ਆ ਰਹੇ ਹਾਂ ਅਸੀਂ, ਮੂਵੀ ਫਲੈਟ ਨਹੀਂ ਹੁੰਦੇ, ਜਦੋਂ ਜ਼ਮੀਨ ਐਕਵਾਇਰ ਹੋ ਜਾਂਦੀ ਹੈ ਤਾਂ ਉੱਥੇ ਫਲੈਟਸ ਬਣ ਜਾਂਦੇ ਆ, ਤੇ ਕਾਮੇਡੀ ਕਨਸੈਪਟ ਹੈ ਇੱਕ, ਅਸੀਂ ਉਹ ਲੈ ਕੇ ਆ ਰਹੇ ਹਾਂ। ਤੇ ਟਾਈਗਰ ਮੇਜਰ ਤੇਜਾ ਸਿੰਘ ਕਰ ਰਹੇ ਨੇ ਯੋਗਰਾ ਸਿੰਘ ਜੀ ਨੂੰ ਲੈ ਕੇ। ਹਾਂਜੀ, ਤੇ ਬਾਕੀ ਇਹਨਾਂ ਦੇ ਪ੍ਰੋਜੈਕਟ ਐਜ਼ ਅ ਸਿੰਗਰ ਨੂੰ ਲਾਂਚ ਕਰ ਰਹੇ ਹਾਂ। ਉਹ ਤਾਂ ਅੱਜ ਵੀ ਸਾਡਾ ਗਾਣਾ ਲਾਂਚ ਹੋਇਆ ਜੀ, ਵਹਿਮ, ਉਹ ਵੀ ਇਹਨਾਂ ਨੇ ਡਾਇਰੈਕਟ ਕੀਤਾ। ਬਹੁਤ ਖੁਸ਼ੀ ਹੋਈ। ਲੱਕੀ ਡੇ ਹੋ ਤੁਸੀਂ, ਬਹੁਤ ਲੱਕੀ ਹੋ ਮੇਰੇ ਲਈ। ਮੈਂ ਅੱਜ ਹੀ ਮੂਵੀ ਸਾਈਨ ਕਰਕੇ ਆਈ ਹਾਂ, ਪਤਾ ਹੈ। ਚਲੋ ਮੇਰੀ ਮੈਂ ਅੱਜ ਮੂਵੀ ਸਾਈਨ ਕੀਤੀ ਹੈ ਜੀ ਬਹੁਤ ਸਾਲ ਤੋਂ ਬਾਅਦ, ਲਾਈਕ ਆਫਟਰ ਆਈ ਥਿੰਕ 4 ਇਅਰਸ 5 ਇਅਰਸ ਮੈਂ ਮੂਵੀ ਸਾਈਨ ਕਰਕੇ ਆਈ ਹੈ ਜੀ। ਸ਼ੌਂਕ ਸਰਦਾਰੀ ਦਾ, ਇਹ ਕਮਲ ਗਰੇਵਾਲ ਜੀ ਦੀ ਫਿਲਮ ਹੈ ਤੇ ਬਹੁਤ ਅੱਛੀ ਹੈ। ਇਸ ਗ੍ਰੇ ਸ਼ੇਡ ਹੈ, ਬਹੁਤ ਸਾਰੇ ਰੋਲ ਮੈਂ ਇਸ ਪਲੇ ਕਰਨ ਵਾਲੀ ਹਾਂ, ਬਹੁਤ ਮਜ਼ਾ ਆਉਣ ਵਾਲਾ ਹੈ। ਅਸੀਂ ਵੇਟ ਕਰਾਂਗੇ ਮੂਵੀ ਦੀ, ਔਰ ਤੇ ਪੱਕਾ ਦੇਖ ਕੇ ਆਵਾਂਗੇ। ਹੁਣੇ ਆਪਣੇ ਬਾਰੇ ਆਪ ਦੱਸਣਗੇ। ਮੈਂ ਕੀ ਦੱਸਾਂ ਜੀ ਆਪਣੇ ਬਾਰੇ? ਨਹੀਂ, ਕੀ ਡਾਇਰੈਕਟਰ ਨੇ ਇਹ ਪ੍ਰੋਡਕਸ਼ਨ ਵੀ ਇਹਨਾਂ ਦੀ ਹੈ ਜਾਂ ਕਿੱਦਾਂ ਕੀ ਹੈ? ਤੁਸੀਂ ਇਸ ਬਾਰੇ ਥੋੜਾ ਜਿਹਾ ਤੁਸੀਂ ਆਪ ਦੱਸੋ। ਸੱਚੀ ਮੈਂ ਡਾਇਰੈਕਟਰ ਹੀ ਹਾਂ ਜੀ, ਮੈਂ ਪਿਕਚਰਾਂ ਬਣਾਉਂਦਾ, ਗਾਣੇ ਕਾਫੀ ਪਹਿਲਾਂ ਕੰਮ ਕੀਤਾ ਮੇਰੇ, ਬਲਕਿ ਇਹਨਾਂ ਦੇ ਕੰਮ ਦੇ ਕਿਦਾ ਮੇਰਾ ਕੰਮ ਬੜਾ ਛੋਟਾ ਜੀ, ਕਿਉਂਕਿ ਐਕਚੁਅਲ ਇਸ ਫੈਮਿਲੀ ਤੋਂ ਜਿੱਦਾਂ ਆਉਂਦੇ ਆ ਤਾਂ ਜਿੱਦਾਂ ਕੰਮ ਕਰਦੇ ਆ, ਤਾਂ ਮੇਰਾ ਤਾਂ ਬੜਾ ਮੁਕਾਮ ਛੋਟਾ, ਸਟਰਗਲ ਜ਼ਿਆਦਾ ਵੱਡਾ ਥੋੜਾ। ਹਾਂਜੀ, ਐਕਚੁਅਲ ਦੇ ਵਿੱਚ ਕਈ ਚੀਜ਼ਾਂ ਇਹਨਾਂ ਨੇ ਵੀ ਫੇਸ ਕੀਤੀਆਂ ਨੇ, ਤੇ ਮੇਰੇ ਹਿਸਾਬ ਨਾਲ ਜਿੰਨੇ ਸਾਡੇ ਪੰਜਾਬ ਤੋਂ ਮੁੰਡੇ ਜਾਂਦੇ ਆ ਬਹੁਤ ਕੁਝ ਫੇਸ ਕਰਦੇ ਆ, ਕਿ ਇੱਥੇ ਚਾਂਸ ਨਹੀਂ ਮਿਲਦੇ ਜੀ ਅਸਲ 'ਚ। ਮੇਰਾ ਵੀ ਕਦੇ ਸੁਪਨਾ ਸੀਗਾ ਜੀ ਮੈਂ ਵੀ ਹੀਰੋ ਬਣਾ, ਕੁਝ ਕਰਾਂ, ਹੈ ਨਾ। ਮੈਂ ਸੌਰੀ ਇਹਨੂੰ ਜੋਕ 'ਚ ਲੈ ਰਿਹਾ ਥੋੜਾ, ਸੌਰੀ ਗੱਲ ਤੋਂ। ਮੈਨੂੰ ਤੁਹਾਡੀ ਸ਼ਕਲ ਨਾ ਦੀਪ ਸਿੱਧੂ ਬਾਈ ਜੀ ਸੀ ਨਾ, ਮੈਨੂੰ ਉਹਨਾਂ ਨਾਲ ਮਿਲਦੀ ਲੱਗ ਰਹੀ ਹੈ। ਇੱਕ ਮਿੰਟ ਰੁਕ ਜਾਓ, ਮੈਂ ਤੁਹਾਨੂੰ ਬੜੇ ਹਾਸੇ ਦੀ ਗੱਲ ਦੱਸਦੀ ਹਾਂ ਇਸ ਚੀਜ਼ ਤੇ। ਇਹ ਤੇ ਬੜਾ ਤਗੜਾ ਇਨਸੀਡੈਂਸ ਹੋਇਆ ਜੀ। ਜਦੋਂ ਦੀਪਾ ਜੀ ਨੇ ਝੰਡਾ ਲਾਇਆ ਸੀ ਉੱਥੇ ਦਿੱਲੀ 'ਚ, ਤੇ ਮੇਰਾ ਵਿਆਹ ਹੋਇਆ ਸੀ ਉਸ ਸਮੇਂ, ਲੋਕਡਾਊਨ ਚੱਲ ਰਿਹਾ ਸੀਗਾ। ਲੋਕਡਾਊਨ ਦੇ ਹੈ ਨਾ, ਲੋਕਡਾਊਨ ਨਹੀਂ ਚੱਲ ਰਿਹਾ ਸੀ, ਥੋੜਾ ਜਿਹਾ ਵਿੱਚ ਹੈ ਨਾ। ਉਹਨਾਂ ਨੇ ਝੰਡਾ ਲਾਇਆ ਸੀ ਤੇ ਇਹ ਨਾ 5 ਵਜੇ ਉੱਠ ਕੇ ਜਿਮ ਚਲੇ ਜਾਂਦੇ ਨੇਗੇ, ਐਂਡ ਰੈਗੂਲਰ। ਓਕੇ। ਤੇ ਬੋਡੀ ਸ਼ੋਡੀ ਬਹੁਤ ਅੱਛੀ ਹੈ ਇਹਨਾਂ ਦੀ। ਤੇ ਮੈਨੂੰ ਨਾ, ਮੈਂ ਥੱਲੇ ਵਾਕ ਕਰ ਰਹੀ, ਇਹ ਗਏ ਨਹੀਂ ਹੁਣ, ਇਹ ਬਿਮਾਰ ਚੱਲ ਰਹੇ ਨੇ, ਉਹਨੂੰ ਟਾਈਫਾਈਡ ਹੋਇਆ ਸੀਗਾ। ਤੇ ਮੈਂ ਥੱਲੇ ਵਾਕ ਕਰ ਰਹੀ, ਇੱਕ ਲੇਡੀ ਆਈ, ਆਪਕੇ ਹਸਬੈਂਡ ਕਿਉਂ ਨਹੀਂ ਆ ਰਹੇ ਅੱਜ ਕੱਲ ਜਿਮ? ਮੈਂ ਕਿਹਾ ਇਹਨੂੰ ਕੀ ਹੋਇਆ? ਵੈਸੇ ਦੀਪ ਹੈ ਨਾ ਉਨਕਾ ਨਾਮ। ਮੈਂ ਕਿਹਾ ਬਾਹਰ ਨਾ ਜਾ, ਤੁਹਾਨੂੰ ਨਾ ਫੜ ਕੇ ਅੰਦਰ ਪਾ ਲੈ। ਉਸ ਦਿਨ I came to know ਕਿ he really
ਐਗਜ਼ਾਮਪਲ ਨਹੀਂ ਮੈਨੂੰ ਫਿਰ ਇਦਾਂ ਹੀ ਨਹੀਂ ਲੱਗਿਆ, ਮਤਲਬ ਹੈ ਬਹੁਤ ਕਹਿੰਦੇ ਨੇ ਇਹਨਾਂ ਦੀ ਕਾਫੀ ਸ਼ਕਲ ਮਿਲਦੀ ਹੈ ਦੀਪ। ਮੈਂ ਜੀ ਹੁਣ ਵੀ ਥੋੜਾ ਟਾਈਮ ਪਹਿਲਾਂ ਅਸੀਂ ਗਾਣਾ ਸ਼ੂਟ ਕਰ ਰਹੇ ਸੀ ਸਰਬਜੀਤ ਚੀਮਾ ਤੇ ਸੁਰਿੰਦਰ ਸ਼ਿੰਦਾ ਜੀ ਨਾਲ, ਦਾ ਗ੍ਰੇਟ ਸੁੱਚਾ, ਜਿਹਦੇ ਅੰਦਰ ਮੈਂ ਕੁੱਕਰ ਦਾ ਕਰੈਕਟਰ ਕਰ ਰਿਹਾ ਜੀ। ਅੱਛਾ ਜੀ। ਤੇ ਉੱਥੇ ਜੀ ਮੇਰੇ ਨਾਲ ਆ ਕੇ ਲੇਡੀਜ਼, ਉਹ ਜਦੋਂ ਅਸੀਂ ਕਰਕੇ ਹਟੇ ਤਾਂ ਉੱਥੇ ਆ ਕੇ ਲੇਡੀਜ਼ ਉਦੋਂ ਫੋਟੋ ਖਿਚਾਉਣ ਗਿਆ, ਉਹੀ ਕੀ ਟਾਈਮ ਸੀਗਾ ਜੀ। ਤੇ ਲੇਡੀਜ਼ ਨੇ ਆ ਕੇ ਫੋਟੋ ਖਿਚਾਉਣ, ਕਹਿੰਦੇ ਨਾਲ ਆ ਕੇ ਪਿੰਡ, ਤੁਹਾਨੂੰ ਪਤਾ ਪਿੰਡ ਵਾਲੀਆਂ ਲੇਡੀਜ਼ ਕਿਦੋਂ ਨੇ, ਕਹਿੰਦੇ ਵੀ ਪੁੱਤ ਜੇਲ੍ਹ ਚੋਂ ਕਦੋਂ ਆਇਆ। ਮੈਂ ਕਿਹਾ ਲੈ ਵੀ, ਮੈਂ ਕਿਹਾ ਇਹ ਚੁਕਾਉਣਗੇ ਮੈਨੂੰ ਛੇਤੀ ਲੱਗਦਾ। ਮੈਂ ਕਿਹਾ ਭਾਜੀ ਛੇਤੀ ਸੈਟਾਂ ਨੂੰ ਵੇੜੋ, ਮੈਂ ਘਰ ਨੂੰ ਚੱਲੀਏ ਹੈ ਨਾ। ਬਾਕੀ ਥੋੜੀ ਬਹੁਤੀ ਇਹ ਕਸਰ ਉੱਥੇ ਪੂਰੀ ਕਰ ਹੀ ਰਹੀ ਸੀ ਫਲੈਟ ਦੇ ਉੱਤੇ ਹੈ ਨਾ ਉਹਨਾਂ ਦੇ ਨਾਲ। ਮੈਂ ਕਿਹਾ ਥੋੜਾ ਫਰੈਂਡ ਸਰਕਲ ਇੱਧਰ ਵਾਲਾ ਘਟਾ ਲਓ, ਹੋਰ ਨਾ ਕਿਤੇ ਮੈਨੂੰ ਬਣਾ ਦਿਓ। ਬਿਲਕੁਲ। ਬਟ ਦੀਪ ਸਿੱਧੂ ਬਾਈ ਜੀ ਦੇ ਜਾਣ ਦਾ ਬਹੁਤ ਦੁੱਖ ਲੱਗਿਆ ਐਕਚੁਅਲੀ। ਮਤਲਬ ਕਈ ਪਰਸਨ ਐਸੇ ਹੁੰਦੇ ਜਿਹੜੇ ਨਾ ਤੁਹਾਨੂੰ ਬਹੁਤ ਦੇਰ ਤੱਕ ਤੁਹਾਨੂੰ ਦੁੱਖ ਲੱਗਦਾ ਹੈ ਜਦੋਂ ਚਲੇ ਜਾਂਦੇ ਆ। ਉਹਨਾਂ ਦਾ ਤਾਂ ਬਿਲਕੁਲ ਹੀ ਨਹੀਂ ਸੀ ਜਾਣਾ। ਕਿਸੇ ਦਾ ਜਵਾਨ ਪੁੱਤ ਹੈ ਨਾ। ਔਰ ਉਹ ਇਹ ਆਈ ਥਿੰਕ ਕੁਝ ਲੋਕ ਆਪਾਂ ਕਹਿ ਦਿੰਦੇ ਆ ਨਾ ਕਿ ਆਪਣੇ ਉਹ ਗੁਰੂ ਹੋਏ, ਉਹ ਹੋਏ, ਕੁਝ ਲੋਕ ਇਹ ਜਿਹੇ ਮੈਸੇਜ ਦੇਣ ਲਈ ਵੀ ਪੈਦਾ ਹੁੰਦੇ ਨੇਗੇ। ਬਿਲਕੁਲ। ਟੂ ਮੇਕ ਯੂਥ ਔਨ ਰਾਈਟ ਟਰੈਕ ਹੈ ਨਾ। ਤੇ ਹੀ ਵਾਸ ਵਨ ਆਫ ਹਿਮ। ਦੀਪ ਜੀ ਅਸਲ 'ਚ ਮੇਰੇ ਬ੍ਰਦਰ ਦੀ ਤਰ੍ਹਾਂ ਹੀ ਸੀਗੇ। ਅਸੀਂ ਰਮਤਾ ਚੌਕੀ 'ਚ ਕੰਮ ਕੀਤਾ ਜੀ ਇਕੱਠਿਆਂ ਨੇ, ਤੇ ਦੀਪ ਮੇਰੇ ਭਰਾ ਦੀ ਤਰ੍ਹਾਂ ਸੀ। ਮੈਨੂੰ ਬੜਾ ਦੁੱਖ ਹੋਇਆ ਜੀ ਉਹਨਾਂ ਦਾ ਹੈ ਨਾ, ਮੈਂ ਸੱਚੀ। ਤੇ ਉਹ ਇੱਕ ਬਹੁਤ ਵੱਡੀ ਪੇਨ ਆ। ਹਾਂ ਚਲੋ ਗੱਲਾਂ ਤੋਂ ਅਲੱਗ ਚੀਜ਼ਾਂ ਨੇ ਥੋੜ੍ਹੀਆਂ ਜੋ ਆਪਾਂ ਗੱਲਾਂ ਕਰਦੇ ਸੀ, ਬਟ ਇਹ ਬਹੁਤ ਵੱਡੀ ਪੇਨ ਆ। ਤੇ ਜੋ ਕਰ ਗਏ ਉਹ ਸ਼ਾਇਦ ਆਈ ਥਿੰਕ ਆਉਣ ਵਾਲੇ ਟਾਈਮ 'ਚ ਕਿਸੇ ਤੋਂ ਨਹੀਂ ਹੋਣਾ ਨਹੀਂ। ਤੇ ਉਸ ਟਾਈਮ ਤੇ ਬੜੇ ਲੋਕ ਬਰਖਲਾਫ ਵੀ ਬੋਲੇ ਨੇ, ਚੀਜ਼ਾਂ ਹੁੰਦੀਆਂ ਰਹੀਆਂ ਨੇ, ਬਟ ਮੈਂ ਹਮੇਸ਼ਾ ਕਿਹਾ, ਮੈਂ ਕਿਹਾ ਦੀਪ ਗਲਤ ਨਹੀਂ ਕਰ ਸਕਦਾ। ਮੇਰੇ ਮਨ ਨੂੰ ਇੱਕ ਤਸੱਲੀ ਸੀ ਦੀਪ ਹਾਈਲੀ ਐਜੂਕੇਟਿਡ ਪਰਸਨ। ਚਲੋ ਪਰਮਾਤਮਾ ਜਿੱਥੇ ਰੱਖੇ ਰਹਿਣਾ ਪੈਂਦਾ ਆ। ਚਲੋ ਮੁੜ ਕੇ ਆਉਣੇ ਆਪਾਂ ਉਸ ਗੱਲ ਤੇ। ਮੈਂ ਤੁਹਾਡੇ ਵਿਆਹ ਬਾਰੇ ਹੁਣ ਪੁੱਛੂੰਗੀ ਕਿ ਜਦੋਂ ਤੁਹਾਡੀ ਮੈਰਿਜ ਹੋ ਗਈ ਤਾਂ ਤੁਹਾਡੀ ਲਾਈਫ 'ਚ ਕੀ ਚੇਂਜਸ ਆਏ? ਡਿਪਰੈਸ਼ਨ ਹਟਾਤਾ ਸ਼ਾਇਦ ਮੈਨੂੰ ਨੰਬਰ 1 ਇਧਰੋਂ ਸ਼ਿਫਟ ਨਹੀਂ ਵਿਆਹ ਤੋਂ ਤੁਹਾਨੂੰ ਪਤਾ ਹੀ ਆ, ਜ਼ਿਆਦਾਤਰ ਹਸਬੈਂਡ ਨੂੰ ਦੇ ਦਿੱਤੀ ਜਾਂਦੀ ਚੀਜ਼ਾਂ ਥੋੜੀ ਆਸਾਨ ਹੋਈ, ਕਿਉਂਕਿ ਹਸਬੈਂਡ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਨਾ, ਇਸ ਕਰਕੇ ਹੈ ਨਾ, ਉਹ ਸਮੋ ਲੈਂਦੇ ਸਾਰਾ ਕੁਝ। ਹਾਂਜੀ, ਤਾਂ ਹੀ ਤਾਂ ਜੀ ਅਟੈਕ ਵੀ ਜ਼ਿਆਦਾਤਰ ਹਸਬੈਂਡ ਨੂੰ ਆਉਂਦਾ। ਵਿਆਹ ਤਾਂ ਵਧੀਆ ਚੀਜ਼ ਤਾਂ ਕੀ ਹੋਣਾ ਸੀ। ਮੇਰੇ ਨਾਲ ਵਿਆਹ ਦੀ ਇੱਕ ਵੱਡੀ ਸ਼ਰਤ ਰੱਖੀ ਗਈ ਸੀ। ਕਹਿੰਦੇ ਵੀ ਡੈਡ ਸਾਹਿਬ ਯੋਗਰਾਜ ਸਿੰਘ ਜੀ, ਸਰਦਾਰ ਯੋਗਰਾਜ ਸਿੰਘ ਮੇਰੇ ਫਾਦਰ ਹੀ ਨੇ ਜੀ। ਉਹ ਮੈਂ ਕਹਿੰਦਾ ਹਰ ਜਨਮ 'ਚ ਮੈਨੂੰ ਉੱਦਾਂ ਦੇ ਬਾਪ ਮਿਲਣੇ ਸੀ। ਮੇਰੇ ਪਿਤਾ ਨੇ ਗੋਡ ਫਾਦਰ ਸਭ ਕੁਝ ਹੋਈ ਨੇ ਜੀ। ਤੋ ਉਹਨਾਂ ਦੀ ਇੱਕ ਸ਼ਰਤ ਸੀ, ਕਹਿੰਦੇ ਪੁੱਤਰ ਮੇਰੀ ਬੇਟੀ ਨੂੰ ਸਵੇਰੇ ਉੱਠ ਕੇ ਚਾਹ ਜ਼ਰੂਰ ਚਾਹੀਦੀ ਆ। ਅਤੇ ਮੈਂ ਕਿਹਾ ਜੀ ਬੜੀ ਵੱਡੀ ਸ਼ਰਤ ਰੱਖੀ ਹੈ ਜੀ। ਮੈਂ ਕਿਹਾ ਜੀ ਜ਼ਰੂਰ ਮਿਲਿਆ ਕਰੂ। ਉਹ ਕਹਿੰਦੇ ਤੂੰ ਦੇ ਕੇ ਦੇਖ, 4 ਦਿਨ ਪਤਾ ਲੱਗ ਜੂ। ਤੇ ਮੈਂ ਜੀ ਹੁਣ ਥੋੜੇ ਦਿਨ ਦਾ ਬੰਦਾ ਪਿਆਰ 'ਚ ਪਹਿਲਾਂ ਤਾਂ ਕਰਦਾ ਜੀ, ਪਹਿਲੇ ਕਿ ਸਾਲ। ਤੇ ਮੈਂ ਉੱਠਦਾ ਰਿਹਾ, ਚਾਹ ਚੂ ਲੈ ਕੇ ਜਾਂਦਾ ਰਿਹਾ। ਹੁਣ ਜੀ ਸਵੇਰੇ ਕਈ ਵਾਰ ਜਾਗ ਥੋੜੀ ਮੁਸ਼ਕਿਲ ਖੁੱਲਦੀ, ਤੁਹਾਨੂੰ ਪਤਾ ਸੀ ਨਾ ਕਿ ਸਰਦੀ ਦਾ ਮੌਸਮ ਹੁੰਦਾ ਸੀਗਾ। ਤੇ ਮੈਂ ਜੀ ਕਦੇ ਡਾਈਨਿੰਗ ਟੇਬਲ 'ਚ ਵੱਜਦਾ ਜਾਂਦਾ, ਕਦੇ ਆਪਣੀ ਬਿੱਲੀਆਂ 'ਚ ਵੱਜਦਾ ਜਾਂਦਾ। ਤੇ ਉੱਥੇ ਇਹ ਨਹੀਂ ਪਤਾ ਲੱਗਦਾ ਵੀ ਚਾਹ ਪੱਤੀ ਕਿਤੇ ਵੱਧ ਘੱਟ ਹੋ ਗਈ। ਉਹ ਫਰਕ ਪੈਂਦਾ ਨਹੀਂ ਸਾਲ ਕੁ ਬਾਅਦ ਥੋੜਾ ਹੈ ਨਾ। ਤੇ ਉਹ ਜਦੋਂ ਆ ਕੇ ਲਿਆਈ ਤਾਂ ਅੱਜ ਕੱਲ੍ਹ ਆਉਂਦਾ ਚਾਹ ਪੱਤੀ ਜ਼ਿਆਦਾ, ਚੀਨੀ ਥੋੜੀ ਘੱਟ ਗਈ। ਤੇ ਉਹ ਚੀਜ਼ਾਂ ਮੇਰੇ ਨਾਲ ਵੀ ਕੁਛ ਐਡ ਹੋਣੀ। ਮੈਂ ਤੁਹਾਨੂੰ ਦੱਸਦੀ ਆ, ਇਹ ਨਾ ਆਦਤ ਮੈਨੂੰ ਮੇਰੇ ਫਾਦਰ ਸਾਹਿਬ ਨੇ ਪਾਈ ਸੀ। ਮੈਨੂੰ ਡੈਡੀ ਨੇ ਠਾਣਾ, ਮੇਰੇ ਪਿੱਛੇ ਸਰਾਣੇ ਲਾਣੇ ਤੇ ਮੈਨੂੰ ਚਾਹ ਪਿਆਣੀ ਸਵੇਰੇ। ਔਰ ਇਹ ਸਾਡੇ ਘਰ ਦਾ ਰੂਟੀਨ ਹੁੰਦਾ ਸੀ ਕਿ ਮੇਰੇ ਡੈਡ ਨੂੰ ਆਦਤ ਸੀ ਸਵੇਰੇ, ਕਿਉਂਕਿ ਡੈਡੀ ਨੇ ਸਵੇਰੇ 4:30-5 ਵਜੇ ਉੱਠ ਜਾਣਾ। ਇਨਫੈਕਟ ਮੈਨੂੰ ਮੇਰੇ ਨਾ ਮਦਰ ਨੇ ਕਹਿ ਦੇਣਾ ਰਾਣਾ ਸਾਹਿਬ ਜਾ ਕੇ ਸੋ ਜਾਓ, ਮੈਂ ਆਪੇ ਦੇ ਦੂੰਗੀ। ਨਹੀਂ, ਡੈਡੀ ਨੇ ਨਾ ਮਲਾਈਆਂ ਪਾ ਕੇ ਚਾਹ 'ਚ ਮੈਨੂੰ ਉਹ ਮੋਟਾ ਕੀਤਾ ਜੋ ਕਿ ਕੰਟਰੋਲ ਹੀ ਨਹੀਂ ਹੋ ਰਿਹਾ। ਤੇ ਜੀ ਇਹ ਬਲੇ ਮੇਰੇ ਤੇ ਵੀ ਲੱਗਦਾ ਅੱਜ ਕੱਲ੍ਹ। ਜੇ ਮੈਂ ਤਾਂ ਗਾੜੀ ਥੋੜੀ ਦੁੱਧ ਦੀ ਚਾਹ ਬਣਾ ਦਿੰਦਾ, ਕਹਿੰਦੇ ਮਲਾਈ ਪਾ ਕੇ ਬੁਲਾਤੀ, ਤੇ ਫਿਰ ਤੁਸੀਂ ਮੈਨੂੰ ਮੋਟਾ ਕਰਤਾ। ਤਾਂ ਦੇਖ ਲਓ ਮੇਰਾ weight ਨਹੀਂ ਘੱਟ ਹੋ ਰਿਹਾ। ਹਾਂ, ਇਹ ਚਾਹ ਬਹੁਤ ਸਵਾਦ ਬਣਾਉਂਦੇ, ਮੈਨੂੰ ਡੈਡੀ ਦੀ ਯਾਦ ਦਵਾ ਦਿੰਦੇ ਨੇ। ਅਸੀਂ ਅੱਜ ਪੀ ਕੇ ਜਾਵਾਂਗੇ ਚਾਹ ਤੁਹਾਡੇ। ਜ਼ਰੂਰ। ਓਕੇ, ਤੁਸੀਂ ਪ੍ਰੋਡਕਸ਼ਨ ਵੀ ਕਰ ਰਹੇ ਜਾਂ ਓਨਲੀ ਡਾਇਰੈਕਸ਼ਨ? ਹਾਂਜੀ, ਸਾਡਾ ਹੁਣ ਮਤਲਬ ਅਸੀਂ ਖੁਦ ਦਾ ਡਿਸਾਈਡਡ ਪਲਾਨ ਤੁਹਾਨੂੰ ਦੱਸ ਦਿੰਨੇ ਆ ਕੀ ਹੈਗਾ। ਦੇਖੋ, ਡਾਇਰੈਕਸ਼ਨ ਤਾਂ ਕਰ ਹੀ ਰਹੇ ਆ, ਤੇ ਐਜ਼ ਅ ਆਰਟਿਸਟ ਵੀ ਮੈਂ ਤੁਹਾਨੂੰ ਹੁਣੇ ਮੂਵੀ ਦਾ ਤੁਹਾਨੂੰ ਦੱਸਿਆ ਤੁਸੀਂ ਕਿੰਨੇ ਲੱਕੀ ਹੋ। ਅੱਜ ਇਹਨਾਂ ਦਾ ਗਾਣਾ ਰਿਲੀਜ਼ ਹੋਇਆ, ਮੈਂ ਮੂਵੀ ਸਾਈਨ ਕੀਤੀ। ਬਾਕੀ ਇਹ ਐਕਟਿੰਗ ਵੀ ਬਹੁਤ ਅੱਛੀ ਕਰਦੇ ਨੇਗੇ। ਪਰ ਤੁਸੀਂ ਕਹੋਗੇ ਤੁਹਾਡੇ ਹਸਬੈਂਡ ਸਾਰਾ ਕੁਝ ਕਰਦੇ ਨੇ, ਆਲਰਾਊਂਡਰ। ਇਹ ਲਿਖਦੇ ਵੀ ਬਹੁਤ ਸੋਹਣਾ ਨੇ ਜੀ, ਠੀਕ ਹੈ। ਤੇ ਇਹ ਲਿਖਦੇ ਇੰਨਾ ਸੋਹਣਾ ਕਿ ਬਹੁਤ ਸਿੰਗਰਾਂ ਨੇ ਇਹਨਾਂ ਦੇ ਗਾਣੇ ਗਾਏ ਆ ਜੀ, ਤੇ ਇਹਨਾਂ ਨੇ ਕਦੇ ਆਪਣਾ ਨਾਂ ਦਿੱਤਾ ਨਹੀਂ ਉਸ 'ਚ। ਔਰ ਬਹੁਤ ਹਿੱਟ ਸੌਂਗਸ ਨੇ। ਜੇ ਮੈਂ ਅੱਜ ਉਹ ਨਾਂ ਲਊਂਗੀ ਤਾਂ ਫਿਰ ਉਹ ਕਹਿਣਗੇ ਹੈ ਨਾ ਪ੍ਰੋਬਲਮ ਹੈ, ਜਦ ਕਿ ਇਹਨਾਂ ਦੇ ਰਿਟਨ ਰਜਿਸਟਰਡ ਸੌਂਗਸ ਨੇਗੇ ਕਾਫੀ। ਹਾਂਜੀ। ਤੇ
ਹੁਣ ਅਸੀਂ ਇਹ ਚੀਜ਼ ਡਿਸਾਈਡ ਕੀਤੀ, ਇੱਕ ਤਾਂ ਅਸੀਂ ਆਪਣਾ ਟਰੈਕ ਲੈ ਕੇ ਆ ਰਹੇ ਹਾਂ ਜੀ, ਕਬਜ਼ਾ। ਓਕੇ। ਤੇ ਉਹ ਕਬਜ਼ਾ Song ਆਊਗਾ, ਤੇ ਉਹਦੇ ਨਾਲ ਨਾਲ ਅਸੀਂ ਡਿਸਾਈਡ ਕੀਤਾ ਕਿ ਵਿਦਿਨ 6 ਮੰਥ ਔਰ ਈਅਰ ਅਸੀਂ ਆਪਣਾ ਸਟੂਡੀਓ ਖੋਲ ਰਹੇ ਹਾਂ, ਜਿਹਦੇ ਵਿੱਚ ਸਾਰਾ ਪ੍ਰੋਡਕਸ਼ਨ ਵੀ ਹੋਏਗਾ, ਸਾਰਾ ਕੁਝ ਹੀ ਅਸੀਂ ਉਸ 'ਚ ਮੈਨੇਜ ਕਰਕੇ ਆਪਣਾ ਇੱਕ ਲਾਈਫ ਸਟਾਰਟ ਕਰਾਂਗੇ ਜੀ। ਸਾਰਾ ਕੁਝ ਮਿਲੂਗਾ, ਐਕਟਰ ਵੀ ਮਿਲੂਗਾ, ਰਾਈਟਰ ਵੀ ਮਿਲੂਗਾ, ਡਾਇਰੈਕਟਰ ਵੀ ਮਿਲੂਗਾ, ਸਟੂਡੀਓ ਵੀ ਮਿਲੂਗਾ ਗਾਣੇ ਰਿਕਾਰਡ ਕਰਨ ਲਈ, ਐਂਡ ਮੂਵੀਜ਼ ਡਬ ਕਰੋਗੇ, ਸਭ ਕੁਝ ਹੋਏਗਾ। ਬਹੁਤ ਹੀ ਅੱਛਾ ਲੱਗ ਰਿਹਾ ਮੈਨੂੰ, ਬਹੁਤ ਪਿਆਰੀ ਜੋੜੀ ਹੈ ਤੁਹਾਡੀ। ਟੱਚਵੁੱਡ, ਪਰਮਾਤਮਾ ਕਰੇ ਤੁਹਾਡੀ ਜੋੜੀ ਇੱਦਾਂ ਹੀ ਸਲਾਮਤ ਰਵੇ, ਹੱਸਦੇ ਖੇਡਦੇ ਰਹੋ ਤੁਸੀਂ, ਹੈ ਨਾ, ਤੇ ਨਵੇਂ ਪ੍ਰੋਜੈਕਟ ਲੈ ਕੇ ਸਾਹਮਣੇ ਆਓ। ਤੇ ਮੈਨੂੰ ਬਹੁਤ ਹੀ ਚੰਗਾ ਲੱਗ ਰਿਹਾ ਗੱਲ ਕਰਕੇ। ਹੋਰ ਤੁਸੀਂ ਕੋਈ ਆਪਣੇ ਵੱਲੋਂ ਕੋਈ ਮੈਨੂੰ ਕਿੱਸਾ ਸੁਣਾਉਣਾ ਚਾਹੋ ਤਾਂ? ਕਿੱਸੇ ਤਾਂ ਬਹੁਤ ਨੇਗੇ, ਸੁਣਾ ਦਿਓ ਫਿਰ ਅੱਜ। ਪਰ ਇਹਨਾਂ ਦੀ ਤੁਹਾਨੂੰ ਮੈਂ ਫਲੈਟ ਮੂਵੀ ਦਾ ਤੁਸੀਂ ਦੱਸ ਸਕਦੇ ਹੋ? ਹਾਂ। ਥੋੜਾ ਜਿਹਾ, ਜਿਹੜੀ ਫਲੈਟ ਮੂਵੀ ਅਸੀਂ ਲੈ ਕੇ ਆ ਰਹੇ ਹਾਂ, ਜਿਵੇਂ ਕਿ ਜ਼ਮੀਨ ਗਵਰਨਮੈਂਟ ਐਕਵਾਇਰ ਕਰ ਅੱਜਕੱਲ੍ਹ ਜੀ ਮੈਂ ਦੱਸਦਾ ਜੀ ਥੋੜਾ, ਤੇ ਜਿੱਦਾਂ ਆਪਣੀ ਜ਼ਮੀਨ ਐਕਵਾਇਰ ਹੋ ਜਾਂਦੀ ਆ ਜਾਂ ਉਹ ਚੀਜ਼ਾਂ, ਚਲੋ ਉਹ ਡਿਫਰੈਂਟ ਆ, ਬਟ ਕਈ ਵਾਰ ਜੋ ਹਾਲਾਤ ਅੱਜ ਦੇ ਟਾਈਮ ਤੇ ਪੈਦਾ ਹੋਏ, ਹਰ ਕਿਸੇ ਨੂੰ ਪੈਸੇ ਦੀ ਲੋੜ ਆ ਜੀ। ਉਹ ਲੋਕ ਕੀ ਕਰਦੇ ਆ, ਚੱਕ ਯਾਰ ਜ਼ਮੀਨ ਵੇਚ ਦੋ। ਹੁਣ ਜੋ ਲੋਕਡਾਊਨ ਤੋਂ ਬਾਅਦ ਜੈਸੇ ਬੁਰਾ ਹਾਲ ਹੀ ਹੋ ਚੁੱਕਿਆ ਜੀ। ਸੋ ਇੱਕ ਪਿੰਡ ਵਾਲੇ ਕੀ ਕਰਦੇ ਆ ਜੀ, ਚੱਕ ਕੇ ਉਹ ਕਹਿੰਦੇ ਯਾਰ ਜ਼ਮੀਨ ਵੇਚਦੇ, ਉਹਨੂੰ ਕੋਈ ਖਾਬ ਦਿਖਾਉਂਦਾ ਬੰਦਾ ਆ ਕੇ, ਕਹਿੰਦਾ ਯਾਰ ਤੁਸੀਂ ਐਂ ਕਰੋ, ਫਲੈਟਾਂ 'ਚ ਜਾ ਕੇ ਰਹੋ, ਆਰਾਮ ਨਾਲ, ਕਿਆ ਲਾਈਫ ਆ, ਤੁਸੀਂ ਇਹਨੂੰ ਵੇਚ ਦਿਓ, ਅੱਛੇ ਪੈਸੇ, ਅੱਛੀ ਜ਼ਿੰਦਗੀ ਜੀ। ਕਿਆ ਆਲੂ ਧਨੀਆ ਵੇਚੀ ਜਾਂਦੇ ਤੁਸੀਂ। ਉਹ ਜੱਟਾਂ ਨੂੰ ਆ ਕੇ ਪੁੱਠਾ ਦਿਮਾਗ ਦਿੰਦੇ ਆ ਜੀ, ਤੇ ਉਹ ਕੀ ਕਰਦੇ ਆ, ਕਗਲਾਂ 'ਚ ਆ ਕੇ ਕਹਿੰਦੇ ਯਾਰ ਕਹਿੰਦੇ ਇਹ ਤਾਂ ਜ਼ਮੀਨ ਵੇਚਣੀ ਸ਼ੁਰੂ ਕਰਦਾ, ਬਿਆਨੇ ਕਰ ਲੈਂਦੇ ਆ। ਉਹਨਾਂ ਦਾ ਚਾਅ ਇੰਨਾ ਕੁ ਵੱਧ ਜਾਂਦਾ, ਕਹਿੰਦੇ ਯਾਰ ਪਹਿਲਾਂ ਸਾਨੂੰ ਫਲੈਟਾਂ 'ਚ ਰਹਿ ਕੇ ਤਾਂ ਦੇਖਣ ਨੂੰ, ਸਾਨੂੰ ਤਾਂ ਹੁਣੀ ਫਲੈਟ ਚਾਹੀਦੀ। ਹਾਂਜੀ ਹਾਂਜੀ, ਬਿਲਕੁਲ। ਉਹ ਕੀ ਕਰਦੇ ਜੀ, ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਕਰ ਦਿੰਦੇ ਆ। ਜਦੋਂ ਚੰਡੀਗੜ੍ਹ ਸਾਰੀ ਟੀਮ ਪਹੁੰਚਦੀ ਹੈ ਇਹਨਾਂ ਦੀ, ਆਪਣੇ ਪਿੰਡ ਵਾਲੀ, ਤੁਹਾਨੂੰ ਪਤਾ ਫਿਰ ਹਾਲ ਕੀ ਕਰਨੇ ਸੀ। ਉੱਥੇ ਜੀ ਪਾਥੀਆਂ ਪੱਥ ਰਿਹਾ, ਫਲੈਟ 'ਚ ਕੋਈ ਬੱਕਰੀ ਬਾੜੀ ਫਿਰਦਾ, ਕੋਈ ਕੁਛ ਕਰ ਰਿਹਾ। ਉਹ ਕਹਿੰਦੇ ਯਾਰ ਇੱਥੇ ਦੀ ਲਾਈਫ, ਹੁਣ ਦਾਰੂ ਉੱਥੋਂ ਨਹੀਂ, ਇਹ ਘਰ ਦੀ ਗੱਡੀ ਲਈ ਆਉਂਦੇ ਜੀ। ਉਹ ਕਹਿੰਦੇ ਜੇ ਚੱਕੇ ਜਾਂਦੇ ਨੇ, ਮਤਲਬ ਉਹ ਫਨ ਇਹੋ ਜਿਹਾ ਹੁੰਦਾ। ਔਰ ਕਈ ਫਲੈਟ 'ਚ ਆਲਰੇਡੀ ਮਾਡਰਨ ਫੈਮਲੀਜ਼ ਰਹਿ ਰਹੀਆਂ ਨੇ, ਉਹ ਵਿਚਾਰਾ ਆਪਣਾ ਦਰਵਾਜ਼ਾ ਖੋਲਦੇ ਨੇ, ਸਾਹਮਣੇ ਬੱਕਰੀ ਬੰਦੀ ਹੋਈ ਆ, ਤੇ ਉਹ ਕਹਿੰਦੇ ਅਸੀਂ ਤਾਂ ਰਵਾਂਗੇ ਪਿੰਡੂਆਂ ਵੱਲ। ਮਤਲਬ ਕਹਿੰਦੇ ਫਲੈਟ 'ਚ ਰਹਿਣ ਨਾਲ ਸਾਡਾ ਲਾਈਫ ਸਟਾਈਲ ਕਿਵੇਂ ਚੇਂਜ ਹੋ ਸਕਦਾ, ਮਤਲਬ ਉਹ ਨਹੀਂ ਡਾਈਜੈਸਟ ਕਰ ਪਾ ਰਹੇ। ਤਾਂ ਇਹ ਨਾ ਬਹੁਤ ਕਾਮੇਡੀ ਕਨਸੈਪਟ ਲਿਖਿਆ ਹੋਇਆ, ਤੇ ਉਹਦੇ ਅੰਦਰ ਹੀ ਇੱਕ ਮੋੜ ਲਊਗੀ ਕਹਾਣੀ, ਇਹ ਕਮੇਡੀ ਦੇ ਨਾਲ ਵੀ ਇਹ ਇੱਕ ਮੈਸੇਜ ਵੀ ਦੇ ਰਹੀ ਹੈ ਜੀ। ਤੇ ਫਿਰ ਇਹਨਾਂ ਨੂੰ ਪਤਾ ਚੱਲਦਾ ਯਾਰ, ਜਦੋਂ ਸ਼ਹਿਰ 'ਚ ਇੱਥੇ ਦੀ ਲਾਈਫ ਜੀਣ ਵਾਲੇ ਬੰਦੇ, ਉਹ ਕਹਿੰਦੇ ਯਾਰ, ਕਹਿੰਦੇ ਤੁਹਾਡੀ ਤਾਂ ਪਿੰਡਾਂ ਦੀ ਲਾਈਫ ਹੀ ਬਹੁਤ ਵਧੀਆ, ਕਿ ਉਹ ਵਧੀਆ ਸਾਗ ਮੱਕੀ ਦੀ ਰੋਟੀ, ਤੁਸੀਂ ਐਡੀ ਵਧੀਆ ਲਾਈਫ ਜੀਨੇ ਹੋ। ਉਹ ਕਿਉਂਕਿ ਇੱਥੇ ਦੀਆਂ ਚੀਜ਼ਾਂ ਉਹਨਾਂ ਨੂੰ ਬਣਾ ਕੇ ਖਿਲਾਉਂਦੇ ਆ। ਉਹ ਕਹਿੰਦਾ ਅਸੀਂ ਤਾਂ ਇਹੋ ਜਿਹੀ ਲਾਈਫ ਨੂੰ ਤਰਸਦੇ ਹਾਂ। ਫਿਰ ਜਦੋਂ ਉਹਨਾਂ ਨੂੰ ਅਕਲ ਆਉਂਦੀ ਹੈ, ਫਿਰ ਪਿੰਡਾਂ ਨੂੰ ਮੋੜਦੇ ਨੇ, ਫਿਰ ਉਹ ਬਿਆਨੇ ਕੈਂਸਲ ਕਰਾਉਂਦੇ। ਫਿਰ ਉਹ ਫਾਈਟ ਆ ਜੀ, ਇੱਕ ਅੱਛੇ ਮੈਸੇਜ ਵੀ ਦੇ ਕੇ ਜਾਊਗੀ ਪਿਕਚਰ, ਬਹੁਤ ਅੱਛਾ ਮੈਸੇਜ ਆ ਜੀ। ਬਿਲਕੁਲ, ਦੇਖਿਆ ਜਾਵੇ ਤਾਂ ਇਦਾਂ ਹੀ ਹੋ ਰਿਹਾ ਹੈ ਕਿ ਜ਼ਮੀਨਾਂ ਘਟ ਰਹੀਆਂ ਹੈ ਔਰ ਉੱਥੇ ਵੱਡੀਆਂ ਬਿਲਡਿੰਗਸ ਬਣ ਰਹੀਆਂ, ਫਲੈਟਸ ਬਣ ਰਹੇ ਆ। ਤੁਸੀਂ ਦੇਖੋ ਪਿੰਡ ਤਾਂ ਖਤਮ ਹੁੰਦੇ ਜਾ ਰਹੇ ਨੇ, ਤੁਸੀਂ ਜਗ੍ਹਾ ਦੇਖੋਗੇ ਫਲੈਟਸ ਬਣਦੇ ਜਾ ਰਹੇ ਨੇ। ਬਿਲਕੁਲ। ਮਨੀ, ਮੈਂ ਤੁਹਾਨੂੰ ਦੋਨਾਂ ਨੂੰ ਹੀ ਪੁੱਛੂੰਗੀ ਐਕਚੁਅਲੀ। ਤੁਹਾਨੂੰ ਜਿੱਦਾਂ ਤੁਸੀਂ, ਮੈਨੂੰ ਲੱਗਦਾ ਜਦੋਂ ਨੀਨਾ ਮੈਮ ਦੀ ਮੈਰਿਜ ਹੋਈ ਸੀ ਯੋਗਰਾਜ ਬਾਈ ਜੀ ਨਾਲ, ਹੈ ਨਾ, ਤਾਂ ਤੁਸੀਂ 2.5 ਸਾਲ ਦੇ ਸੀ ਉਦੋਂ, ਹੈ ਨਾ। ਤੁਸੀਂ ਉਹਨਾਂ ਦਾ ਕੀ ਰੋਲ ਹੈ ਤੁਹਾਡੀ ਲਾਈਫ 'ਚ, ਮੈਂ ਜ਼ਰੂਰ ਪੁੱਛਣਾ ਚਾਹੂੰਗੀ। ਮੈਂ ਤਾਂ ਜੀ ਬਹੁਤ ਜ਼ਿਆਦਾ ਛੋਟੀ ਸੀਗੀ, ਮੈਨੂੰ ਤਾਂ ਯੋਗ ਬਾਈ ਜੀ ਦੱਸਦੇ ਆ ਕਿ ਐਂ ਕਰਦੀ ਸੀ, ਇਹ ਕਰਦੀ ਸੀ, ਹਾਂ। ਬਟ ਲੇਕਿਨ 6 ਸਾਲ ਦੀ ਉਮਰ 'ਚ ਮੈਂ ਯੋਗ ਬਾਈ ਜੀ ਨਾਲ ਲੜ ਪਈ ਸੀ, ਇਹ ਗੱਲ ਉਹ ਤੁਹਾਨੂੰ ਵੀ ਦੱਸ ਦੇਣਗੇ। ਮੈਂ ਉਹਨਾਂ ਨੂੰ ਕਹਿੰਦੀ, ਉਹਨਾਂ ਦੀ ਮੂਵੀ ਆ ਰਹੀ ਸੀ ਜੀ, ਉਸ 'ਚ ਮੂਵੀ 'ਚ ਸੀਗੇ ਰਵਿੰਦਰ ਮਾਨ ਜੀ ਨੂੰ ਲਿੱਤਾ ਸੀਗਾ ਉਹਨਾਂ ਨੇ, ਠੀਕ। ਉਹ ਲਿੱਤਾ ਵੀ ਲੈਣਾ, ਉਹ ਨਾਲ ਹੀ ਸੀਗੇ ਨੀਨਾ ਦੀਦੀ, ਤੇ ਉਹ ਸੀਗੀ ਵੀ ਲਲਕਾਰੇ ਸ਼ੇਰਾਂ ਦੇ। ਤੇ ਮੈਂ ਕਿਹਾ ਮੈਨੂੰ ਹੀਰੋਇਨ ਲਓ। ਤੇ ਬਾਈ ਜੀ ਕਹਿੰਦੇ ਤੂੰ ਤਾਂ ਬਹੁਤ ਛੋਟੀ ਐ ਪੁੱਤ, ਤੈਨੂੰ ਕਿਵੇਂ ਹੀਰੋਇਨ ਲਗਾ? ਮੈਂ ਕਿਹਾ ਕਿਉਂ, ਜੇ ਮੇਰੀ ਭੈਣ ਹੀਰੋਇਨ ਹੋ ਸਕਦੀ ਹੈ, ਮੈਂ ਕਿਉਂ ਨਹੀਂ ਹੋ ਸਕਦੀ? ਕਹਿੰਦੇ ਦੇਖ ਤੂੰ ਤਾਂ ਇੰਨੀ ਕੁ ਹੈ ਨਾ, ਨੀਨਾ ਇੰਨੀ ਲੰਬੀ ਹੈ। ਤੇ ਉਹ ਆਪਣਾ ਬਿਜ਼ੀ ਹੋ ਗਏ, ਸ਼ਾਟ ਕਰਨ ਲੱਗੇ। ਤਾਂ ਨਾ ਪ੍ਰੀਤਮ ਜੀ ਕੈਮਰਾਮੈਨ ਹੁੰਦੇ ਸੀਗੇ, ਤੇ ਨਾ ਉਹ ਮੇਰਾ ਮੂੰਹ ਦੇਖ ਰਹੇ, ਮੈਂ ਨਾ ਐਂ ਕਰਕੇ ਬੈਠੀ ਹੋਈ, ਗੁੱਸੇ 'ਚ ਬੈਠੀ ਹੋਈ। ਤੇ ਨਾ ਉਹ ਕਹਿੰਦੇ ਲੰਬੇ ਹੋਣਾ, ਮੈਂ ਕਿਹਾ ਹਾਂ। ਕਹਿੰਦੇ ਟੇਬਲ ਲਿਆ। ਮੈਂ ਨਾ ਬਹੁਤ ਭਾਰਾ ਟੇਬਲ ਖਿੱਚ ਕੇ ਲੈ ਕੇ ਆਈ, ਖਿੱਚ ਕੇ ਲਿਆ ਕੇ ਨਾ ਸੈਂਟਰ 'ਚ ਰੱਖ ਕੇ ਉਹਦੇ ਉੱਤੇ ਖੜੀ ਹੋ ਗਈ, ਆਪਣੇ ਸ਼ਾਟਸ ਦੇ ਰਹੀ ਹਾਂ। ਉਸ ਤੋਂ ਬਾਅਦ ਨਾ ਮੈਂ ਬਾਈ ਜੀ ਨੂੰ ਕਰ ਰਹੀ ਹਾਂ, ਮੈਂ ਕਿਹਾ ਹੋ ਰਿਹਾ ਉਹ ਕੋਲ ਆਇਆ, ਕਹਿੰਦੇ ਲੈ ਮੈਂ ਹੋ ਗਈ ਹੁਣ ਬਰਾਬਰ ਦੀ, ਚਲੋ ਸ਼ੂਟਿੰਗ ਸ਼ੁਰੂ ਕਰੋ। ਸੋ ਦਿਸ ਇਜ਼ ਹਾਊ ਇਟ ਸਟਾਰਟਡ। ਹਾਂ, ਜਨੂਨ ਸੀ ਇੱਕ ਸ਼ੁਰੂ ਤੋਂ। ਹਾਂਜੀ, ਸ਼ੁਰੂ ਤੋਂ ਸੀਗਾ। ਮੈਂ ਉਹੀ ਕਹਿਣਾ, ਮੈਂ ਅੱਜ ਕੱਲ੍ਹ ਇਹ ਚੀਜ਼ ਦੇਖ ਰਹੀ ਹਾਂ ਜੀ ਕਿ ਫੋਲੋਅਰਸ ਵਧਾ ਲਓ, ਲਾਈਕਸ ਵਧਾ ਲਓ। ਆਈ ਥਿੰਕ ਜਦ ਮੈਂ ਇਹ ਚੀਜ਼ ਸਟਾਰਟ ਕੀਤੀ ਸੀ ਤਦ ਇਹ ਚੀਜ਼ਾਂ ਨਹੀਂ ਸੀ, ਤਦ ਤੁਹਾਨੂੰ ਕਰਨ ਦਾ ਹੁੰਦਾ ਸੀ ਕਿ ਤੁਸੀਂ ਮਿਹਨਤ ਕਰਦੇ ਸੀਗੇ, ਹੈ ਨਾ। ਮਿਹਨਤ ਨਹੀਂ ਹੈਗੀ ਅੱਜ। ਪਰ ਜੀ ਸੌਰੀ, ਮੈਂ ਇਹਨਾਂ ਦੀ ਗੱਲ ਕੱਟ ਰਿਹਾ ਜੀ। ਮੈਨੂੰ ਵੀ ਕਈ ਚੀਜ਼ਾਂ ਨੂੰ ਐਜ਼ ਅ ਡਾਇਰੈਕਟਰ ਜਦੋਂ ਉਹ ਚੀਜ਼ਾਂ ਨੂੰ ਦੇਖਦਾ, ਮੈਂ ਚਲੋ ਕਿਸੇ ਨੂੰ ਮੈਂ ਮਾੜਾ ਨਹੀਂ ਕਹਿੰਦਾ, ਬਟ ਮੈਨੂੰ ਜੀ ਕਈ ਚੀਜ਼ਾਂ ਦੀ ਕਮੀ ਆਉਂਦੀ ਆ। ਪੰਜਾਬ ਦੇ ਵਿੱਚ ਵੀ ਮੈਨੂੰ
ਅਸਲ ਦੇ ਵਿੱਚ ਚਲੋ ਆਪਾਂ ਫੋਲੋਅਰਸ ਵਧਾ ਲਏ, ਕੋਈ ਫੇਸ ਨਾਲ ਕੋਈ ਐਕਟਿੰਗ ਨਹੀਂ, ਫੇਸ ਮੈਟਰ ਹੀ ਨਹੀਂ ਕਰਦਾ ਐਕਟਰ ਦਾ। ਨਵਾਜ਼ੁਦੀਨ ਸਿੱਦੀਕੀ ਲਾ ਲਓ ਤੁਸੀਂ, ਜਿੱਥੋਂ ਜੀ ਇਹਨਾਂ ਨੇ ਐਕਟਿੰਗ ਸਿੱਖੀ ਮੈਂ ਵੀ ਉੱਥੋਂ ਸਿੱਖਿਆ ਜੀ। ਬੈਰੀ ਜ਼ੋਨ ਦੇ ਕੋਲ ਮੈਂ ਰਿਹਾ ਜੀ, ਉੱਥੇ ਬੈਰੀ ਜ਼ੋਨ ਤੋਂ ਮੈਂ ਐਕਟਿੰਗ ਸਿੱਖੀ ਜੀ, ਜਿੱਥੋਂ ਅਮਿਤਾਭ ਬੱਚਨ ਜੀ ਸਰ ਤੇ ਸ਼ਾਹਰੁਖ ਖਾਨ ਸਰ, ਨਵਾਜ਼ੁਦੀਨ ਸਿੱਦੀਕੀ ਜੀ, ਮਨੋਜ ਵਾਜਪਾਈ ਜੀ ਸਿੱਖਿਆ ਜੀ। ਸੋ ਐਕਟਿੰਗ ਦੇ ਨਵਰਸ ਦਾ ਜੀ ਇੱਥੇ ਬਹੁਤ ਘੱਟ ਨੌਲੇਜ ਆ। ਜੋ ਮੈਂ ਅੱਜ ਵੀ ਸ਼ੂਟ ਚੱਲ ਰਿਹਾ ਸੀ, ਮੈਂ ਉੱਥੇ ਗੱਲ ਕਰੀ, ਮੈਂ ਕਿ ਨਵਰਸ ਦੀ ਨੌਲੇਜ ਬਹੁਤ ਘੱਟ ਆ। ਤੁਹਾਨੂੰ ਪਤਾ ਨਹੀਂ ਰੌਦਰ ਕਿਆ ਹੈ ਨਾ, ਤੁਹਾਨੂੰ ਇਹ ਨਹੀਂ ਪਤਾ ਵੀਰ ਰਸ ਕੀ ਹੈ, ਸ਼ਿੰਗਾਰ ਰਸ ਕੀ ਆ। ਉਹ ਚੀਜ਼ਾਂ ਤੇ ਵੀ ਮੁੰਡਿਆਂ ਨੂੰ ਥੋੜਾ ਧਿਆਨ ਦੇਣਾ ਚਾਹੀਦਾ। ਕੁੜੀਆਂ ਨੂੰ ਮੈਂ ਤਾਂ ਇਹ ਕਹਿ ਰਿਹਾ ਵੀ ਚਲੋ ਤੁਸੀਂ ਜੇ ਕੁਝ ਕਰਨਾ ਨਾ ਤੁਸੀਂ ਸਿੱਖੋ ਵਧੀਆ ਤਰੀਕੇ ਨਾਲ, ਕਿਉਂਕਿ ਜਦੋਂ ਡਾਇਰੈਕਟਰ ਦੇ ਅੱਗੇ ਤੁਸੀਂ ਜਾ ਕੇ ਖੜੇ ਹੋ ਜਾਂਦੇ ਹੋ ਹਨਾ, ਉਹਨਾਂ ਨੂੰ ਇਹ ਬੜੀਆਂ ਫੇਸ ਕਰਨੀਆਂ ਪੈਂਦੀਆਂ ਚੀਜ਼ਾਂ, ਕਿ ਥੋੜ੍ਹੀਆਂ ਚੀਜ਼ਾਂ ਨਿਕਲ ਕੇ ਨਹੀਂ ਆਉਂਦੀਆਂ, ਉਹ ਤੁਹਾਡੀ ਹੀ ਚੀਜ਼ ਖਰਾਬ ਹੁੰਦੀ ਹੈ। ਫੇਸ ਤਾਂ 4 ਦਿਨ ਨੂੰ ਢਲ ਜਾਂਦਾ ਜੀ, ਬਟ ਐਕਟ ਸਦਾ ਬਾਹਰ ਜ਼ਿੰਦਾ ਰਹਿੰਦਾ ਤੇ ਜਵਾਨ ਰਹਿੰਦਾ। ਬਿਲਕੁਲ। ਤੇ ਮੈਂ ਇੱਕ ਜੀ ਸੌਰੀ ਨਸੀਰੁਦੀਨ ਸਾਹਿਬ ਹੋਰੀ ਜਾਂ ਕਿੱਦਾਂ ਸਾਰੇ ਕਿੰਨੇ ਪੁਰਾਣੇ, ਓਮਪੁਰੀ ਜੀ ਕਿੰਨੇ ਵਧੀਆ ਸੀ ਹੈ ਨਾ। ਤੇ ਮੈਂ ਜੀ ਇੱਕ ਇਹ ਵੀ ਤੁਸੀਂ ਪੁੱਛਿਆ, ਸੌਰੀ ਮੈਂ ਇੱਕ ਗੱਲ ਫੇਰ ਕੱਟ ਰਿਹਾ, ਜਿਹਦਾ ਯੋਗਰਾਜ ਸਿੰਘ ਜੀ ਫਾਦਰ ਸਾਹਿਬ ਬਾਰੇ ਤੁਸੀਂ ਪੁੱਛਿਆ ਵੀ ਉਹਨਾਂ ਦਾ ਕੀ ਰੋਲ ਹੈ। ਉਹ ਜੀ ਮੇਰੇ ਲਈ ਰੱਬ ਵੀ ਨੇ, ਮੇਰੇ ਡੈਡ ਨੇ, ਮੇਰੇ ਫਾਦਰ ਨੇ, ਤੇ ਉਹ ਜਿੰਨਾ ਕੁ ਪਿਆਰ ਮੈਨੂੰ ਕਰਦੇ ਆ ਉਹਨਾਂ ਹੀ ਮੈਂ ਉਹਨਾਂ ਨੂੰ ਕਰਦਾ। ਮਤਲਬ ਸਾਡਾ ਪਿਆਰ ਦਾ ਕੋਈ ਲਿਮਟ ਹੀ ਨਹੀਂ। ਜਣ ਜੀ ਮੈਂ ਪਹਿਲਾਂ ਵੀ ਬੋਲ ਕੇ ਹਟਿਆ ਵੀ ਜੇ ਮੈਨੂੰ ਜ਼ਿੰਦਗੀ ਵਿੱਚ ਮੇਰੇ ਫਾਦਰ ਦਾ ਦੁਬਾਰਾ ਵੀ ਬਰਥ ਲਿਆ ਤਾਂ ਮੈਨੂੰ ਯੋਗਰਾਜ ਸਿੰਘ। ਫੋਨ ਪਹਿਲਾਂ ਮਤਲਬ ਫੋਨ ਬਾਅਦ ਚੋਂ ਤਾਂ ਪਹਿਲਾਂ ਕਹਿੰਦੇ ਮੁੰਡੇ ਨੂੰ ਤੰਗ ਨਾ ਕਰੀ, ਮੈਂ ਕਿਹਾ ਇੱਥੇ ਕਹਿੰਦੇ ਕੁੜੀਆਂ ਨੂੰ ਤੰਗ ਨਾ ਕਰਿਓ, ਉਹ ਕਹਿੰਦੇ ਮੁੰਡੇ ਨੂੰ ਤੰਗ ਨਾ ਕਰੀ। ਅਸਲ 'ਚ ਉਹਨਾਂ ਨੇ ਜੀ ਮੇਰੀ ਮੈਰਿਜ ਉਹਨਾਂ ਨੇ ਕਰਵਾਈ ਤੇ ਫਾਦਰ ਬਣ ਕੇ ਕੀਤੀ। ਮੇਰੇ ਫਾਦਰ ਸਾਹਿਬ ਨਹੀਂ ਹੈਗੇ ਜੀ, ਸੋ ਉਹਨਾਂ ਨੇ ਹੀ ਫਾਦਰ ਬਣ ਕੇ ਸਾਰੇ ਮੇਰੇ ਫਰਜ਼ ਪੂਰੇ ਕੀਤੇ ਤੇ ਉਹਨਾਂ ਵਰਗਾ ਜੀ ਕੋਈ ਬਣ ਹੀ ਨਹੀਂ ਸਕਦਾ। ਨਹੀਂ, ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਦੀ ਹਾਂ ਕਿ ਮੈਨੂੰ ਨਾ ਕਿਆ ਮੇਰੀ ਫਰੈਂਡ ਆ ਕੋਈ, ਉਹਨਾਂ ਦਾ ਉੱਧਰ ਆਉਣ ਜਾਣਾ ਹੈਗਾ ਯੋਗਰਾਜ ਬਾਈ ਜੀ ਦੇ ਘਰ, ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਉਹਨਾਂ ਦੀ ਇੰਟਰਵਿਊ ਕਰ ਲਓ। ਤੇ ਮੈਂ ਨਹੀਂ, ਮੈਨੂੰ ਉਹਨਾਂ ਤੋਂ ਡਰ ਲੱਗਦਾ। ਮਤਲਬ ਉਹਨਾਂ ਦੀ ਪਰਸਨੈਲਿਟੀ ਇਹੋ ਜਿਹੀ ਆ ਕਿ ਮੈਂ ਕਿਹਾ ਉਹਨਾਂ ਨੂੰ ਆ ਕਰਕੇ ਮੈਨੂੰ ਬਟ ਜਿੰਨਾ ਮੈਂ ਤੁਹਾਡੀਆਂ ਗੱਲਾਂ ਸੁਣ ਰਹੀ ਹਾਂ ਨਾ ਤਾਂ ਮੈਨੂੰ ਐ ਲੱਗ ਰਿਹਾ ਤਾਂ ਬਹੁਤ ਹੀ ਮਤਲਬ ਸੌਫਟ ਹਾਰਟਡ। ਕਈ ਵਾਰ ਨਾ ਮੈਨੂੰ ਇਹ ਲੱਗਦਾ ਸੀ ਕਰਦੇ ਆ ਤਾਂ ਕਰਕੇ ਸਾਨੂੰ ਪਿਆਰ ਆਂਦਾ ਜਾਂ ਬਾਹਰਲੇ। ਮੈਂ ਨਾ ਸ਼ੂਟਿੰਗ ਕਰ ਰਹੀ ਸੀ ਪਤਾ ਨਹੀਂ ਕਿਹਦੀ, ਉਹ ਯੋਗ ਬਾਈ ਜੀ ਦੀ ਨਾ ਵੈਨਿਟੀ ਦੇ ਬਾਹਰ ਖੜੇ 3-4 ਜਣੇ, ਤੇ ਮੈਂ ਕਿਹਾ ਬਾਹਰ ਕਿਉਂ ਖੜੇ ਹੋ? ਉਹਨੂੰ ਕਹਿੰਦਾ ਤੂੰ ਆਗੇ ਜਾ, ਉਹ ਕਹਿੰਦਾ ਤੂੰ ਆਗੇ ਜਾ, ਮੈਂ ਨਹੀਂ ਜਾ ਰਿਹਾ, ਤੂੰ ਸੋ ਰਿਹਾ यार, तू आगे जा। मैं ਕੀ ਕਰ ਰਹੇ ਹੋ? ਕਹਿੰਦੇ अरे शेर की तरह खा जाते हैं, हमने जा रहे एक्चुअली मूवी और है जा। अदरवाइज ਇਹ ਬਹੁਤ ਵੱਡਾ ਝੂਠ ਹੈ ਜੀ। ਨਹੀਂ ਦੇਖੋ, ਗਲਤ ਨੂੰ ਬਰਦਾਸ਼ਤ ਨਹੀਂ ਕਰਦੇ ਉਹ, ਇਹ ਗੱਲ ਸੱਚ ਹੈ, ਬਟ ਲੇਕਿਨ ਉਹ ਤਾਂ ਇੰਨੇ ਕੁ ਰੱਬ ਦੇ ਨੇੜੇ ਨੇ। ਤੁਸੀਂ ਬੈਠੋਗੇ, ਤੁਸੀਂ ਥੋੜੀ ਦੇਰ ਚ ਕਹੋਗੇ ਹੈ ਅਸੀਂ ਤਾਂ ਇਸ ਬੰਦੇ ਬਾਰੇ ਐ ਸੋਚਦੇ ਸੀ ਕਿ ਇੰਨਾ ਗੁੱਸਾ ਇਹ ਤਾਂ ਬਹੁਤ ਕਾਮ ਇਨਸਾਨ ਨੇ। ਸੱਚੀ ਇਫੈਕਟ ਹੈ। ਸਾਡੇ ਨਾਲ ਜਦ ਵੀ ਗੱਲ ਹੁੰਦੀ ਜੀ ਇਸ ਚੀਜ਼ ਨੂੰ ਲੈ ਕੇ ਗੱਲ ਹੁੰਦੀ ਹੈ, ਪਾਠ ਕਰਿਆ ਕਰੋ ਹਨਾ, ਗੁਰਬਾਣੀ ਪੜ੍ਹਿਆ ਕਰੋ, ਰੱਬ ਦੇ ਲੜ ਲੱਗੋ। ਬਟ ਜੋ ਅੱਛਾ ਇੱਕ ਸਿੱਖਿਆ ਮਿਲਦੀਆਂ ਨੇ, ਜਿੱਦਾਂ ਕਿ ਸਾਨੂੰ ਇਦਾਂ ਹੀ ਕਰ ਦਿੰਦੇ ਫਾਦਰ ਦੇ ਨਾਲ ਇੱਕ ਗੁਰੂ ਵੀ ਮਿਲ ਗਏ, ਜੋ ਜਿਨ੍ਹਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੀ। ਬਿਲਕੁਲ। ਤੋ ਇਹ ਪਬਲਿਕ ਨੂੰ ਇਹੀ ਬੋਲਦੇ ਜੀ, ਜਦੋਂ ਕਿਤੇ ਆਪਣੇ ਬਾਹਰ ਵੀ ਗੱਲ ਇੰਟਰਵਿਊਜ਼ ਨੇ ਹਮੇਸ਼ਾ ਬੋਲਿਆ ਜਾਂਦਾ। ਤੁਹਾਨੂੰ ਪਤਾ ਸਾਡੀ ਮੈਰਿਜ ਹੋਈ ਲੋਕਡਾਊਨ 'ਚ, ਤੇ ਸਾਡੇ ਨਾਲ ਲੋਕਡਾਊਨ 'ਚ ਯੋਗ ਬਾਈ ਜੀ ਫਸੇ ਹੋਏ ਸੀਗੇ। ਜਦ ਅਸੀਂ ਰੋਮਾਂਟਿਕ ਗਾਣੇ ਸੁਣਨੇ ਸੀ ਨਾ ਨਵੇਂ ਵਿਆਹ ਦੇ, ਤਦ ਅਸੀਂ ਪਾਠ ਸੁਣਿਆ, ਕਿਉਂਕਿ ਬਾਈ ਜੀ ਰਾਤ ਨੂੰ 3 ਵਜੇ ਪਾਠ ਲਾ ਲੈਂਦੇ ਨੇ ਤੇ ਘਰ 'ਚ ਜ਼ਿਆਦਾ ਕਰ ਪਾਠ ਹੀ ਲਾਦਾ ਸੀ। ਤਾਂ ਵੀ ਹੈਡ ਅ ਵੈਰੀ ਗੁੱਡ ਟਾਈਮ, ਅਸੀਂ ਬਹੁਤ ਇੰਜੋਏ ਕੀਤਾ। ਬਟ ਐਕਚੁਅਲੀ ਇਹ ਵੀ ਬਹੁਤ ਔਖਾ, ਕਿਉਂਕਿ ਇੰਨੀ ਭਗਤੀ ਵੀ ਕੋਈ ਨਹੀਂ ਕਰ ਇਹ ਸਕਦਾ ਵੀ ਜਿੰਨਾ ਉਹ ਔਖਾ ਪਾਠ ਵੀ, ਕਰਦੇ ਇਹ ਔਖਾ ਹੈ ਬਹੁਤ, ਸਭ ਤੋਂ ਔਖਾ ਕੰਮ ਹੈ। ਬਿਲਕੁਲ ਬਿਲਕੁਲ। ਇਹ ਵੀ ਪਰਮਾਤਮਾ ਕਿਸੇ ਤੇ ਮਿਹਰਬਾਨ ਹੁੰਦਾ ਹੈ, ਨਹੀਂ ਤਾਂ ਨਾ ਬਿਲਕੁਲ ਬਹੁਤ ਬਹੁਤ ਜੁੜੇ ਹੋਏ ਨੇ ਉਹ ਰੱਬ ਦੇ ਨਾਲ, ਬਹੁਤ ਜ਼ਿਆਦਾ। ਹੁਣ ਮੈਨੂੰ ਤੁਸੀਂ ਕੋਈ ਵੀ ਤੁਹਾਡਾ ਕਿਹੜਾ ਨਵਾਂ ਪ੍ਰੋਜੈਕਟ ਆ ਰਿਹਾ ਹੈ ਜਾਂ ਕੀ ਕਰ ਰਹੇ ਤੁਸੀਂ ਸਪੈਸ਼ਲ, ਹੈ ਨਾ, ਮੈਨੂੰ ਉਹਦੇ ਬਾਰੇ ਵੀ ਦੱਸੋ। ਇੱਕ ਤਾਂ ਫਲੈਟ ਦੱਸਿਆ ਸੀ ਤੁਹਾਨੂੰ ਹੈ ਨਾ, ਤੇ ਇੱਕ ਆਪਾਂ ਐਕਚੁਅਲੀ ਦੀਪ ਭਾਜੀ ਦਾ ਜੋ ਵੀ ਹੋਇਆ ਉਸ ਤੋਂ ਬਾਅਦ ਅਸੀਂ ਨਾ ਆਲਰੇਡੀ ਜੋ ਫਲੈਗ ਤੇ ਚੀਜ਼ਾਂ ਹੋਈਆਂ ਸੀ, ਅਸੀਂ ਉਹ ਚੀਜ਼ ਤੇ ਆਲਰੇਡੀ ਸੋਚਦੇ ਸੀਗੇ, ਕਿਉਂਕਿ ਇਹਨਾਂ ਦੀ ਸ਼ਕਲ ਦੀਪ ਭਾਜੀ ਨਾਲ ਬਹੁਤ ਮਿਲਦੀ ਆ। ਤੇ ਬਟ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਡੈਥ ਤੋਂ ਬਾਅਦ ਨਾ ਅਸੀਂ ਕਾਫੀ ਚੀਜ਼ਾਂ ਨੋਟ ਕੀਤੀਆਂ ਕਿ ਲੋਕਾਂ ਦੇ ਗਾਣੇ ਆ ਰਹੇ ਨਾ, ਤੇ ਮੈਂ ਉਹ ਚੀਜ਼ ਨਹੀਂ ਕਰਨਾ ਚਾਹੁੰਦੀ ਕਿ ਕਿਸੇ ਦੀ ਡੈਥ ਕੈਸ਼ ਕਰਨੀ ਹੈ ਨਾ। ਪਰ ਅਦਰਵਾਈਜ਼ ਅਸੀਂ ਕੀ ਕਨਸੈਪਟ ਸੋਚਿਆ ਹੋਇਆ ਸੀਗਾ ਕਿ ਇਹਨਾਂ ਨੂੰ ਲੈ ਕੇ ਉਹ ਪੂਰਾ ਫਲੈਗ ਸਿਸਟਮ ਦਿਖਾ ਕੇ ਅਸੀਂ ਉਹ ਇੱਕ ਚੀਜ਼ ਲੈ ਕੇ ਆਵਾਂਗੇ ਕਿ ਕੀ ਹੋਇਆ ਸੀ, ਕਿਵੇਂ ਬੈਰੀਅਲਸ ਟੁੱਟੇ ਸੀ, ਕੀ ਕੀਤਾ ਗਿਆ ਸੀ, ਕਿਉਂ ਕੀਤਾ ਸੀ, ਕਿਹਨੇ ਪੁਸ਼ ਕੀਤਾ ਸੀ, ਉਹ ਸਾਰਾ ਸਰਚ ਕਰਕੇ ਆਪਾਂ ਉਹ ਚੀਜ਼ ਲੈ ਕੇ ਜ਼ਰੂਰ ਆਵਾਂਗੇ ਜਿਹ 'ਚ ਇਹ ਪਲੇ ਕਰਨਗੇ। ਹੀ ਇਜ਼ ਅ ਵੈਰੀ ਗੁੱਡ ਐਕਟਰ ਆਲਸੋ। ਇਹਨਾਂ ਨੇ ਕਾਫੀ, ਤੁਸੀਂ ਕਹੋਗੇ ਆਪਣੇ ਘਰ ਵਾਲੇ ਦੀ ਤਾਰੀਫ ਕਰੀ ਜਾਂਦੀ ਹੈ। ਨਹੀਂ ਕੋਈ ਗੱਲ ਨਹੀਂ, ਦੋਨੋਂ ਜਣੇ ਬੈਠੋ, ਕੋਈ ਚੱਕਰ ਨਹੀਂ। ਅਸੀਂ ਸੁਣਿਆ, ਸਾਨੂੰ ਚੰਗਾ ਲੱਗ ਰਿਹਾ ਸੁਣ ਕੇ।
ਕੋਈ ਗੱਲ ਨਹੀਂ। ਨਹੀਂ ਮਜ਼ਾਕ ਕਰ ਰਹੀ ਹਾਂ, ਨਹੀਂ ਬਹੁਤ ਅੱਛਾ ਇਹਨਾਂ ਦੀ ਸ਼ਕਲ ਮਿਲਦੀ ਸੀ ਤੇ ਮੈਂ ਉਸ ਦਿਨ ਬੈਠੇ ਬੈਠੇ ਮੈਂ ਕਿਹਾ ਆਪਾਂ ਨਾ ਟਾਈਗਰ ਜਦੋਂ ਇਹ ਚੀਜ਼ ਚੱਕਣੀ ਆ ਤਾਂ ਆਪਾਂ ਵਾਈ ਨਾਟ ਯੂ ਪਲੇ ਦੀਪ ਭਾਜੀ ਐਂਡ ਆਪਾਂ ਇਹਨੂੰ ਮੂਵੀ ਨੂੰ ਕਰਾਂਗੇ। ਪਰ ਜੇ ਮਨੀ ਤੁਸੀਂ ਉਹ ਚੀਜ਼ ਸਹੀ ਤਰੀਕੇ ਨਾਲ ਦਿਖਾ ਜਾਂਦੇ ਹੋ ਤਾਂ ਇਹ ਬਹੁਤ ਲੋਕਾਂ ਨੂੰ ਚੰਗੀ ਵੀ ਲੱਗੂਗੀ ਇਹ ਚੀਜ਼, ਜੇ ਹਾਂ ਜੇ ਸਹੀ ਤਰੀਕੇ ਨਾਲ ਉਹ ਦਿਖਾਈ ਜਾਂਦੀ ਹੈ ਕਿ ਕੀ ਹੋਇਆ ਸੀ ਉਦੋਂ। ਕਿਸਾਨੀ ਮੋਰਚੇ ਦੀ ਪੂਰੀ ਕਹਾਣੀ ਦਿਖਾਈ ਜਾਊਗੀ ਜੀ, ਜਿੱਦਾਂ ਬੈਰੀਅਰਸ ਟੁੱਟੇ ਸੀ, ਉਹ ਬਹੁਤ ਵੱਡੀ ਫਾਈਟ ਹੋਈ ਹੈ ਜੀ। ਬਿਲਕੁਲ ਬਿਲਕੁਲ, ਸਰਚ ਬਹੁਤ ਕਰਨੀ ਪਏਗੀ, ਸਰਚ ਬਹੁਤ ਕਰਨੀ ਪਏਗੀ ਜੀ। ਹਾਂਜੀ, ਉਹ ਇਹ ਨਹੀਂ ਕਿ ਅਸੀਂ ਸੋਚ ਲਿਆ ਤਾਂ ਉਹ ਚੀਜ਼ ਬਣ ਜਾਏਗੀ, ਨਹੀਂ ਜੀ, ਕਿ ਕੋਈ ਚੀਜ਼ਾਂ ਅਸੀਂ ਗਲਤ ਨਹੀਂ ਦਿਖਾ ਸਕਦੇ, ਝੂਠ ਨਹੀਂ ਦਿਖਾ ਸਕਦੇ, ਹੈ ਨਾ। ਕਾਫੀ ਚੀਜ਼ਾਂ ਹਜੇ ਪਤਾ ਨਹੀਂ, ਕਿਉਂਕਿ ਬਹੁਤ ਵੱਡੀ ਘਟਨਾ ਹੋਈ ਸੀਗੀ, ਇਹਨੂੰ ਮਤਲਬ ਨਾਰਮਲੀ ਨਹੀਂ ਲੈ ਸਕਦੇ ਆਪਾਂ, ਕਾਫੀ ਹਾਂਜੀ ਉਹ ਵੀ ਘਟਨਾ ਹੋਈ ਸੀ। ਤੇ ਬਾਕੀ ਜੋ ਦੀਪ ਭਾਜੀ ਦੇ ਨਾਲ ਹੋਇਆ ਹੈ, ਹੁਣ ਉਹ ਹੋਇਆ ਹੈ ਨਹੀਂ ਹੋਇਆ, ਕੀਤਾ ਗਿਆ ਜਾਂ ਅਨਫੋਰਚੂਨੇਟਲੀ ਹੋਇਆ, ਉਹ ਵੀ ਇੱਕ ਮਿਥ ਹੈ। ਮਤਲਬ ਹਜੇ ਕੁਝ ਪਤਾ ਨਹੀਂ ਆਪਾਂ ਨੂੰ, ਉਹ ਤੇ ਵੀ ਸਰਚ ਜਦ ਤੱਕ ਹਜੇ ਹੋਰ ਨਿਊਜ਼ ਵਗੈਰਾ ਚੀਜ਼ਾਂ ਨਹੀਂ ਸਾਹਮਣੇ ਆਉਂਦੀਆਂ ਆਪਾਂ ਉਸ ਚੀਜ਼ ਨੂੰ ਨਹੀਂ ਕਰ ਸਕਦੇ। ਬਿਲਕੁਲ ਹਾਂ, ਜਾਂ ਆਪਾਂ ਸਿੱਧਾ ਉਸ ਦਾ ਐਂਡ ਡੈਡ ਨਹੀਂ ਦਿਖਾ ਸਕਦੇ ਕਿ ਬੰਦਾ ਖਤਮ ਹੋ ਗਿਆ। ਹਾਂ ਅਸੀਂ ਇਸ ਚੀਜ਼ ਨੂੰ ਨਾ ਐਕਚੁਅਲੀ ਫਰਮਾਵਾਂਗੇ ਇਸ ਤਰੀਕੇ ਨਾਲ ਕਿ ਰੱਬ ਦਾ ਮੈਸੇਂਜਰ ਆਇਆ, ਕੋਈ ਨੈਸ਼ਨਲ ਹੀਰੋ ਆਇਆ ਜੀ, ਇੱਕ ਮੈਸੇਂਜਰ ਦੇ ਰੂਪ ਉਹ ਚ ਸੀਗੇ ਤਾਂ ਇਦਾਂ ਹੀ। ਹਾਂਜੀ, ਉਸ ਰੂਪ ਚ ਅਸੀਂ ਉਹਨਾਂ ਨੂੰ ਪ੍ਰੈਜ਼ੈਂਟ ਕਰਾਂਗੇ। ਬੜੇ ਨਾਈਸ ਪਰਸਨ ਸੀਗੇ ਜੀ। ਮੇਰਾ ਉਹਨਾਂ ਨਾਲ ਗੱਲ ਵੀ ਹੋਈ ਸੀ, ਅਸੀਂ ਇੱਕ ਪ੍ਰੋਜੈਕਟ ਕਰ ਵੀ ਰਹੇ ਸੀਗੇ ਤੇ ਕਰਨ ਹੀ ਵਾਲੇ ਸੀ ਜੀ ਅਸੀਂ। ਤੇ ਮੇਰਾ ਪ੍ਰੋਜੈਕਟ ਲਿਖਿਆ ਹੈ ਜੀ ਜੋਕਰ, ਜਿਹਦੇ ਅੰਦਰ ਅਸੀਂ ਦੋਨੋਂ ਪਲੇ ਕਰ ਰਹੇ ਸੀ ਤੇ ਮੈਂ ਉਹਨਾਂ ਦੇ ਬ੍ਰਦਰ ਦੇ ਕਰੈਕਟਰ ਪਲੇ ਕਰ ਰਿਹਾ ਸੀ ਤੇ ਅਸੀਂ ਦੋਨੋਂ ਜੋਕਰ ਪਲੇ ਕਰ ਰਹੇ ਸੀ। ਡਿਫਰੈਂਟ ਕਨਸੈਪਟ ਸੀਗਾ ਜੀ। ਸੋ ਬਹੁਤ ਵੱਡਾ ਘਾਟਾ ਪਿਆ ਜੀ ਉਹ, ਸ਼ਾਇਦ ਮੈਂ ਕਹਿੰਦਾ ਫਿਲਮ ਇੰਡਸਟਰੀ ਨੂੰ ਜੀ ਜਿੱਡਾ ਵੱਡਾ ਘਾਟਾ ਪਿਆ ਉਹ ਪੈ ਹੀ ਨਹੀਂ ਸਕਦਾ। ਇੱਕ ਸੂਰਮਾ ਚਲ ਗਿਆ ਜੀ। ਬੜੇ ਅਲੱਗ ਜੀ ਪਰਸਨੈਲਿਟੀ। ਤੇ ਜੇ ਮੈਂ ਟਾਈਗਰ ਵੀਰੇ ਤੁਹਾਨੂੰ ਪੁੱਛਾਂਗੇ, ਤੁਸੀਂ ਪਹਿਲਾਂ ਕੋਈ ਕਿਹੜੀ ਕਿਸੇ ਮੂਵੀ 'ਚ ਆਏ ਹੋ ਤੁਸੀਂ, ਜਾਂ ਕਿੱਥੋਂ ਤੁਸੀਂ ਕਿਵੇਂ ਸਟਾਰਟ ਕੀਤਾ ਸੀ? ਮੈਂ ਦੱਸ ਰਿਹਾ ਜੀ, ਮੈਂ ਸੀਆਰਐਮ ਸ਼ੂਟਿੰਗ 'ਚ ਸੁਪਰ ਮਾਡਲ ਸੀਗਾ ਜੀ। ਤੇ ਜੌਨ ਇਬਰਾਹਿਮ ਦੀਨੋ ਬਿਪਾਸ਼ਾ ਇਹ ਸਾਰੇ ਮੇਰੇ ਬੈਚਮੇਟ ਸੀਗੇ ਜੀ। ਤੇ ਮੈਂ ਜੀ ਸੀਆਰਐਮ ਸ਼ੂਟਿੰਗ ਸੁਪਰ ਮਾਡਲ ਰਿਹਾ, ਫਿਰ ਮੈਂ ਬਾਲੀਵੁੱਡ ਫੌਕਸ ਤੇ ਰਿਹਾ ਜੀ, ਜਿੱਥੇ ਪ੍ਰਿਯੰਕਾ ਚੋਪੜਾ, ਦੀਪਿਕਾ ਪਾਦੂਕੋਣ ਵਗੈਰਾ ਰਹੇ ਸਾਰੇ ਜੀ। ਫਿਰ ਮੈਨੂੰ ਮੈਰੀ ਕਾਮ 'ਚ ਮੌਕਾ ਮਿਲਿਆ ਜੀ, ਉਮੰਗ ਕੁਮਾਰ ਜੀ ਨੇ ਮੌਕਾ ਦਿੱਤਾ ਮੈਰੀ ਕਾਮ 'ਚ ਕੰਮ ਕਰਨ ਦਾ, ਅਸਿਸਟ ਕਰਨ ਦਾ ਜੀ ਨਾਲ। ਤੇ ਮੈਰੀ ਕਾਮ ਮੈਂ ਕੀਤੀ ਜੀ। ਫਿਰ ਮੈਨੂੰ ਰਾਜਾ ਨਟਵਰ ਲਾਲ ਦਾ ਥੋੜ੍ਹਾ ਕੰਮ ਕੁਛ ਮਿਲਿਆ ਤੇ ਇੱਦਾਂ ਵੱਧਦੇ ਗਏ ਜੀ ਅੱਗੇ। ਮਤਲਬ ਐਕਟ ਦਾ ਸੀਗਾ ਜੀ ਮੇਰੇ ਅੰਦਰ। ਮੈਂ ਜੋ ਪਹਿਲਾਂ ਵੀ ਗੱਲ ਸ਼ੁਰੂ ਕੀਤੀ ਸੀ ਸਟਾਰਟਿੰਗ ਦੇ ਵਿੱਚ ਵੀ ਮੈਨੂੰ ਸੀਗਾ, ਹਰ ਇੱਕ ਮੁੰਡੇ ਨੂੰ ਹੁੰਦਾ ਜੀ ਮੈਂ ਕੁਛ ਕਰਾਂ ਤੇ ਜਨੂਨ ਹੁੰਦਾ ਅੰਦਰ, ਤੇ ਬਟ ਬ੍ਰੇਕ ਨਹੀਂ ਮਿਲਦੇ। ਸੋ ਇਹਦੇ ਲਈ ਮੈਂ ਸੋਚਿਆ, ਮੈਂ ਕਿਹਾ ਯਾਰ ਮੈਂ ਮੋਡਲਿੰਗ ਵੀ ਕੀਤੀ, ਫਿਰ ਮੈਂ ਜੀ ਐਕਟਿੰਗ ਵੀ ਸਿੱਖੀ। ਫਿਰ ਮੈਂ ਸੋਚਿਆ ਕਿਉਂ ਨਾ ਯਾਰ ਡਾਇਰੈਕਸ਼ਨ ਨੂੰ ਟਰਾਈ ਕਰਾਂ, ਜੇ ਡਾਇਰੈਕਸ਼ਨ ਸਿੱਖਾਂ ਆਪਾਂ ਖੁਦ ਤੇ ਖੇਡ ਸਕਦੇ ਹਾਂ। ਪਰਮੇਸ਼ ਵੀਰ ਵੀ ਕਰ ਰਿਹਾ ਅੱਜ ਕੱਲ੍ਹ, ਹੈ ਨਾ। ਉਹ ਅੱਛੀ ਸੋਚ ਆ, ਖੁਦ ਤੇ ਕਰਕੇ ਖੁਦ ਤੇ ਖੇਡੋ, ਤੁਹਾਨੂੰ ਕਿਸੇ ਨੇ ਚਾਂਸ ਨਹੀਂ ਦੇਣਾ। ਇਹ ਇੱਕ ਸੱਚਾਈ ਆ ਬਹੁਤ ਵੱਡੀ। ਪਰ ਮੇਰੇ ਅੰਦਰ ਜੀ ਕੁਛ ਗਲਤ ਫਹਿਮੀਆਂ ਵੀ ਸੀਗੀਆਂ। ਮੈਂ ਤੁਹਾਨੂੰ ਇਸ ਚੀਜ਼ ਨੂੰ ਬੜੇ ਕਮੇਡੀ ਦੇ ਮੈਂ ਬੈਰੀ ਜੋਨ ਤੇ ਐਕਟ ਕਰ ਰਿਹਾ ਸੀ ਜੀ, ਤੇ ਸਰ ਸੀਗੇ ਤੇ ਸਾਰੇ ਜਣੇ ਉਹ ਕਹਿੰਦੇ ਯਾਰ ਤੇਰਾ ਐਕਟ ਕਿਆ ਲੱਗ ਰਿਹਾ ਹੈ? मैं क्या खा जाएगा तो नहीं जी, वो सारे उत्थे इकट्ठे हुए। मैं क्या लग रहा है? मैं चौड़ा हो गया जी। मैं कहा यार मैं तो हीरो लॉन्च हाँ। मैं कहा जॉन भी आ रहा, मैं हीरो लॉन्च मैं तो हीरो, मैं थोड़ा मेरी छाती थोड़ी पंजाबियां जी जल्दी फुल जाती है थोड़ी, मैं थोड़ी हवा लै गया तो मैं कहा लै भी मैं तो आ गया भी छा गया मैं तो। हौली हौली वो मैनू कहना यार, कहने क्या लग रहा है, क्या फ्रेम है तेरा, क्या है भाई, क्या फेस है, विलन लग रहे हो। मेरी हवा निकली। मैं कहा जी मैं पहला मैं कहा जी मेरे अंदर अग बड़ी जी उस टाइम ते ना, क्योंकि जवानी का जोश होंदा, थोड़ी एज हजी होंदी है। मेरी एज भी उदों घट ही सी जी, 21 साल दी सी, 21-22। पर मैं कहा यार जद मैं इहनूं कुट्टां फड़ के, मैनूं बड़ा गुस्सा चढ़िया ਉਹਦੇ ਉੱਤੇ देख के। पर जो मैनूं चीज़ां नूं समझना शुरू किया एक्ट के अकॉर्डिंग सारियां चीज़ां दे भी यार, मैं कहा भी विलन की तो परसनैलिटी बहुत वधिया होंदी है। मतलब ਤੁਹਾਨੂੰ ਵੀ ਨੈਗੇਟਿਵ ਰੋਲ ਪਸੰਦ ਹੈ? ਮੈਨੂੰ ਜੀ ਆਈ ਲਵ ਨੈਗੇਟਿਵ ਉਸ ਟਾਈਮ ਤੋਂ ਬਾਅਦ। ਨਹੀਂ ਮੈਂ ਤੁਸੀਂ ਅਗਰ ਇਹਨਾਂ ਨੂੰ ਧਿਆਨ ਨਾਲ ਦੇਖੋ ਤੁਹਾਨੂੰ ਹੀਰੋ ਦਿਖਦੇ ਨੇ, ਇਹ ਤੁਹਾਨੂੰ ਵਿਲਨ ਹੀ ਦਿਖਦੇ ਨੇ। ਇਹ ਸ਼ਾਇਦ ਮੇਰੀ ਦੋਨੋਂ ਬੈਠੇ ਹੀਰੋ ਹੀ ਨਹੀਂ ਲੱਗ ਰਹੇ ਹੋ ਮੈਨੂੰ। ਨਹੀਂ ਉਹ ਦੈਟ ਇਜ਼ ਸੋ ਸਵੀਟ। ਬਟ ਮੈਂ ਨਹੀਂ, ਬੜੇ ਪੋਜ਼ਿਟਿਵ ਵੇ ਨਾਲ ਮੈਂ ਇਹਨਾਂ ਨੂੰ ਚੂਜ਼ ਹੀ ਨੈਗੇਟਿਵ ਕਰਕੇ। ਮੈਨੂੰ ਰਗੜ ਫੇਸ ਪਸੰਦ ਆ ਮੁੰਡਿਆਂ ਦੇ, ਮਤਲਬ ਇੱਕ ਵਿਲਨ ਟਾਈਪ ਹੋਵੇ। ਮੇਰੇ ਇਹਨਾਂ ਸਾਡੇ ਵਿਆਹ ਤੇ ਕਿਸੇ ਨੇ ਕਹਿਤਾ ਕਿ ਮੁੰਡਾ ਤਾਂ ਗੁੰਡਾ ਹੈ, ਇਹ ਇਹਨਾਂ ਦੇ ਨਾ ਕਿਤੋਂ ਪਿੰਡੋਂ ਕਿਸੇ ਨੇ ਕਹਿਤਾ। ਤੇ ਜੀ ਯੋਗ ਬਾਈ ਜੀ ਕਹਿੰਦੇ ਉਹ ਕਿਸੇ ਨੇ ਫੋਨ ਕਰਕੇ ਯੋਗ ਬਾਈ ਜੀ ਨੂੰ ਕਿਹਾ ਜੀ ਉਹ ਮੁੰਡਾ ਤਾਂ ਗੁੰਡਾ, ਮੈਨੂੰ ਗੁੰਡਾ ਹੀ ਚਾਹੀਦਾ ਕਹਿੰਦੇ। ਤਾਂ ਉਹ ਮੂੰਹ ਤੋਂ ਹੀ ਲਾ ਦਿੰਦੇ ਨੇ। नहीं असल च सच्ची गल दसां जी, मैनू देखो एक बहुत वड्डे जी लेजेंड ने पंजाब दे बाबा बोड़ ने, योगराज सिंह सरदार, योगराज सिंह जी बाबा बोड़ उन्हां वर्गा जी किहड़ा ना।
ਉਹਨਾਂ ਦੀ ਐਕਟਿੰਗ ਮੈਂ ਬਚਪਨ ਤੋਂ ਦੇਖਦਾ ਹੁੰਦਾ ਜੀ। ਅੱਜ ਤਾਂ ਨਹੀਂ, ਸਾਡੇ VCR ਦੇ ਟਾਈਮ ਉਦੋਂ VCR ਹੁੰਦੇ ਸੀਗੇ ਜੀ। ਅਸੀਂ ਪਿੰਡਾਂ 'ਚ ਇਹੋ ਜਿਹਾ ਵੀ ਹੁੰਦਾ ਸੀ, ਪਹਿਰੇ ਲੱਗਦੇ ਹੁੰਦੇ ਸੀ ਚੌਂਕ ਦੇ ਵਿੱਚ VCR ਲਾ ਕੇ ਬੈਠ ਗਏ, ਫਿਲਮ ਲਾ ਲਾ ਕੇ ਬਦਲਾ ਜੱਟੀ ਦਾ ਲਾ ਲਾ, ਤੇ ਬਾਈ ਜੀ ਦੇ ਡਾਇਲੌਗ ਬੋਲੀ ਜਾਣੇ ਸੀ ਬੈਠ ਕੇ। ਮਤਲਬ ਮੈਂ ਫੋਲੋ ਉਹਨਾਂ ਨੂੰ ਬਚਪਨ ਤੋਂ ਕਰ ਰਿਹਾ, ਪਰ ਮੈਨੂੰ ਇੱਕ ਹੀਰੋ ਪਸੰਦ ਹੁੰਦਾ ਸੀ। ਫਿਰ ਮੈਨੂੰ ਜਦੋਂ ਇਹ ਚੀਜ਼ਾਂ ਦੀ ਸਮਝ ਆਈ, ਮੈਂ ਕਿਹਾ ਯਾਰ ਵਿਲਨ ਤੋਂ ਉੱਤੇ ਤਾਂ ਕੁਝ ਵੀ ਨਹੀਂ ਹੁੰਦਾ। ਜਿੱਦਾਂ ਇੱਥੇ ਜੀ ਪੰਜਾਬ ਦੇ ਵਿੱਚ ਬਾਬਾ ਬੁੱਢ ਸਰਦਾਰ ਯੋਗਰਾਜ ਸਿੰਘ ਜੀ ਨੇ, ਉੱਦਾਂ ਮੈਨੂੰ ਮੇਰੀ ਇਹ ਚੋਇਸ ਤੇ ਦੂਸਰੇ ਬਾਲੀਵੁੱਡ ਤੋਂ ਅਮਰੀਸ਼ ਪੁਰੀ ਸਾਹਿਬ, ਉਹਨਾਂ ਦਾ ਕੋਈ ਕਾਟ ਹੀ ਨਹੀਂ ਜੀ। ਮੈਂ ਕਹਿੰਦਾ ਸਦੀਆਂ ਤੱਕ ਨਹੀਂ ਕੋਈ ਸਕਦਾ ਉਹ ਜਗ੍ਹਾ ਲੈ ਸਕਦਾ। ਸੋ ਇਸ ਲਈ ਆਈ ਲਵ ਨੈਗੇਟਿਵ। ਤੇ ਮੈਂ ਜੀ ਉਹ ਵੀ ਬੋਲਣਾ ਚਾਹੁੰਦਾ, ਸੌਰੀ ਜੀ ਮੈਨੂੰ ਕਦੇ ਹੀਰੋ ਕੋਈ ਨਾ ਲਿਓ, ਫਿਲਮ ਨਾ ਡਬੋਇਓ, ਤੇ ਇਹਦੇ ਨਾਲ ਚੰਗਾ ਵਿਲਨ ਲਈ ਦਿਓ ਤੇ ਫਸਮਾ ਕੋਈ ਕਰੈਕਟਰ ਦਿਓ, ਆਈ ਲਵ ਤੇ ਮੈਂ ਕਰੂੰਗਾ ਜੀ। ਹਾਂ ਨਹੀਂ, ਪਰਮਾਤਮਾ ਕਰੇ ਛੇਤੀ ਛੇਤੀ ਤੁਹਾਡੀ ਇੱਛਾ ਪੂਰੀ ਹੋਵੇ। ਹਾਂਜੀ, ਇਹ ਚੀਜ਼ ਹੋਈ ਵੀ ਜੀ। ਇੱਕ ਇਨਸੀਡੈਂਸ ਹੋਣੀ, ਤੇ ਜਦੋਂ ਸਰਵੀ ਚੀਮਾ ਤੇ ਸੁਰਿੰਦਰ ਸ਼ਿੰਦਾ ਜੀ ਦਾ ਟਰੈਕ ਆਇਆ, ਤੇ ਉਹ ਕਹਿੰਦੇ ਕੁੱਕਰ ਦਾ ਕਰੈਕਟਰ ਪਿਆ, ਤੇ ਕਹਿੰਦੇ ਕੁੱਕਰ ਦਾ, ਮਨੀ ਕਹਿੰਦੇ ਬੇਟਾ ਅਗਰ ਤੁਸੀਂ ਟਰਾਈ ਕਿਉਂ ਨਾ ਕਰੋ। ਮੈਂ ਕਿਹਾ ਯਾਰ ਕਰੈਕਟਰ ਅੱਛਾ, ਮੈਂ ਕਿਹਾ ਪਰ ਕਰਨ ਨੂੰ ਤਾਂ ਹੋਵੇ ਨਾ ਅੰਦਰ ਕੁਛ, ਤਾਂ ਚੱਲੀਏ ਨਾ ਅੰਦਰ। ਸੋ ਇਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਮੇਰੇ ਹਸਬੈਂਡ ਕਰ ਰਹੇ, ਕਹਿੰਦੇ ਟਾਈਗਰ ਕਰ ਰਿਹਾ, ਕਹਿੰਦੇ ਟਾਈਗਰ ਆ ਜਾ ਦੇਖ ਲਾ, ਕਹਿੰਦੇ ਹੋ ਜਾਊਗਾ। ਮੈਂ 2 ਮਿੰਟ ਗਾਣਾ ਸੁਣਿਆ, ਸਮਝਿਆ, ਕਿਉਂਕਿ ਖੁਦ ਵੀ ਇਸ ਫੀਲਡ ਨਾਲ ਜੁੜਿਆ। ਮੈਂ ਕਿਹਾ ਯਾਰ ਪਿੰਡ ਦਾ ਵਿਗੜਿਆ ਜੇ ਬੰਦਾ, ਫੀਮ ਖਾਲਾ, ਮੋੜ ਤੇ ਖੜ ਕੇ ਕੁੜੀਆਂ ਛੇੜਨ ਵਾਲਾ। ਮੈਂ ਕਿਹਾ ਮੈਂ ਸਮਝ ਗਿਆ ਕੁੱਕਰ ਕੀ ਹੈ, ਮੈਂ ਕਿਹਾ ਛੱਡ ਦੋ, ਮੈਂ ਕਿਹਾ ਜੀ ਮੇਰੇ ਤੇ। ਉਹ ਤੋਂ ਬਾਅਦ ਜੀ ਜਦੋਂ ਉਹ ਚੀਜ਼ ਨਿਕਲ ਕੇ ਆਈ, ਉੱਥੇ ਪਲੇ ਕੀਤੀ ਜੀ, ਤੇ ਉਹ ਐਸੀ ਚੀਜ਼ ਬਣੀ। ਤੇ ਸਰਦਾਰ ਸੁਰਿੰਦਰ ਸਿੰਘ ਸ਼ਿੰਦਾ ਭਾਜੀ ਉਹਨਾਂ ਨੇ ਵੀ ਕਲੈਪ ਕੀਤਾ, ਤੇ ਚੀਮਾ ਭਾਜੀ ਵੀ, ਬੱਬੂ ਮਨਵੀਰ ਵੀ, ਹਾਂਜੀ ਬੱਬੂ ਮਨਵੀਰ ਵੀ ਉੱਥੇ ਸੀਗਾ ਜੀ ਸਾਡੇ ਨਾਲ। ਉਹਨਾਂ ਦਾ ਪੰਜਾਬੀ ਸ਼ੂਟ ਹੋ ਰਿਹਾ ਸੀ 2, ਤੇ ਉੱਥੇ ਉਹ ਕਲੈਪ ਕਰਕੇ ਕਹਿੰਦਾ ਯਾਰ, ਕਹਿੰਦੇ ਖਾ ਗਿਆ ਗਾਣਾ। ਅਸਲ 'ਚ ਜੀ ਜਦ ਤੱਕ ਐਕਟਰ ਨੂੰ ਉਹਦੀ ਨਾ ਰੂਹ ਦੀ ਖੁਰਾਕ ਨਹੀਂ ਮਿਲਦੀ, ਅਸੀਂ ਪੈਸੇ ਲਈ ਕੰਮ ਨਹੀਂ ਕਰਦੇ ਹੈਗੇ, ਅਸੀਂ ਤਾੜੀਆਂ ਲਈ ਕਰਦੇ ਹਾਂ ਜੀ, ਹੈ ਨਾ। ਤੇ ਲੋਕ ਕਹਿੰਦੇ ਜੀ ਇੱਕ ਚੀਜ਼ ਹੋਰ ਬੜੀ ਮਿੱਥ ਬਣੀ ਹੋਈ ਹੈ ਇੱਥੇ, ਯਾਰ ਆਪੇ ਹੀ ਐਕਟਰ ਹੂੰ, ਆਪੇ ਹੀ ਡਾਇਰੈਕਟਰ ਹੂੰ, ਆਪੇ ਹੀ ਰਾਈਟਰ ਹੂੰ ਯਾਰ। ਬਟ ਮੈਂ ਜੀ ਸਭ ਤੋਂ ਪਹਿਲਾਂ ਮੈਂ ਜ਼ਿੰਦਗੀ ਦੇ ਵਿੱਚ ਜੇ ਸ਼ਖਸ ਨੂੰ ਫੋਲੋ ਕੀਤਾ ਬਚਪਨ ਤੋਂ, ਚਾਰਲੀ ਚੈਪਲਿਨ। ਉਹ ਬੈਸਟ ਐਕਟਰ, ਬੈਸਟ ਡਾਇਰੈਕਟਰ, ਬੈਸਟ ਰਾਈਟਰ, ਹੈ ਨਾ ਜੀ। ਸਾਰਾ ਕੁਝ ਖੁਦ ਹੀ ਸੀਗੀ ਜੀ। ਸੋ ਆਪਾਂ ਕਿਉਂ ਨਹੀਂ ਬਣ ਸਕਦੇ? ਪਰਮਾਤਮਾ ਨੇ ਸਾਨੂੰ ਐਂਡ ਵਾਈ ਨੋਟ। ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ। ਦੇਖੋ ਅਗਰ ਅਸੀਂ ਐਕਟਿੰਗ ਕਰ ਰਹੇ ਹਾਂ, ਔਰ ਐਕਟ ਕਰਦੇ ਹੋਏ ਮੇਰੀ ਲਾਈਫ ਐਕਟਿੰਗ ਦੇ ਵਿੱਚ ਇੱਕ ਲਾਈਕ ਮੈਂ ਕਦੇ ਆਈ ਵਿਲ ਨਾਟ ਡੂ ਐਨੀ ਕਰੈਕਟਰ ਰੋਲ। ਮੈਂ ਕਰੈਕਟਰ ਆਰਟਿਸਟ ਹਾਂ ਕਿ ਮੈਂ ਪੂਰੀ ਮੂਵੀ ਆਪਣੇ ਤੇ ਲੈ ਕੇ ਕਰ ਲੂੰਗੀ। ਜਿਵੇਂ ਇੱਕ ਫੀਮੇਲ ਤੇ ਪੂਰੀ ਮੂਵੀ ਬਣੀ ਹੋਈ ਹੈ, ਵਾਈਫ ਤੇ ਬਣੀ ਹੋਈ ਹੈ, ਜਾਂ ਮਦਰ ਤੇ ਬਣੀ ਹੋਈ ਹੈ, ਮੈਂ ਉਹ ਕਰ ਲੂੰਗੀ। ਉਸ ਤੋਂ ਬਾਅਦ ਅਗਰ ਮੈਨੂੰ ਕੋਈ ਉਵੇਂ ਦਾ ਰੋਲ ਆਫਰ ਹੋਏਗਾ, ਆਈ ਵਿਲ ਨਾਟ ਡੂ। ਇਹ ਮੇਰੇ ਸ਼ੁਰੂ ਤੋਂ ਹੈ, ਮੈਂ ਨਹੀਂ ਕਰਨਾ। ਮੈਂ ਸਿੱਧਾ ਬੋਲਦੀ ਹਾਂ ਜੀ, ਮੈਂ ਉਹ ਨਹੀਂ ਕਰਨਾ, ਕਿਉਂਕਿ ਉਹ ਮੇਰੇ ਚੋਇਸ ਹੀ ਨਹੀਂ ਹੈ ਕਰਨ ਦੀ। ਇਹ ਨਹੀਂ ਕਿ ਉਹ ਛੋਟਾ ਜਾਂ ਬੜੇ ਦੀ ਗੱਲ ਨਹੀਂ ਹੈ, ਆਈ ਡੋਂਟ ਵਾਂਟ ਟੂ ਡੂ ਦੈਟ। ਫਿਰ ਉਹ ਤੋਂ ਬਾਅਦ ਕੀ ਕਰਨਾ? ਤੇ ਤੁਹਾਡੀ ਤਾਂ ਇਹ ਫੀਲਡ ਦੀ ਚੀਜ਼ਾਂ ਹੈ। ਤੁਸੀਂ ਪ੍ਰੋਡਿਊਸਰ ਵੀ ਬਣ ਸਕਦੇ ਹੋ, ਤੁਸੀਂ ਡਾਇਰੈਕਟਰ ਵੀ ਬਣ ਸਕਦੇ ਹੋ, ਰਾਈਟਰ ਵੀ ਹੋ ਤੁਸੀਂ। ਵਾਈ ਨੋਟ? ਤੁਸੀਂ ਆਪਣੀ ਲਾਈਨ 'ਚ ਕਿਉਂ ਨਹੀਂ ਹਿੰਮਤ ਕਰਦੇ? ਤੁਸੀਂ ਛੱਡ ਕਿਉਂ ਦਿੰਦੇ ਹੋ? ਤੁਸੀਂ ਜੇ ਅੱਗੇ ਰੋਲ ਨਹੀਂ ਕੰਟੀਨਿਊ ਕਰਨਾ ਹੈਗਾ ਤਾਂ ਤੁਸੀਂ ਇਸ ਚੀਜ਼ ਨੂੰ ਕੰਟੀਨਿਊ ਕਰੋ ਨਾ, ਤੁਸੀਂ ਡਾਇਰੈਕਸ਼ਨ 'ਚ ਚਲੇ ਜਾਓ, ਕਿਉਂਕਿ ਸਿੱਖ ਹੀ ਤਾਂ ਰਹੇ ਹੋ, ਰਾਈਟ? ਜਿਵੇਂ ਸਕੂਲ ਤੋਂ ਜਾ ਕੇ ਆਪਾਂ ਸਕੂਲ ਤੋਂ ਬਾਅਦ ਸਿੱਧਾ ਆਪਾਂ ਕੁਝ ਪਾਰਟੀ ਫੈਂਸੀ ਨਹੀਂ ਕਰਦੇ, ਆਪਾਂ ਕਾਲਜ ਜਾਂਦੇ ਆ, ਫਿਰ ਦੈਨ PhDs ਐਂਡ ਕੰਟੀਨਿਊਸ ਤੁਸੀਂ ਉਸੇ ਚੀਜ਼ 'ਚ ਉਹ ਕਰੋ ਜਿਹ 'ਚ ਤੁਹਾਨੂੰ ਇੰਜੋਏ ਫੀਲ ਹੁੰਦਾ ਹੈ ਨਾ। ਤੇ ਸੋ ਆਈ ਐਮ ਪ੍ਰਾਊਡ ਕਿ ਇਹ ਹਰ ਚੀਜ਼ ਕਰ ਲੈਂਦੇ ਨੇਗੇ, ਤੇ ਉਹਦੇ ਬੈਨੀਫਿਟ ਮੈਂ ਲੈ ਲੈਂਦੀ ਆ। ਚਲੋ ਪਰਮਾਤਮਾ ਕਰੇ ਤੁਸੀਂ ਦੋਨੋਂ ਇੱਕ ਦੂਜੇ ਦੀ ਬੈਨੀਫਿਟ ਲੈਂਦੇ ਰਹੋ, ਹੈ ਨਾ। ਥੈਂਕ ਯੂ। ਹਾਂ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਪਰਮਾਤਮਾ ਇਸ ਪਿਆਰੀ ਜਿਹੀ ਜੋੜੀ ਨੂੰ ਸਲਾਮਤ ਰੱਖੇ, ਹਮੇਸ਼ਾ ਬੜੇ ਸੋਹਣੇ ਲੱਗਦੇ ਹੋ, ਥੈਂਕ ਯੂ। ਸੋ ਅਖੀਰ ਤੇ ਕੋਈ ਸਰੋਤਿਆਂ ਨੂੰ ਕੋਈ ਮੈਸੇਜ ਤੁਹਾਨੂੰ? ਅਸੀਂ ਹੁਣ ਸਾਰੇ ਕਹਿਣਗੇ ਫਿਰ ਵੀ ਇਹ ਕਹਿ ਰਹੇ ਅਸੀਂ ਜੀ ਅਸੀਂ ਨਾ ਬੈਠੇ ਸਾਡਾ ਇੱਕ ਪ੍ਰੋਗਰਾਮ ਬਣਿਆ, ਮੈਂ ਮਾੜਾ ਮੋਟਾ ਲਿਖ ਲੈਣਾ ਜੀ। ਤੇ ਮੈਂ ਕਿਹਾ ਯਾਰ ਆਪਾਂ ਟਰੈਕ ਵੀ ਕਰ ਲਈਏ। ਇਹ ਕਹਿੰਦੇ ਕਿੱਦਾਂ? ਮੈਂ ਕਿਹਾ ਮੈਂ ਕਿਹਾ ਮੰਨੀ ਤੁਹਾਨੂੰ ਕਰਨਾ ਚਾਹੀਦਾ, ਜਿੱਦਾਂ ਇਹਨਾਂ ਨੇ ਆਪਣਾ ਨੂੰ ਬੈਕਆਊਟ ਕਰ ਰੱਖਿਆ ਸੀ। ਮੈਂ ਕਿਹਾ ਨਾ ਉੱਠੋ ਯਾਰ, ਮੈਂ ਕਿਹਾ ਤੁਹਾਡੇ ਵਰਗੀਆਂ ਐਕਟਰਸ ਦੀ ਬੜੀ ਕਮੀ ਆ, ਪੰਜਾਬ ਕੀ ਬਾਲੀਵੁੱਡ 'ਚ ਵੀ ਕਮੀ ਆ ਜੀ। ਕਿਉਂਕਿ ਉਹ ਚੀਜ਼ ਕਰਕੇ ਮੈਂ ਕਿਹਾ ਯਾਰ ਗਾਓ ਵੀ ਥੋੜਾ। ਉਹ ਕਹਿੰਦੇ ਯਾਰ ਗਵਾਉਣਾ ਵੀ ਹੁਣ ਮੇਰੇ ਤੋਂ। ਮੈਂ ਕਿਹਾ ਯਾਰ ਸਭ ਗਾ ਰਿਹਾ, ਪੰਜਾਬ ਦੇ ਸਾਰੇ ਗਾਣਾ ਗਵਾ ਰਹੇ ਨੇ, ਔਰ ਮੈਂ ਕਦੇ ਬਾਥਰੂਮ 'ਚ ਵੀ ਨਹੀਂ ਗਾ ਸਕਦੀ। ਤੁਹਾਨੂੰ ਮੈਂ ਸੱਚੀ ਦੱਸਾਂ, ਜੇ ਅਗਰ ਮੇਰਾ ਗਾਣਾ ਚੱਲ ਗਿਆ, ਮੈਂ ਪਹਿਲੇ ਹੀ ਬੋਲ ਰਹੀ ਹਾਂ ਕਿ ਮੈਂ ਅਗਲਿਆਂ ਨੂੰ ਕਹਿਣ ਵਾਲੀ ਹਾਂ ਕਿ ਮੈਨੂੰ ਗਾਣਾ ਆਉਂਦਾ ਨਹੀਂ, ਜੇ ਤੁਹਾਨੂੰ ਸੁਣਨਾ ਪਸੰਦ ਹੈ ਤਾਂ ਸੁਣ ਲਓ। ਮੈਂ ਕਿਹੜਾ ਜੀ ਤਾਂਸਾ ਅੱਜ ਕੱਲ੍ਹ ਏਦਾਂ ਹੀ ਚੱਲਦਾ, ਜੇ ਤੁਸੀਂ ਕਹਿਤਾ ਨਾ ਮੈਨੂੰ ਗਾਉਣਾ ਨਹੀਂ ਆਉਂਦਾ ਬਟ ਮੈਂ ਗਾ ਰਹੀ ਹਾਂ, ਲੋਕਾਂ ਨੇ ਸਗੋਂ ਸੁਣਨਾ ਜ਼ਿਆਦਾ ਸੁਣਦੇ, ਜ਼ਿਆਦਾ ਸੁਣਨਗੇ। ਔਰ ਮੈਨੂੰ ਨਾ ਇੱਕ ਚੀਜ਼ ਹੋਰ ਬੜੀ ਚੰਗੀ ਲੱਗੀ, ਅਕਸਰ ਇਦਾਂ ਹੁੰਦਾ ਕਿ ਆਫਟਰ ਮੈਰਿਜ ਨਾ ਜਿਹੜੇ ਹਸਬੈਂਡ ਹੁੰਦੇ ਆ ਕੁੜੀਆਂ ਨੂੰ ਕੰਮ ਕਰਨ ਤੋਂ ਰੋਕ ਦਿੰਦੇ ਆ ਕਿ ਤੂੰ ਘਰੇ ਰਹਿ ਹੁਣ, ਓਕੇ ਠੀਕ ਹੈ ਨਾ। ਬਟ ਜਿਵੇਂ
ਟਾਈਗਰ ਵੀਰੇ ਨੇ ਤੁਹਾਨੂੰ ਕੰਮ ਕਰਨ ਲਾਇਆ ਕਿ ਠੀਕ ਹੈ ਨਹੀਂ ਤੂੰ ਉੱਠ, ਤੁਹਾਡੀ ਹਿੰਮਤ ਦੁਬਾਰਾ ਬਣਨੀ ਹੈ, ਔਰ ਇਹ ਬਹੁਤ ਮਤਲਬ ਆਈ ਰੀਅਲੀ ਐਪਰੀਸ਼ੀਏਟ ਕਿ ਤੁਹਾਨੂੰ ਵੇਖ ਕੇ ਕੁਝ ਹੋਰ ਲੋਕ ਵੀ ਸਿੱਖਣ ਇਸ ਚੀਜ਼ ਨੂੰ ਕਿ ਚੀਜ਼ ਦੱਸਦੀ ਹਾਂ ਮੈਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਮੇਰਾ ਡਾਇਰੈਕਸ਼ਨ ਦਾ ਡਿਪਰੈਸ਼ਨ ਦਾ ਟਾਈਮ ਚੱਲ ਰਿਹਾ ਸੀਗਾ, ਤੇ ਇਹ ਮੈਨੂੰ ਕਹਿੰਦੇ ਸੀ ਉੱਠੋ ਕੰਮ ਕਰੋ। ਮੈਨੂੰ ਇਹ ਦੁਨੀਆ ਦੇ ਸਭ ਤੋਂ ਬੁਰੇ ਇਨਸਾਨ ਲੱਗਦੇ ਸੀ। ਤੁਸੀਂ ਜਿਵੇਂ ਕਹਿ ਰਹੇ ਹੋ ਨਾ ਕੁੜੀਆਂ ਨੂੰ ਮੁੰਡੇ ਰੋਕਦੇ ਨੇ ਕੰਮ ਨਹੀਂ ਕਰਨਾ, ਮੈਂ ਇਹ ਚੀਜ਼ਾਂ ਦੇਖੀਆਂ ਨੇ ਨਾਲ ਰਹਿ ਕੇ। ਮੈਂ ਕਈ ਕੁੜੀਆਂ ਦੇ ਫਿਊਚਰ ਸਪੋਇਲ ਹੁੰਦੇ ਦੇਖੇ, ਆਪਣੀ ਲਾਈਨ ਦੇ ਵਿੱਚ ਹੀ ਦੇਖੇ ਨੇਗੇ ਕਿ ਮੁੰਡਿਆਂ ਨੇ ਕੁੜੀਆਂ ਦੇ ਰੀਅਲੀ ਕੈਰੀਅਰਸ ਫਲॉप ਕਰਤੇ ਹੈ ਨਾ। ਬਟ ਰੀਅਲੀ ਥੈਂਕਸ ਟੂ ਹਿਮ, ਸੱਚੀ ਕਹਿ ਰਹੀ ਹਾਂ, ਹੀ ਇਜ਼ ਵੈਰੀ ਸਪੋਰਟਿਵ, ਬਹੁਤ ਜ਼ਿਆਦਾ ਸਪੋਰਟ ਕਰਦੇ ਆ। ਮੇਰਾ ਸ਼ੂਟ ਹੁੰਦਾ, ਹੀ ਟੇਕ ਕੇਅਰਸ ਆਫ ਐਵਰੀ ਡੈਮ ਥਿੰਗ, ਮਤਲਬ ਹਰ ਚੀਜ਼ ਦਾ ਖਿਆਲ ਰੱਖਦੇ ਆ। ਇਨਫੈਕਟ ਇਹ ਮੂਵੀ ਦੇ ਸ਼ੂਟ ਤੇ ਜਾ ਕੇ ਡਾਇਰੈਕਟਰ ਨਾਲ ਬਹਿ ਜਾਂਦੇ ਆ ਕਿ ਮੇਰਾ ਟੇਕ ਨਾ ਖਰਾਬ ਹੋ ਜੇ, ਇੰਨਾ ਕਰਦੇ ਨੇ ਇਹ। ਅਸਲ ਜੀ ਦੇਖੋ ਆਪਾਂ ਇੰਨਾ ਕੁਝ ਸਿੱਖਿਆ ਸਾਰੀ ਜ਼ਿੰਦਗੀ ਨਾਲ, ਉਹਨੂੰ ਆਪਾਂ ਨੂੰ ਵੇਸਟ ਨਹੀਂ ਕਰ ਸਕਦੇ। ਇੰਨੇ ਸਾਲਾਂ ਦੀ ਚੀਜ਼, ਇਹ ਤਪੱਸਿਆ ਜੀ, ਇੱਕ ਐਕਟਰ ਦੀ ਤਪੱਸਿਆ। ਸਾਨੂੰ ਲੋਕ ਕਹਿ ਦਿੰਦੇ ਆ ਜੀ ਚੀਜ਼ਾਂ, ਚਲੋ ਯਾਰ ਪਤਾ ਨਹੀਂ ਜਾਂਦੇ, ਕੈਮਰੇ ਦੇ ਮੂਹਰੇ ਜਾਂਦੇ ਆ, ਤੁਹਾਡਾ ਤਾਂ ਬੜਾ ਹੀ ਸੌਖਾ ਕੰਮ ਆ ਯਾਰ, ਪੈਸੇ ਕਮਾਉਣੇ ਬੜੇ ਸੌਖੇ। ਮੈਂ ਕਿਹਾ ਜੀ ਜਿੱਦਾਂ ਇੱਕ ਧੁੱਪ ਤੇ ਨਾ ਬੱਟ ਦੇ ਉੱਤੇ ਕੁੜੀ ਚੁੰਨੀਆਂ ਲੈ ਕੇ ਭਾਜੀ, ਤੁਸੀਂ ਦੇਖੋ ਜੂਨ ਦੇ ਮਹੀਨੇ 'ਚ ਭੱਜ ਕੇ ਪਤਾ ਲੱਗ ਜੀ, ਉਹਦਾ ਡਾਇਰੈਕਟਰ ਵੀ ਉੱਥੇ ਬੈਠਾ ਜੀ ਧੁੱਪ ਦੇ ਵਿੱਚ, ਮਤਲਬ ਸਾਰੀ ਉਹ ਟੀਮ ਵਰਕ ਕਰ ਰਹੀ ਹੁੰਦੀ ਆ। ਸਾਡੇ ਲਈ ਬੜਾ ਮੁਸ਼ਕਿਲ ਕੰਮ ਹੁੰਦਾ, ਤੇ ਤੁਸੀਂ ਇੰਨੀਆਂ ਚੀਜ਼ਾਂ ਕਰਨ ਤੋਂ ਬਾਅਦ ਉਹਨੂੰ 1 ਮਿੰਟ ਕਲਿੱਕ ਕਰਕੇ ਕਿੱਧਰ ਗਈ, ਮੈਂ ਛੱਡ ਰਹੀ ਹਾਂ ਉਹਨੂੰ। ਕਿਉਂਕਿ ਮੈਂ ਕਹਿੰਦਾ ਦੇਖੋ ਜੀ, ਮੈਂ ਇਹਨਾਂ ਨੂੰ ਸਮਝਾਇਆ, ਮੈਂ ਕਿਹਾ ਬੜੇ ਆਪਣੇ ਪੰਜਾਬ ਕੀ ਬੰਬੇ ਲੋਕ ਕਿੰਨੀ ਦੁਨੀਆ ਭਰੀ ਪਈ ਆ, ਲੋਕਾਂ ਦੀ ਜ਼ਿੰਦਗੀ ਨਿਕਲ ਜਾਂਦੀ, ਮੁਕਾਮ ਨਹੀਂ ਮਿਲਦੇ ਹਨਾ, ਤੇ ਤੁਹਾਨੂੰ ਤਾਂ ਗੋਡ ਨੇ ਝੋਲੀ 'ਚ ਸਭ ਕੁਝ ਪਾਇਆ ਹੋਇਆ, ਤੇ ਤੁਸੀਂ ਛੱਡ ਕੇ ਨਾ ਬੈਠੋ, ਪਲੀਜ਼ ਉੱਠੋ। ਨਾਲੇ ਹੁਣ ਤਾਂ ਨਾ ਆਪਣੀ ਪੰਜਾਬੀ ਇੰਡਸਟਰੀ ਇੰਨਾ ਗਰੋ ਕਰ ਰਹੀ, ਇੰਨੀ ਵਿਸ਼ਾਲ ਹੋ ਗਈ ਹੈ, ਜਿਹੜੇ ਹੈਗੇ ਬੰਬੇ ਵਾਲੇ ਸਾਰੇ ਇੱਥੇ ਆ ਰਹੇ, ਹਰ ਹਿੰਦੀ ਮੂਵੀ 'ਚ ਗਾਣਾ ਹੁੰਦਾ ਹੈ ਪੰਜਾਬੀ। ਮੈਂ ਨਾ ਆਂਦੀ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਸੌਰੀ ਇਫ ਆਈ ਕਾਲ ਯੂ ਦੀ। ਮੈਂ ਨਾ ਜਿਵੇਂ ਤੁਸੀਂ ਕਿਹਾ ਨਾ ਗਰੋ ਕਰ ਰਹੀ ਹੈ, ਪਤਾ ਨਹੀਂ ਮੈਨੂੰ ਨਾ ਆਹ ਚੀਜ਼ਾਂ ਕਦੇ ਫੀਲ ਹੀ ਨਹੀਂ ਹੁੰਦੀਆਂ। ਮੈਨੂੰ ਐਂ ਲੱਗਦਾ ਆਮ ਅ ਪਾਰਟ ਆਫ ਦਿਸ ਇੰਡਸਟਰੀ। ਆਈ ਡੋਂਟ ਨੋ ਇਹਨੂੰ ਐਕਸਪਲੇਨ ਕਿਵੇਂ ਕੀਤਾ ਜਾ ਸਕਦਾ ਹੈ ਨਾ, ਕਿ ਉਹ ਮੈਨੂੰ ਐਂ ਲੱਗਦਾ ਕਿ ਹੁਣ ਜਿਵੇਂ ਤੁਸੀਂ ਕਪੂਰ ਫੈਮਲੀਜ਼ ਨੂੰ ਦੇਖ ਲਓ, ਉਹਨਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ। ਮੈਨੂੰ ਐਂ ਲੱਗਦਾ ਕਿ ਰੀਅਲੀ ਮੇਰੀ ਫੈਮਿਲੀ ਦੇ ਲੋਕਾਂ ਨੇ ਪੰਜਾਬ ਇੰਡਸਟਰੀ ਸ਼ੁਰੂ ਕੀਤੀ ਸੀ। ਬਿਲਕੁਲ। ਤੁਸੀਂ ਯੋਗਰਾਜ ਸਿੰਘ ਜੀ ਤੋਂ ਲੈ ਕੇ ਤੁਸੀਂ ਜੇ ਦੇਖੋ ਤਾਂ ਮੈਨੂੰ ਫੀਲ ਆਉਂਦਾ ਕਿ ਸਾਨੂੰ ਉਸ ਚੀਜ਼ ਦੀ ਲੋੜ ਨਹੀਂ ਹੈ। ਅਸੀਂ ਘਰੇ ਵੀ ਬੈਠੇ ਹਾਂ ਤਾਂ ਸਾਨੂੰ ਹਾਂ ਕੰਮ ਦੀ ਲੋੜ ਹੈ, ਕੰਮ ਕਰਾਂਗੇ, ਉਹ ਨਹੀਂ ਮੈਂ ਕਹਿ ਰਹੀ, ਬਟ ਗਰੋ ਕਿੰਨਾ ਕਰੇਗੀ ਕਿੰਨਾ ਨਹੀਂ। ਬਟ ਮੇ ਬੀ ਹੋ ਸਕਦਾ ਮੈਂ ਹਜੇ ਵੀ ਡਿਪਰੈਸ ਗੱਲ ਕਰ ਰਹੀ ਹਾਂ, ਆਈ ਡੋਂਟ ਨੋ, ਬਟ ਇਹ ਮੈਨੂੰ ਫੇਰ ਟੋਕ ਦਿੰਦੇ ਨੇਗੇ। ਆਮ ਸੌਰੀ ਗਾਇਜ਼, ਦਿਸ ਇਜ਼ ਹੈਪਨਿੰਗ। ਬਟ ਇਹ ਸੱਚ ਹੈ, ਇਹ ਸੱਚ ਹੈ, ਕਿਉਂਕਿ ਜਿਵੇਂ ਬੰਬੇ 'ਚ ਕਪੂਰ ਫੈਮਿਲੀ ਨੂੰ ਨਾ ਲੋੜ ਨਹੀਂ ਹੈਗੀ ਕਿਸੇ ਦੇ, ਉਹ ਸਿੰਗਲ ਹੈਂਡਡ ਲੋਕ ਨੇ, ਕਿਉਂਕਿ ਇੰਡਸਟਰੀ ਉਹਨਾਂ ਨੇ ਸ਼ੁਰੂ ਕੀਤੀ ਆ। ਮੈਨੂੰ ਪੰਜਾਬ 'ਚ ਐਵੇਂ ਲੱਗਦਾ ਕਿ ਮੇਰਾ ਪਰਿਵਾਰ ਇਹਦੇ ਪਿੱਛੇ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਇੰਡਸਟਰੀ ਖੜਨ ਦਾ। ਬਿਲਕੁਲ ਹੈ, ਬਿਲਕੁਲ ਹੈ, ਹਾਂ, ਨੋ ਡਾਊਟ। ਸੋ ਡਿਪਰੈਸ਼ਨ ਦੀ ਗੱਲ ਕਰਦੇ ਮੈਂ ਉੱਥੇ ਵੀ ਸੌਰੀ ਟੋਕ ਰਿਹਾ, ਪਤਾ ਹੁਣ ਇੱਕ ਕਹਿੰਦੇ ਇੱਕ ਪਾਰਟਨਰ ਅੱਛਾ ਹੋਵੇ ਨਾਲ। ਦੀਪਿਕਾ ਕਾਫੀ ਵੱਡੇ ਡਿਪਰੈਸ਼ਨ ਸੀ, ਰਣਵੀਰ ਨੇ ਆ ਕੇ ਉਹਦਾ ਬੜਾ ਸਾਥ ਦਿੱਤਾ ਹੈ ਨਾ ਜੀ, ਤੇ ਕਹਿੰਦਾ ਪਾਰਟਨਰ ਉਹੀ ਅੱਛਾ ਜੋ ਤੁਹਾਡਾ ਸਾਥ ਦੇਵੇ। ਰੱਬ ਨਾ ਕਰੇ ਕੱਲ ਮੇਰੇ ਤੇ ਕਿਤੇ ਵਿਪਤਾ ਪੈਂਦੀ ਹੈ, ਤੁਸੀਂ ਬੈਕ ਆਊਟ ਨਹੀਂ ਕਰ ਸਕਦੇ, ਤੁਸੀਂ ਮੂੰਹ ਥੋੜੀ ਮੋੜ ਲਓਗੇ ਮੇਰੇ ਕੋਲ, ਹੈ ਨਾ। ਲਾਈਫ ਪਾਰਟਨਰ ਮਤਲਬ ਇਹ ਕੁੜੀਆਂ ਦੀ ਗੱਲ ਕਰਦੇ ਨੇ, ਤੇ ਤੁਸੀਂ ਪਹਿਲਾਂ ਜੀ ਜ਼ਿਕਰ ਸ਼ੁਰੂ ਕੀਤਾ ਸੀ, ਤੁਹਾਡੀ ਗੱਲ ਕੱਟ ਰਿਹਾ ਸੌਰੀ ਜੀ, ਵੀ ਕੁੜੀਆਂ, ਮੈਂ ਕਹਿੰਦਾ ਜੀ ਸਾਡੇ ਬੇਟੀ ਹੋਏ ਤੇ ਮੈਂ ਕਹਿੰਦਾ ਬਿਲਕੁਲ ਇਹਨਾਂ ਵਰਗੀ ਹੋਵੇ। ਸਵੀਟ। ਕਿਉਂਕਿ ਬੇਟੇ ਨਾਲੋਂ ਜੀ ਬੇਟੀ ਆਪਣੇ ਫਾਦਰ ਨੂੰ ਜ਼ਿਆਦਾ ਪਿਆਰ ਕਰਦੀ ਹੈ। ਇਹ ਸੱਚ ਹੈ, ਇਹ ਜੀ ਸਾਰਿਆਂ ਨੂੰ ਪਤਾ, ਨਾਲੇ ਸਭ ਤੋਂ ਵੱਡਾ ਸੱਚ ਆ, ਬੇਟੀ ਹੀ ਫਾਦਰ ਨੂੰ ਸਾਂਭਦੀ ਹੈ ਤੇ ਮਦਰ ਨੂੰ। ਬੇਟੀ ਉਧਰ ਜਦ ਪਤਾ ਹੀ ਆਪਣੇ ਬਾਪ ਨੂੰ ਬੇਟੀ ਸਭ ਤੋਂ ਜ਼ਿਆਦਾ ਪਿਆਰ ਕਰਦੀ ਆ, ਤਾਂ ਫਿਰ ਉਹ ਕਹਿਣ ਤੋਂ ਡਰਦੇ ਕਿਉਂ? ਤੁਸੀਂ ਤੁਹਾਡੇ ਸੈਲਫਿਸ਼ ਹੋ ਰਹੇ ਹੋ, ਕਿਉਂਕਿ ਪਤਾ ਹੈ ਬੇਟੀਆਂ ਬਾਪ ਦਾ ਜ਼ਿਆਦਾ ਕਰਦੀਆਂ। ਨਹੀਂ ਨਹੀਂ, ਮੈਂ ਉਹ ਤਾਂ ਤੇ ਮੈਂ ਇਹਨਾਂ ਨੂੰ ਜੀ ਆਪਣੇ, ਫਿਰ ਮੈਂ ਆਪਣੇ ਸਾਹਮਣੇ ਨਾ, ਮੈਂ ਇਹਨਾਂ ਨੂੰ ਪਿਆਰ ਬਹੁਤ ਕਰਦਾ ਜੀ, ਤੇ ਮੈਂ ਆਪਣੇ ਸਾਹਮਣੇ ਇਹਨਾਂ ਦਾ ਬਚਪਨ ਦੇਖੂੰਗਾ ਜੀ, ਉਹ ਵੱਡੇ ਹੁੰਦੇ ਯੈਸ ਬਿਲਕੁਲ, ਆ ਠੀਕ ਹੈ। ਹਾਂ ਇੱਕ ਲਾਈਕ ਪਤਾ ਨਹੀਂ ਆਪਾਂ ਇੰਟਰਵਿਊ 'ਚ ਇਹ ਚੀਜ਼ ਕਰ ਰਹੇ, ਜਿਵੇਂ ਮੈਂ ਕਹਿੰਦੀ ਸੀ ਮੈਂ ਵਿਆਹ ਨਹੀਂ ਕਰਾਉਣਾ, ਜੇ ਕੱਲ ਮੁੰਡਾ ਹੋ ਗਿਆ ਬੇਟੇ ਤੇਰੇ ਨਾਲ ਵੀ ਬਹੁਤ ਪਿਆਰ ਕਰਾਂਗੇ, ਆਪਾਂ ਵੀ ਇੰਟਰਵਿਊ ਤੇ ਨਹੀਂ ਜਾਣਾ। ਉਹ ਇੰਟਰਵਿਊ ਪੁਰਾਣੀ ਕੱਢ ਕੇ ਦੇਖ ਲਿਆ, ਅੱਛਾ ਤੁਸੀਂ ਤਾਂ ਚਾਹੁੰਦੇ ਸੀ ਬੇਟੀ ਹੋਰ ਆਪਣੇ ਨਾਲ ਲੜਦਾ ਫਿਰੇ, ਹੈ ਨਾ। ਹੋਰ ਕੀ, ਮੈਂ ਕਹੂੰਗਾ ਇਹਨਾਂ ਨੇ ਲਿਖਾਇਆ ਸੀ ਇਹ ਕਹਿੰਦੇ ਸਾਡਾ ਮੁੰਡਾ ਲੰਬਾ ਬਹੁਤ ਹੋਏਗਾ, ਕੁੜੀ ਹੋਈ ਤਾਂ ਮੁੰਡਾ ਹੋਇਆ ਲੰਬਾ, ਕਿਉਂਕਿ ਅਸੀਂ ਦੋਨੋਂ ਹੀ ਬੜੇ ਲੰਬੇ ਆ। ਸਮੇਂ ਤਾਂ ਹੀਰੋ ਨਹੀਂ ਮਿਲਦੇ। ਹਾਂ ਫਿਰ ਕਦੋਂ ਤੇਰੇ ਗੁੱਡ ਨਿਊਜ਼? ਹਾਂਜੀ
ਹਜੇ ਨਾ ਥੋੜਾ Okay. ਵੀ ਦੇਖੋ ਜਿਵੇਂ ਤੁਸੀਂ ਕਿਹਾ ਕਿ ਰੁਕਣਾ ਨਹੀਂ, ਉਵੇਂ ਅਸੀਂ ਵੀ ਵਾਂਟ ਟੂ ਜਸਟ ਸੈਟਲ ਡਾਊਨ, ਲਾਈਕ ਆਪਾਂ ਇੱਕ ਦੂਜੇ ਨੂੰ ਟਾਰਗੇਟ ਦਿੱਤਾ ਕਿ ਲਾਈਕ ਵਿਦਿਨ ਈਅਰ ਆਪਾਂ ਪ੍ਰੋਡਕਸ਼ਨ ਆਪਣਾ ਸ਼ੁਰੂ ਕਰਕੇ ਨਾ ਦੈਨ ਫਿਰ ਆਪਾਂ ਕੁਛ ਸੋਚਦੇ ਨਹੀਂ ਪਤਾ ਕੀ ਗੱਲ ਆ, ਉਹ ਇਹ ਦੁਬਾਰਾ ਹੁਣ ਉੱਠ ਰਹੇ ਨੇ ਤੇ ਮੈਨੂੰ ਇਹਨਾਂ ਥੋੜਾ ਟਾਈਮ ਇਹਨਾਂ ਨੂੰ ਲੋੜ ਹਨਾ, ਇਹ ਤੇ ਇਹਨਾਂ ਨੂੰ ਕਰਨ ਦਾ ਖੁੱਲੇ ਤੁਸੀਂ ਜਦ ਕਰੋ ਯਾਰ ਆਪਣਾ, ਬਿਲਕੁਲ ਹਾਂ, ਠੀਕ, ਹਾਂ। ਜਿਸ ਚੀਜ਼ ਲਈ ਆਪਾਂ ਬਣੇ ਹੋਏ ਆ ਉਹ ਕਰੋ, ਖੁੱਲ ਕੇ ਕਰੋ। ਨਹੀਂ ਬਿਲਕੁਲ ਠੀਕ। ਉਹ ਮੇਰੇ ਲਈ ਹੀ ਬੱਚੇ ਨੇ। ਮੇਰੇ ਲਈ ਬੱਚੇ ਨੇ। ਹਾਂ ਦੇਖਿਆ ਮੇਰਾ ਮੇਕਅਪ ਤਾਰ ਕੇ ਲੈ ਗਏ। ਹਾਂਜੀ ਚਲੋ ਜੀ, ਆਈ ਹੱਸਦੇ ਵਸਦੇ ਰਹੋ ਤੁਸੀਂ। ਮੈਨੂੰ ਵੀ ਬਹੁਤ ਅੱਛਾ ਲੱਗਿਆ ਤੁਹਾਨੂੰ ਮਿਲ ਕੇ, ਔਰ ਮੇਰਾ ਤਾਂ ਤੁਹਾਡੇ ਨਾਲ ਵੀ ਬੜਾ ਪਿਆਰ ਹੈ। ਰਾਜ ਭਾਜੀ ਨਾਲ ਮੈਂ ਮੂਵੀ ਕੀਤੀ ਸੀਗੀ, ਤੁਹਾਡੇ ਬਾਰੇ ਬਹੁਤ ਗੱਲਾਂ ਕਰਦੇ ਸੀਗੇ, ਬਹੁਤ ਮਤਲਬ ਉਸ ਵਾਰ ਜਦ ਮੈਂ ਤੁਹਾਨੂੰ ਉੱਥੇ ਮਿਲੀ ਆਈ ਵਾਂਟਡ ਟੂ ਹਗ ਯੂ, ਹੈ ਨਾ, ਇੱਕ ਉਹ ਫੀਲ ਜੁੜਿਆ ਹੁੰਦਾ, ਤੁਸੀਂ ਤਾਂ ਫੈਮਿਲੀ ਹੋ ਜੀ ਸਾਡੇ। ਪਰਿਵਾਰ ਹੋ ਜੀ ਸਾਡਾ, ਬਿਲਕੁਲ ਸਹੀ ਗੱਲ ਅਸੀਂ ਹੈ। ਭੈਣ ਹੋ ਜੀ। ਹਾਂ ਮੈਨੂੰ ਵੀ ਬੜਾ ਚੰਗਾ ਲੱਗਿਆ। ਐਕਚੁਅਲੀ ਆਪਾਂ ਥੋੜਾ ਜਿਹਾ ਮਿਲੇ ਸੀ ਉਦੋਂ ਵੀ, ਜਦੋਂ ਤੁਸੀਂ ਜੱਜ ਬਣ ਕੇ ਆਏ ਸੀਗੇ, ਮੇਰੇ ਸਾਹਮਣੇ ਬੈਠੇ ਸੀ ਤੇ ਮੈਨੂੰ ਡਰ ਲੱਗ ਰਿਹਾ ਸੀ, ਪਤਾ ਨਹੀਂ ਕੀ ਕਰਨਾ। ਬਟ ਜਿੱਦਾਂ ਆਪਾਂ ਹੁਣ ਮਿਲੇ ਆ ਤਾਂ ਮੈਨੂੰ ਬਿਲਕੁਲ ਨਹੀਂ ਲੱਗ ਰਿਹਾ ਕਿ ਆਪਾਂ ਫਸਟ ਟਾਈਮ ਮਿਲੇ ਆ, ਕਿਉਂਕਿ ਇੰਟਰਵਿਊ ਤਾਂ ਮੇਰਾ ਬਹਾਨਾ ਜੇ ਹੁੰਦਾ, ਗੱਲਬਾਤ ਇਦਾਂ ਜਿਵੇਂ ਨਾ ਆਮ ਬੈਠ ਕੇ ਕਰੀਦੀ ਆ, ਅੱਛਾ ਲੱਗਿਆ ਗੱਲਬਾਤ ਕਰਕੇ। ਪਰਿਵਾਰਕ ਦੇ ਤਰੀਕੇ ਨਾਲ ਹੋਈ ਚੀਜ਼ ਆਉਂਦੀ ਹੈ, ਵਧੀਆ ਲੱਗਦੀ ਹੈ ਨਹੀਂ। ਨਹੀਂ ਇੱਕ ਉਹੀ ਚੀਜ਼ ਹੈ ਤੇ ਰਾਜ ਜੀ ਦੀ ਤਾਂ ਸਾਡੇ ਘਰ 'ਚ ਜੀ ਹਮੇਸ਼ਾ ਗੱਲ ਹੁੰਦੀ ਰਹਿੰਦੀ ਹੈ ਤੇ ਇੱਕ ਵਾਰ ਨਹੀਂ ਪਤਾ ਨਹੀਂ ਮੰਮਾ ਵੀ ਬਹੁਤ ਲਾਈਕ ਕਰਦੇ, ਬਹੁਤ ਲਾਈਕ ਹੈ। ਮੰਮੀ ਹਮੇਸ਼ਾ ਕਹਿੰਦੇ ਇੰਨਾ ਪਿਆਰਾ ਮੁੰਡਾ, ਇੰਨਾ ਪਿਆਰਾ, ਸੋਹਣੇ ਕਿੰਨੇ ਸੀਗੇ, ਹੈ ਨਾ। ਮੈਨੂੰ ਕੋਈ ਨਹੀਂ ਉਹਨਾਂ ਜਿੰਨਾ ਕਦੀ ਸੋਹਣਾ ਦਿਸਿਆ ਮੁੜ ਕੇ, ਸੱਚੀ, ਹੈ ਨਾ, ਬਹੁਤ ਸੋਹਣੇ ਸੀਗੇ। ਚਲੋ ਹਾਂਜੀ, ਸੋ ਸੌਰੀ। ਨਹੀਂ ਇਟਸ ਓਕੇ। ਤੇ ਫਿਰ ਆਪਾਂ ਹੁਣ ਗੱਲਬਾਤ ਖਤਮ ਕਰੀਏ, ਦਿਲ ਤਾਂ ਨਹੀਂ ਕਰ ਰਿਹਾ, ਆਪਾਂ ਇੱਕ ਵਾਰੀ ਪ੍ਰੋਗਰਾਮ ਖਤਮ ਕਰ ਦਿੰਦੇ ਆ, ਫਿਰ ਬੈਠ ਕੇ ਗੱਲਾਂ ਸਹੀ ਕਰਦੇ ਗੱਲ ਹਾਂ। ਬਿਲਕੁਲ ਜੀ, ਬਿਲਕੁਲ ਤੇ ਜੀ। ਸਾਰਿਆਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ, ਠੀਕ ਹੈ, ਜਿਵੇਂ ਦੀਪ ਵੀ ਕਹਿੰਦੇ ਨੇਗੇ ਕਿ ਬੈਕ ਟੂ ਬੈਕ ਕੰਮ ਕਰਨਾ ਚਾਹੀਦਾ ਹੈ, ਅਸੀਂ ਕੋਸ਼ਿਸ਼ ਕਰ ਰਹੇ ਨੇ, ਐਵੇਂ ਸਾਨੂੰ ਪਿਆਰ ਦਿੰਦੇ ਰਹੋ, ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਜਿੰਨਾ ਵੀ ਕੰਮ ਕੀਤਾ ਤੁਸੀਂ ਪਿਆਰ ਬਹੁਤ ਦਿੱਤਾ ਹੈ, ਤੇ ਸਾਡੇ ਹੁਣ ਅੱਗੇ ਜਿਹੜੇ ਪ੍ਰੋਜੈਕਟਸ ਆਣਗੇ ਇਸ ਜੋੜੀ ਨੂੰ ਵੀ ਪਿਆਰ ਦਿਓ ਜੀ। ਤੇ ਤੁਹਾਨੂੰ ਜਾਣ ਲੱਗੇ ਇਹ ਦੱਸ ਦਈਏ ਕਿ ਸਾਡਾ ਟਰੈਕ ਕਿਹੜਾ ਆ ਰਿਹਾ ਹੈ। ਹਾਂ ਬਿਲਕੁਲ ਦੱਸੋ। ਹਾਂ ਬਿਲਕੁਲ ਦੱਸਣਾ ਚਾਹੀਦਾ ਯਾਰ, ਆਪਣੇ ਸਰੋਤਿਆਂ ਨੂੰ ਤਾਂ ਬਹੁਤ ਜ਼ਰੂਰੀ ਹੈ ਜੀ। ਹਾਂ, ਗਾ ਕੇ ਨਹੀਂ ਦੱਸੂਗੀ, ਤੁਹਾਨੂੰ ਪਤਾ ਲੱਗ ਜਾਣਾ, ਥੋੜੀ ਚੀਟਿੰਗ। ਮੈਂ ਬੋਲ ਕੇ ਦੱਸ, ਮੈਂ ਬੋਲ ਕੇ ਦੱਸ, ਤੁਸੀਂ ਬੋਲ ਕੇ ਦੱਸ ਦਿਓ। ਹਾਂ, ਇਹਦੇ ਬੋਲ ਹੈ ਜੀ, ਜਿਹੜੇ ਕਬਜੇ ਤੇ ਜਾਂਦਾ ਜੱਟ ਮਾਰ ਜਾਂਦਾ ਮਾਂਝਾ, ਜਿਹੜੇ ਕਬਜੇ ਤੇ ਜਾਂਦਾ ਜੱਟ ਮਾਰ ਜਾਂਦਾ ਮਾਂਝਾ, ਬੈਲੀ ਕੁੱਟ ਕੇ ਭਜਾਉਂਦਾ ਵਿੱਚ ਕੀਲੇ ਦੇ, ਜੱਟ ਸਿਰੇ ਦਾ ਕਰੈਕ ਪੀਂਦਾ ਲੇਵ ਲੇਵ ਲੈ ਕੇ, ਫਿਰ ਸੁਣਦਾ ਗੀਤ ਚਮਕੀਲੇ ਦੇ। ਬਹੁਤ ਵਧੀਆ, ਥੈਂਕ ਯੂ ਜੀ। ਬਹੁਤ ਵਧੀਆ, ਸੁਪਰ ਡੁਪਰ ਹਿੱਟ ਜਾਊਗਾ, ਪਰਮਾਤਮਾ ਕਰੇ। ਅਗਰ ਅੱਛਾ ਗਿਆ ਤਾਂ ਉਹ ਤੋਂ ਬੈਕ ਟੂ ਬੈਕ ਫਿਰ ਚਮਕੀਲਾ 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 ਬਹੁਤ ਲਿਖਿਆ ਇਹਨਾਂ ਨੇ। ਹਾਂ ਪੰਜਾਬ ਵੀ ਬਹੁਤ ਲਿਖਿਆ ਜੀ ਥੋੜਾ ਹਨਾ। ਅੱਛਾ ਉਹ ਤਾਂ ਦੱਸ ਦਿਓ ਜਿਹੜਾ ਤੁਹਾਡਾ ਸ਼ਿੰਦਾ ਜੀ ਦਾ ਆ ਰਿਹਾ ਹੈ। ਸ਼ਿੰਦਾ ਜੀ ਕਰਨ ਨਹੀਂ, ਮੈਂ ਤਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਹੀ ਕਰੋ, ਬਹੁਤ ਸੋਹਣਾ ਸ਼ਿੰਦਾ ਜੀ ਲਿਖਿਆ। ਕਰ ਰਹੇ ਆ, ਮੇਰੀ ਹੋਈ ਸੀ ਗੱਲ। ਓਕੇ। ਤੇ ਸੁਰਿੰਦਰ ਸ਼ਿੰਦਾ ਜੀ ਟਰੈਕ ਕਰ ਰਿਹਾ ਜੀ, ਮੈਂ ਆਪਣੇ ਪੰਜਾਬ ਤੇ ਲਿਖਿਆ, ਕਿਉਂਕਿ ਪੰਜਾਬ ਤੇ ਆਪਾਂ ਸ਼ਾਇਦ ਮੁੰਡਿਆਂ ਨੇ ਕਲਮ ਸਿੱਟਤੀ ਜੀ ਪੰਜਾਬ ਤੇ ਲਿਖਣ ਲੱਗੇ, ਪਤਾ ਨਹੀਂ ਕੀ ਗੱਲ, ਪੰਜਾਬ ਦੀ ਜਦੋਂ ਜ਼ਿਕਰ ਆਉਂਦਾ ਕਿਤੇ ਅਸੀਂ ਸ਼ਾਇਦ ਕਹਿੰਦੇ ਸਾਡੇ ਦਿਲਾਂ 'ਚ ਜਿਉਂਦਾ ਜੀ, ਸਾਡੇ ਪਗੜੀਆਂ ਵਧੀਆ, ਨਹੀਂ, ਪੰਜਾਬ ਨੂੰ ਅੰਦਰ ਜਿਉਂਦਾ ਰੱਖੋ, ਕਲਮ ਚੱਕੋ ਤੇ ਲਿਖੋ, ਹਨਾ। ਸੌਰੀ ਜੇ ਕਿਸੇ ਨੂੰ ਮਾੜਾ ਲੱਗੇ। ਤੇ ਉਹਦੇ ਜੀ ਬੋਲ ਗਾਣੇ ਦੇ ਇੱਦਾਂ ਜੀ, ਪੈਕਟ ਦਾ ਦੁੱਧ ਪੀ ਕੇ ਭੁੱਲ ਗਏ ਮੱਝਾਂ ਬੂਰੀਆਂ ਨੂੰ, ਪੀਜ਼ੇ 버ਗਰ ਖਾ ਕੇ ਭੁੱਲ ਗਏ ਮਾਂ ਦੀਆਂ ਚੂਰੀਆਂ, ਕਰੂ ਮੁਕਾਬਲਾ ਥਾਰ ਕੀ ਦੱਸੋ ਘੋੜੀ ਨੁਕਰੀ ਦਾ, ਕੀ ਕਰਾਂ ਚਾਦਰੇ ਪਾਉਣੇ ਛੱਡ ਗਈ ਜਾਂਤਾ ਫੁਕਰੀ ਦਾ, ਘੋੜੀ ਤੇ ਪਾਉਣੀ ਕਾਠੀ ਕਿਵੇਂ, ਘੋੜੀ ਤੇ ਪਾਉਣੀ ਕਾਠੀ ਕਿਵੇਂ, ਰਕਾਬ ਨਾ ਭੁੱਲਿਓ ਸਭ ਭੁੱਲਿਓ ਪੰਜਾਬੀਓ, ਪੰਜਾਬ ਨਾ ਭੁੱਲਿਓ। ਵਾਹ, ਬਹੁਤ ਖੂਬਸੂਰਤ, ਬਹੁਤ ਹੀ ਵਧੀਆ, ਕਿਉਂਕਿ ਵਾਕਈ ਇਹੋ ਜਿਹੇ ਲਫ਼ਜ਼ਾਂ ਦੀ ਥੋੜੀ ਕਮੀ ਹੈ ਅੱਜ ਕੱਲ ਨਾ, ਕਮੀ ਰਹਿ ਗਈ ਜੀ ਥੋੜੀ ਜਿਹੀ, ਗੁਰਦਾਸ ਜੀ ਕਰਦੇ ਨੇ ਹਨਾ, ਉਹ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਆਪਣੇ ਪੰਜਾਬ ਨੂੰ ਅੱਗੇ ਲੈ ਗਿਆ, ਪੰਜਾਬ ਤੇ ਲਿਖੋ ਤੇ ਪੰਜਾਬ ਤੇ ਗਾਓ, ਦਾ ਸਵਾਦ ਹੀ ਲੱਗ ਗਿਆ ਜੀ। ਬਹੁਤ ਵਧੀਆ, ਨਹੀਂ ਬਹੁਤ ਵਧੀਆ ਸੋਚ ਰੱਖਦੇ ਹੋ ਤੁਸੀਂ, ਜਿੱਦਾਂ ਜੋ ਵੀ ਕੁਛ ਲੈ ਕੇ ਅੱਗੇ ਆ ਰਹੇ ਹੋ ਤਾਂ ਕਾਫੀ ਅੱਛਾ ਹੈ, ਤੇ ਪਰਮਾਤਮਾ ਕਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ, ਇਹ ਪਿਆਰੀ ਜੀ ਜੋੜੀ ਹਮੇਸ਼ਾ ਹੱਸਦੀ ਖੇਡਦੀ ਰਹੇ। ਥੈਂਕ ਯੂ ਜੀ। ਸੋ ਇਹ ਸੀ ਜੀ ਟਾਈਗਰ ਦੀ ਮਨੀ ਤੇ ਮਨੀ ਦਾ ਟਾਈਗਰ। ਮੈਨੂੰ ਤਾਂ ਬੜੀ ਪਿਆਰੀ ਜੋੜੀ ਲੱਗੀ ਹੈ, ਮੈਂ ਤਾਂ ਖੂਬ ਇੰਜੋਏ ਕੀਤਾ ਹੈ। ਤੁਸੀਂ ਵੀ ਇਹਨਾਂ ਦਾ ਸੁਣੋ ਇੰਟਰਵਿਊ, ਮੈਨੂੰ ਲੱਗਦਾ ਹੈ ਤੁਹਾਨੂੰ ਬਹੁਤ ਪਸੰਦ ਆਊਗਾ। ਹੋਰ ਖੁਸ਼ ਰਹੋ, ਆਬਾਦ ਰਹੋ। ਸਤਿ ਸ਼੍ਰੀ ਅਕਾਲ ਜੀ।